ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ। ਵਾਹਿਗੁਰੂ ਧੰਨ ਵਾਹਿਗੁਰੂ। ਵਾਹਿਗੁਰੂ ਧੰਨ ਵਾਹਿਗੁਰੂ। ਵਾਹਿਗੁਰੂ ਧੰਨ ਵਾਹਿਗੁਰੂ। ਵਾਹਿਗੁਰੂ ਧੰਨ ਵਾਹਿਗੁਰੂ। ਸਤਿਨਾਮ ਸ਼੍ਰੀ 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 ਵਾਹਿਗੁਰੂ। ਵਾਹਿਗੁਰੂ ਧੰਨ ਵਾਹਿਗੁਰੂ। ਵਾਹਿਗੁਰੂ ਧੰਨ ਵਾਹਿਗੁਰੂ। ਵਾਹਿਗੁਰੂ ਧੰਨ ਵਾਹਿਗੁਰੂ। ਵਾਹਿਗੁਰੂ ਧੰਨ ਵਾਹਿਗੁਰੂ। ਗੁਰੂ ਦੀ ਜੇ ਲੋੜ ਹੋਵੇ, 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 ਗੁਰੂ ਵੀ ਅਜਿਹਾ ਹੋਵੇ, ਗੁਰੂ ਵੀ ਅਜਿਹਾ ਹੋਵੇ, ਗੁਰੂ ਵੀ ਅਜਿਹਾ ਹੋਵੇ, ਗੁਰੂ ਵੀ ਅਜਿਹਾ ਹੋਵੇ। ਜੈਸੇ ਦਸ਼ਮੇਸ਼ ਮਾਤਾ ਗੁਜਰੀ ਦੇ ਲਾਲ ਜੀ, ਐਸੇ ਦਸ਼ਮੇਸ਼ ਮਾਤਾ ਗੁਜਰੀ ਦੇ ਲਾਲ ਜੀ। ਅੰਮ੍ਰਿਤ ਦਾ ਸੋਮਾ ਹੋਵੇ, ਅੰਮ੍ਰਿਤ ਦਾ ਸੋਮਾ ਹੋਵੇ, ਅੰਮ੍ਰਿਤ ਦਾ ਸੋਮਾ ਹੋਵੇ, ਅੰਮ੍ਰਿਤ ਦਾ ਸੋਮਾ ਹੋਵੇ। ਤਪਦਿਆਂ ਨੂੰ ਠਾਰ ਦੇਵੇ, ਤਪਦਿਆਂ ਨੂੰ ਠਾਰ ਦੇਵੇ, ਤਪਦਿਆਂ ਨੂੰ ਠਾਰ ਦੇਵੇ, ਤਪਦਿਆਂ ਨੂੰ ਠਾਰ ਦੇਵੇ। ਸੰਤਾਂ ਦਾ ਸਹਾਈ ਤੇ ਪਿਆਰਿਆਂ ਦੀ ਢਾਲ ਜੀ, ਸੰਤਾਂ ਦਾ ਸਹਾਈ ਤੇ ਪਿਆਰਿਆਂ ਦੀ ਢਾਲ ਜੀ। ਵਾਰ ਪਰਿਵਾਰ ਦੇਵੇ, ਬੱਚਿਆਂ ਸਮੇਤ ਸਾਰਾ, ਵਾਰ ਪਰਿਵਾਰ ਦੇਵੇ, ਬੱਚਿਆਂ ਸਮੇਤ ਸਾਰਾ। ਵਾਰ ਪਰਿਵਾਰ ਦੇਵੇ, ਬੱਚਿਆਂ ਸਮੇਤ ਸਾਰਾ। ਵਾਰ ਪਰਿਵਾਰ ਦੇਵੇ, ਬੱਚਿਆਂ ਸਮੇਤ ਸਾਰਾ। ਦੇਸ਼ ਕੌਮ ਉਤੋਂ ਕੁਰਬਾਨ ਬਾਲ ਬਾਲ ਜੀ, ਦੇਸ਼ ਕੌਮ ਉਤੋਂ ਬਾਲ ਬਾਲ ਜੀ। ਦੇਸ਼ ਕੌਮ ਉਤੋਂ ਕੁਰਬਾਨ ਬਾਲ ਬਾਲ ਜੀ, ਦੇਸ਼ ਕੌਮ ਉਤੋਂ ਬਨ ਬਾਲ ਬਾਲ ਜੀ। ਸਾਰੀ ਰਾਤ ਪਹਿਰਾ ਦੇਵੇ, ਆਪ ਚੌਂਕੀਦਾਰ ਹੋ ਕੇ, ਸਾਰੀ ਰਾਤ ਪਹਿਰਾ ਦੇਵੇ, ਆਪ ਚੌਕੀਦਾਰ ਹੋਵੇ। ਸਾਰੀ ਰਾਤ ਪਹਿਰਾ ਦੇਵੇ, ਆਪ ਚੌਂਕੀਦਾਰ ਹੋ ਕੇ, ਸਾਰੀ ਰਾਤ ਪਹਿਰਾ ਦੇਵੇ, ਆਪ ਚੌਕੀਦਾਰ ਹੋ ਕੇ। ਪਾਪ ਅੱਗ ਵਿੱਚੋਂ ਲਵੇ, ਸਿੱਖ ਨੂੰ ਨਿਕਾਲ ਜੀ, ਆਪ ਅੱਗ ਵਿੱਚੋਂ ਦੇਵੇ, ਸਿੱਖ ਨੂੰ ਨਿਕਾਲ ਜੀ। ਗੁਰੂ ਦੀ ਜੇ ਲੋੜ ਹੋਵੇ, ਗੁਰੂ ਵੀ ਅਜਿਹਾ ਹੋਵੇ, ਗੁਰੂ ਦੀ ਜੇ ਲੋੜ ਹੋਵੇ, ਗੁਰੂ ਵੀ ਅਜਿਹਾ ਹੋਵੇ। ਤੇਰੇ ਵਰਗਾ ਇਸ ਧਰਤੀ ਤੇ ਹੋਰ ਨਾ ਕੋਈ ਆਇਆ, ਅਕਾਲ ਪੁਰਖ ਦੀ ਜਹਰਾ ਮੂਰਤ ਗੁਰ ਗੋਬਿੰਦ ਅਖਵਾਇਆ। ਦਿੱਲੀ ਦੇ ਵੱਲ ਪਿਤਾ ਤੋਰ ਕੇ ਡੁੱਬਦਾ ਧਰਮ ਬਚਾਇਆ। ਚਾਰ ਪੁੱਤਰ ਤੁਸਾਂ ਧਰਮ ਤੋਂ ਵਾਰੇ, ਤਾਂ ਵੀ ਰੱਬ ਦਾ ਸ਼ੁਕਰ ਮਨਾਇਆ।
ਅਜ ਤਾਈਓ ਕਲਗੀਆਂ ਵਾਲਿਆ ਤੇਰੇ ਦਰ ਤੇ, ਜੀ ਸਭ ਨੇ ਸੀਸ ਨਿਵਾਇਆ। ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਸਤਿਗੁਰਾਂ ਦੇ ਪਾਵਨ ਔਰ ਪਵਿੱਤਰ ਚਰਨਾਂ ਕਮਲਾਂ ਦੇ ਵਿੱਚ ਵਿਰਾਜਮਾਨ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ਿਸ਼ ਦੁਹਰਾਈਏ, ਗੱਜ ਕੇ ਫਤਿਹ ਬੁਲਾਈਏ। ਕੋਈ ਵੀ ਰਸ ਨਾ ਵਾਂਝੀ ਨਾ ਰਵੇ, ਇੱਕੋ ਵਾਰੀ ਕਹਿਣ ਤੇ ਹੀ ਆਖੋ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ। ਪਿਛਲੇ 22 ਦਿਨਾਂ ਤੋਂ ਲਗਾਤਾਰ ਆਪ ਸਰਬੱਤ ਸੰਗਤਾਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਦਾ ਓਟ ਆਸਰਾ ਲੈ ਕਰਕੇ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਭਰੀ ਹੋਈ ਸਪਿਰਟ ਦੇ ਜੋਸ਼ ਦੇ ਚੱਲਦਿਆਂ ਆਪਣੇ ਹੱਕਾਂ ਖਾਤਰ ਜ਼ਾਲਮ ਸਰਕਾਰ ਦੇ ਨਾਲ ਮੱਥਾ ਲਾ ਕੇ ਬੈਠੇ ਹੋ। ਕੱਲ ਰਾਤ ਦੇ ਦੀਵਾਨਾਂ ਵਿੱਚ ਵੀ ਆਪ ਜੀ ਨੇ ਹਾਜ਼ਰੀ ਭਰੀ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਤਿੰਨਾਂ ਦੀ ਸ਼ਹਾਦਤ ਦਾ ਇਤਿਹਾਸ ਆਪਾਂ ਸਾਰਿਆਂ ਨੇ ਰਾਤ ਸਰਵਣ ਕੀਤਾ ਹੈ। ਸੋ ਅੱਜ ਗੁਰੂ ਸਾਹਿਬ ਜੀ ਨੇ ਫਿਰ ਬਖਸ਼ਿਸ਼ ਕੀਤੀ ਹੈ, ਜਿਤਨਾ ਸਮਾਂ ਮਹਾਰਾਜ ਜੀ ਦੇ ਗੁਣ ਗਾਇਨ ਕਰਨ ਦਾ, ਗੁਰੂ ਸਾਹਿਬ ਜੀ ਦੀ ਸਿਫਤੋ ਸਲਾਹ ਕਰਨ ਦਾ ਸਾਨੂੰ ਮਿਲਿਆ ਹੈ। ਬੜੇ ਪਿਆਰ ਸਤਿਕਾਰ ਨਾਲ ਸੰਗਤਾਂ ਨੂੰ ਬੇਨਤੀ ਹੈ, ਜੇ ਕੋਈ ਬਾਹਰ ਵੀ ਸੰਗਤਾਂ ਨੇ, ਕਿ ਗੁਰੂ ਸਾਹਿਬ ਜੀ ਦੇ ਪਿਆਰ ਵਿੱਚ ਪੰਡਾਲ ਵਿੱਚ ਆ ਕੇ ਬੈਠਣ ਦੀ ਕਿਰਪਾਲਤਾ ਕਰੀਏ, ਤਾਂ ਜੋ ਗੁਰ ਇਤਿਹਾਸ ਦੇ ਕੁਝ ਕੁ ਪਹਿਲੂ ਅਸੀਂ ਆਪਣੇ ਹਿਰਦੇ 'ਚ ਵਸਾਈਏ। ਜਿੱਥੇ ਸੰਗਤਾਂ ਇੱਕ ਦੂਜੇ ਦੀ ਸੇਵਾ ਕਰ ਰਹੀਆਂ ਨੇ, ਨਾਲ ਨਾਲ ਉਸ ਪ੍ਰਮਾਤਮਾ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਧਿਆਨ ਜੋੜ ਕੇ ਕਬੀਰ ਏਕ ਘੜੀ ਆਦੀ ਘੜੀ ਆਦੀ ਹੂੰ ਤੇ ਆਦ ਭਗਤਨ ਸੇਤੀ ਗੋਸ਼ਟੇ ਜੋ ਕੀਨੋ ਸੋ ਲਾਭ। ਮਹਾਰਾਜ ਕਹਿੰਦੇ ਅੱਧੀ ਘੜੀ, ਏਕ ਘੜੀ ਆਦੀ ਹੂੰ ਤੇ ਆਦ। ਇੱਕ ਘੜੀ 24 ਮਿੰਟ ਦੀ ਮੰਨੀ ਜਾਂਦੀ ਹੈ। 24 ਮਿੰਟਾਂ ਦੇ ਵਿੱਚੋਂ ਮਹਾਰਾਜ ਕਹਿੰਦੇ 12 ਮਿੰਟ ਕਿਤੇ ਤੇਰੀ ਸੁਰਤ ਜੁੜ ਜਾਏ। ਏਕ ਘੜੀ ਆਦੀ ਹੂੰ ਤੇ ਆਦ। ਜੇ ਕਹਿੰਦੇ 2 ਘੰਟੇ 1 ਘੰਟਾ 3 ਘੰਟੇ ਤੂੰ ਉਹਦੀ ਯਾਦ ਵਿੱਚ ਬੈਠਾ ਹੈ, ਵਿੱਚੋਂ 6 ਮਿੰਟ ਵੀ ਕਿਤੇ ਸੁਰਤ ਉਹਦੇ ਚਰਨਾਂ ਨਾਲ ਜੁੜ ਗਈ, ਤੇ ਉਹ ਤੈਨੂੰ 6 ਮਿੰਟ ਜ਼ਿੰਦਗੀ ਦੇ ਜਿਹੜੇ ਜੁੜੇ ਦੇ, ਕਿਉਂਕਿ ਪਾਠ ਵੀ ਕਰਦੇ ਆ, ਸਿਮਰਨ ਵੀ ਕਰਦੇ ਆ, ਗੁਰਦੁਆਰਾ ਸਾਹਿਬ ਵੀ ਜਾਂਦੇ ਆ, ਅਰਦਾਸ ਵੀ ਕਰਦੇ ਆ। ਤੇ ਸਿੱਖ ਇੱਕ ਐਸੀ ਕੌਮ ਹੈ, ਗੁਰੂ ਸਾਹਿਬ ਨੇ ਐਸਾ ਇਹਨਾਂ ਨੂੰ ਅਰਦਾਸ ਦੇ ਵਿੱਚ ਬੋਲ ਐਸੇ ਸ਼ਬਦ ਬਖਸ਼ੇ ਹੈ। ਸਾਰੇ ਸੰਸਾਰ ਦੇ ਵਿੱਚ ਜਦੋਂ ਸਿੱਖ ਅਰਦਾਸ ਕਰਦਾ ਹੈ, ਅਖੀਰ ਦੇ ਵਿੱਚ ਸਭ ਦਾ ਭਲਾ ਮੰਗਦਾ ਹੈ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਹੁਣ ਇਹ 2 ਪੰਕਤੀਆਂ ਨੇ, ਇਹਨਾਂ 2 ਪੰਕਤੀਆਂ ਨੂੰ ਬੋਲਣਾ ਬਹੁਤ ਸੌਖਾ ਹੈ, ਹਰ ਕੋਈ ਬੋਲਦਾ ਹੈ, ਪਰ ਇਹ ਕੱਲੀਆਂ ਗਲ ਤੱਕ ਸੀਮਤ ਨਾ ਰਹਿ ਜਾਣ। ਮਹਾਰਾਜ ਕਹਿੰਦੇ ਇਹਨੂੰ ਹਿਰਦੇ ਤੱਕ ਵਸਾਉਣਾ ਹੈ। ਹੁਣ ਜੇ ਆਪਾਂ ਪਹਿਲਾਂ ਪੜ੍ਹਿਆ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਪਿਆਰ ਵਿੱਚ, ਤੇ ਮਹਾਰਾਜ ਜੀ ਦਾ ਜੇ ਜੀਵਨ ਦੇਖਿਆ ਜਾਵੇ, ਕਲਗੀਧਰ ਪਾਤਸ਼ਾਹ ਜੀ ਦੀ ਕਲਗੀ 1.25 ਲੱਖ ਦੀ ਸੀ। ਉਸ ਵੇਲੇ ਦਾ 1.25 ਲੱਖ, ਅੱਜ ਦਾ ਨਹੀਂ। ਅੱਜ ਤੇ ਅਰਬਾਂ ਰੁਪਈਆ ਬਣ ਜਾਊਗਾ ਜੀ। ਉਸ ਵੇਲੇ ਸੰਗਤਾਂ ਨੇ 1.25 ਲੱਖ ਰੁਪਏ ਦੀ ਕਲਗੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਭੇਟ ਕੀਤੀ। 1.25 ਲੱਖ ਦਾ ਇੱਕ ਪ੍ਰਸਾਦੀ ਹਾਥੀ ਚਿੱਟੇ ਰੰਗ ਦਾ, ਜਿਹੜਾ ਮਹਾਰਾਜ ਨੂੰ ਚੌਰ ਸਾਹਿਬ ਕਰਦਾ ਸੀ। 2.5 ਲੱਖ ਦਾ ਮਹਾਰਾਜ ਦੇ ਸੀਸ ਤੇ ਚੰਦੋਆ ਸਾਹਿਬ ਸਜਦਾ ਹੁੰਦਾ ਸੀ ਜਦੋਂ ਆਸਣ ਤੇ ਬਹਿੰਦੇ ਹੁੰਦੇ ਸੀ। 1.25 ਲੱਖ ਦੀ ਚੰਦਨ ਦੀ ਚੌਂਕੀ ਸੀ, ਜਿਹੜੀ ਪੈਰਾਂ ਥੱਲੇ ਆਸਣ ਤੇ ਬਹਿ ਕੇ ਜਿਹਦੇ ਤੇ ਚਰਨ ਰੱਖਦੇ ਹੁੰਦੇ ਸੀ। 1.25 ਲੱਖ ਦਾ ਕੌਲ ਸੀ, ਜਿਹਦੇ 'ਚ ਜਲ ਪਾਣੀ ਛਕਦੇ ਸੀ। 1.25 ਲੱਖ ਦਾ ਇੱਕ ਪੰਚ ਕਲਾ ਸ਼ਸਤਰ ਸੀ, ਇੱਕ ਸ਼ਸਤਰ 'ਚੋਂ 5 ਤਰ੍ਹਾਂ ਦੇ ਸ਼ਸਤਰ ਨਿਕਲਦੇ ਸੀ। ਗੁਰੂ ਕਲਗੀਧਰ ਪਾਤਸ਼ਾਹ ਦੇ ਘੋੜੇ ਦੀ ਕਾਠੀ 1.25 ਲੱਖ ਦੀ ਸੀ, ਉਹਦੇ ਵਿੱਚ ਹੀਰੇ ਪੰਨੇ ਜੜੇ ਹੋਏ ਸਨ। ਐਡੀਆਂ ਮਹਿੰਗੀਆਂ ਵਸਤੂਆਂ ਦੇ ਮਾਲਕ ਸਨ। ਉਦਣ ਹੰਕਾਰ ਕੋਈ ਨਹੀਂ ਸੀ, ਤੇ ਜਿੱਦਣ ਮਾਛੀਵਾੜਾ ਸਾਹਿਬ ਜਾ ਕੇ ਸੂਲਾਂ ਦੇ ਉੱਤੇ ਸੌਣਾ ਪਿਆ, ਉਦਣ ਰੱਬ ਨੂੰ ਅਲੰਭਾ ਵੀ ਕੋਈ ਨਹੀਂ ਸੀ। ਆਖੋ ਸਤਨਾਮ ਵਾਹਿਗੁਰੂ। ਜਿੱਦਣ ਸਭ ਕੁਝ ਕੋਲ ਸੀ, ਉਦਣ ਹੰਕਾਰ ਕੋਈ ਨਹੀਂ। ਜਿੱਦਣ ਸਭ ਕੁਝ ਛੱਡ ਕੇ ਕੰਡਿਆਂ ਦੇ ਉੱਤੇ ਆਰਾਮ ਕਰਦੇ ਐ, ਉਦਣ ਰੱਬ ਨੂੰ ਅਲੰਭਾ ਕੋਈ ਨਹੀਂ। ਕਿਉਂਕਿ ਬਾਣੀ ਦਾ ਫਰਮਾਨ ਹੈ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਮਾਰੇ ਕਹਿੰਦੇ ਜਿਹੜਾ ਇਨਸਾਨ ਦੁੱਖ ਵਿੱਚ ਵੀ ਦੁੱਖ ਨਹੀਂ ਮੰਨਦਾ, ਜਿਹੜਾ ਦੁੱਖਾਂ ਤੇ ਸੁੱਖਾਂ ਵਿੱਚ ਪ੍ਰਮਾਤਮਾ ਨੂੰ ਆਰਾਧਦਾ ਹੈ, ਸੁੱਖ ਦੁੱਖ ਦੋਨੋਂ ਸਮ ਕਰ ਜਾਣੈ ਔਰ ਮਾਨ ਅਪਮਾਨਾ। ਕਹਿੰਦੇ ਸੁੱਖ ਤੇ ਦੁੱਖ, ਮਾਣ ਤੇ ਅਪਮਾਨ, ਜਿਹੜਾ ਸਭ ਨੂੰ ਇੱਕ ਬਰਾਬਰ ਸਮਝੇ, ਉਹ ਗੁਰਮੁਖ ਅਵਸਥਾ ਵਾਲਾ ਬੰਦਾ ਹੁੰਦਾ, ਜਿਹਦੇ ਲਈ ਸੋਨਾ ਵੀ ਕੋਈ ਮਾਇਨੇ ਨਹੀਂ ਰੱਖਦਾ,
ਤੇ ਜਿਹਦੇ ਲਈ ਮਿੱਟੀ ਵੀ ਉਹੀ ਮਾਇਨੇ ਰੱਖਦੀ ਹੈ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸੁਨੇਹ ਅਰ ਭੈ ਨਹੀਂ ਜਾ ਕੇ, ਕੰਚਨ ਮਾਟੀ ਮਾਨੈ। ਕਹਿੰਦੇ ਕੰਚਨ ਸੋਨਾ ਚਾਹੇ ਮਿੱਟੀ, ਦੋਨਾਂ ਦੇ ਵਿੱਚ ਅਵਸਥਾ ਇੱਕੋ ਜੀ ਰਵੇ। ਨਾ ਮਾਇਆ ਆਈ ਤੇ ਉਹਦੇ ਅੰਦਰ ਹੰਕਾਰ ਆਵੇ, ਨਾ ਗਰੀਬੀ ਆਈ ਤੇ ਰੱਬ ਨੂੰ ਉਲਾਮਾ ਦੇਵੇ। ਇਦਾਂ ਦਾ ਗੁਰਮੁਖ ਬੰਦਾ ਹੁੰਦਾ। ਮਹਾਰਾਜ ਨੇ ਪਹਿਲਾ ਜੀਵਨ ਗੁਰੂ ਸਾਹਿਬ ਦਾ ਪੜ੍ਹੀਏ, ਠਾਠ ਬਾਠ ਨਾਲ ਰਹਿੰਦੇ ਹੈ। ਇੱਕ ਸਾਡੀਆਂ ਅੱਖਾਂ 'ਚ ਤਸਵੀਰ ਉਹ ਵਸਦੀ ਹੈ ਜਿਹੜੀ ਫੋਟੋਆਂ ਅਸੀਂ ਬਣਾਈਆਂ ਵੇਖਦੇ ਹਾਂ, ਜਿਹਦੇ 'ਚ ਕਲਗੀ ਸੋਭਦੀ ਹੈ, ਸੁੰਦਰ ਦਸਤਾਰ ਸੋਭਦੀ ਹੈ, ਸੁੰਦਰ ਲਿਬਾਸ ਸੋਭਦਾ ਹੈ, ਰਾਜਿਆਂ ਨਾਲੋਂ ਵੱਧ ਠਾਠ ਲੱਗਦੀ ਹੈ। ਪਰ ਇੱਕ ਤੱਕੋ ਉਹ ਸੀਨ ਜਦੋਂ ਆਨੰਦਪੁਰ ਸਾਹਿਬ ਚਮਕੌਰ ਦੀ ਗੜੀ ਤੋਂ ਤੁਰੇ, ਚਮਕੌਰ ਦੀ ਗੜੀ ਤੋਂ ਤੁਰ ਕੇ ਤੇ ਮਾਛੀਵਾੜਾ ਸਾਹਿਬ ਤੱਕ ਆਏ, ਤੇ ਉਸ ਵੇਲੇ ਕੰਡਿਆਂ ਦੇ ਨਾਲ ਜਿਹੜਾ ਜਾਮਾ ਲੀਰੋ ਲੀਰ ਹੋਇਆ, ਜਿਹੜਾ ਪੈਰ ਨੰਗੇ ਨੇ ਤੇ ਪੈਰਾਂ ਦੇ ਥੱਲਿਓਂ ਦੀ ਸੂਲਾਂ ਵੱਜ ਕੇ ਉੱਪਰ ਦੀ ਨਿਕਲੀਆਂ, ਉਹ ਸੀਨ ਵੀ ਕਦੇ ਤੱਕੋ। ਉਹ ਮੈਂ ਬੇਨਤੀ ਕਰਾਂਗਾ ਅੱਜ ਦੇ ਦੀਵਾਨ ਦੇ ਵਿੱਚ ਕਿ ਚਮਕੌਰ ਸਾਹਿਬ ਤੋਂ ਜਦੋਂ ਮਹਾਰਾਜ ਜੀ ਮਾਛੀਵਾੜਾ ਸਾਹਿਬ ਪਹੁੰਚੇ ਨੇ, ਗੁਰਦੁਆਰਾ ਚਰਨ ਕਮਲ ਸਾਹਿਬ ਅੱਜ ਸੁਭਾਏਮਾਨ ਹੈ ਮਾਛੀਵਾੜਾ ਸਾਹਿਬ। ਉਸ ਵੇਲੇ ਮਾਛੀਵਾੜਾ ਨਾਮ ਕਿਉਂ ਸੀ? ਕਿਉਂਕਿ ਮੱਛੀਆਂ ਫੜਨ ਵਾਲਿਆਂ ਦਾ ਵਾੜਾ ਸੀ। ਉਹ ਮੱਛੀਆਂ ਫੜਨ ਵਾਲੇ ਮਛੇਰੇ ਉੱਥੇ ਰਹਿੰਦੇ ਸੀ, ਉਹਨੂੰ ਮਾਛੀਵਾੜਾ ਕਿਹਾ ਜਾਂਦਾ ਸੀ। ਜਿਵੇਂ ਤੁਸੀਂ ਦੁਆਬੇ 'ਚ ਜਾਓ, ਫਗਵਾੜਾ ਸ਼ਹਿਰ ਆਏਗਾ, ਉੱਥੇ ਗੁਰੂ ਸਾਹਿਬ ਨੇ ਕਿਰਪਾ ਕੀਤੀ, ਉਹ ਫੱਗੂ ਦਾ ਵਾੜਾ ਸੀ। ਫੱਗੂ ਨਾਮ ਦਾ ਆਦਮੀ ਸੀ, ਬਾੜਾ ਉਹਦਾ ਲੱਗਿਆ ਹੋਇਆ ਸੀ। ਤਰਬੂਜਾਂ ਦਾ ਭਾਵ ਹਦਵਾਣੇ ਕਹਿ ਲਓ, ਖਰਬੂਜੇ ਕਹਿ ਲਓ, ਇਹਨਾਂ ਦਾ ਵਾੜਾ ਸੀ। ਮਹਾਰਾਜ ਉੱਥੇ ਗਏ ਸੀ, ਉਹ ਫੱਗੂ ਦੇ ਵਾੜੇ ਤੋਂ ਸ਼ਹਿਰ ਫਗਵਾੜਾ ਬਣ ਗਿਆ। ਭਾਵ ਗੁਰੂ ਸਾਹਿਬ ਦੀਆਂ ਕਿਰਪਾ ਜਿੱਥੇ ਚਰਨ ਪੈ ਜਾਂਦੇ ਆ। ਹੁਣ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਨੰਦਪੁਰ ਸਾਹਿਬ 6 ਪੋਹ ਨੂੰ ਛੱਡਦੇ ਆ, ਚਾਰੇ ਪੁੱਤ ਨਾਲ ਨੇ, ਮਾਤਾ ਗੁਜਰ ਕੌਰ ਜੀ ਨਾਲ ਨੇ, ਤੇ 1699 ਵਿੱਚ ਜਿਹੜੇ ਮਹਾਰਾਜ ਨੇ 5 ਪਿਆਰੇ ਸਾਜੇ, ਉਹ ਪੰਜੇ ਵੀ ਨਾਲ ਨੇ। ਪਿਆਰੇ ਦਇਆ ਸਿੰਘ ਸਾਹਿਬ, ਪਿਆਰੇ ਧਰਮ ਸਿੰਘ ਸਾਹਿਬ, ਪਿਆਰੇ ਹਿੰਮਤ ਸਿੰਘ ਸਾਹਿਬ, ਪਿਆਰੇ ਮੋਹਕਮ ਸਿੰਘ ਸਾਹਿਬ ਤੇ ਪਿਆਰੇ ਸਾਹਿਬ ਸਿੰਘ ਜੀ, ਪੰਜੇ ਨਾਲ ਨੇ। ਮਾਤਾ ਗੁਜਰ ਕੌਰ ਜੀ ਨਾਲ, ਚਾਰੇ ਸਾਹਿਬਜ਼ਾਦੇ ਨਾਲ, ਤੇ ਜਾਨਾਂ ਤੋਂ ਪਿਆਰੇ ਸਿੰਘ ਨਾਲ, ਮਾਤਾ ਸਾਹਿਬ ਕੌਰ ਜੀ ਨਾਲ, ਮਾਤਾ ਸੁੰਦਰ ਕੌਰ ਜੀ ਨਾਲ, ਭਾਈ ਮਨੀ ਸਿੰਘ ਜੀ ਨਾਲ। ਭਾਵ ਜਿੰਨੀ ਵੀ ਸੰਗਤ ਆਨੰਦਪੁਰ ਸਾਹਿਬ ਹੈ, ਤੇ ਰਾਤ ਨੂੰ ਜਦੋਂ ਕਿਲਾ ਛੱਡਣ ਲੱਗੇ ਹੈ, ਪਾਤਸ਼ਾਹ ਜੀ ਦੇ ਨਾਲ ਸਾਰਾ ਪਰਿਵਾਰ, ਸਾਰੇ ਸਿੰਘ ਤੁਰੇ, ਤੇ ਜਦੋਂ ਸਰਸਾ ਤੇ ਪਹੁੰਚਣਾ ਸੀ ਉਸ ਤੋਂ ਪਹਿਲਾਂ ਹੀ ਪਿੱਛੋਂ ਹਮਲਾ ਹੋਇਆ। ਮੈਂ ਟੂਕ ਮਾਤਰ ਬੇਨਤੀ ਕਰਾਂਗਾ ਕਿਉਂਕਿ ਮਾਛੀਵਾੜਾ ਸਾਹਿਬ ਦੇ ਇਤਿਹਾਸ ਤੱਕ ਆਵਾਂਗਾ। ਜਦੋਂ ਮਹਾਰਾਜ ਜੀ ਦਾ ਇੱਕ ਜਥਾ ਪਿੱਛੋਂ ਚੜ੍ਹ ਕੇ ਆਈ ਫੌਜ ਨਾਲ ਟੱਕਰਾ ਲੈਂਦਾ ਹੈ, ਬਾਬਾ ਅਜੀਤ ਸਿੰਘ ਸਾਹਿਬ ਉਸ ਫੌਜ ਦੀ ਅਗਵਾਈ ਕਰਦੇ ਹੈ, ਵੱਡੇ ਸਾਹਿਬਜ਼ਾਦੇ, ਤੇ ਕਲਗੀਧਰ ਪਾਤਸ਼ਾਹ ਜਦੋਂ ਸਰਸਾ ਨਦੀ ਦੇ ਕੰਢੇ ਤੇ ਪਹੁੰਚਦੇ ਹੈ, ਉਸ ਵੇਲੇ ਪਿਆਰੇ ਦਇਆ ਸਿੰਘ ਜੀ ਨੂੰ ਬਚਨ ਕਰਦੇ ਹੈ ਕਿ ਦਇਆ ਸਿੰਘ ਜੀ ਆਸਾ ਕੀ ਵਾਰ ਦਾ ਕੀਰਤਨ ਕਰਨਾ ਅੰਮ੍ਰਿਤ ਵੇਲਾ ਹੈ। ਤੇ ਉਸ ਵੇਲੇ ਪਿਆਰੇ ਦਇਆ ਸਿੰਘ ਜੀ ਨੇ ਬਚਨ ਕੀਤਾ, ਮਹਾਰਾਜ ਜੀ ਪਿੱਛੇ ਫੌਜਾਂ ਚੜੀਆਂ ਨੇ, ਪਿੱਛੇ ਤੀਰ ਗੋਲੀਆਂ ਗੋਲੇ ਚੱਲਦੇ ਹੈ, ਅੱਜ ਜੇ ਸਿੰਘ ਸ਼ਹੀਦ ਹੋ ਗਏ ਆਸਾ ਦੀ ਵਾਰ ਬੜੀ ਮਹਿੰਗੀ ਪੈ ਜਾਣੀ ਹੈ, ਬਹੁਤ ਮਹਿੰਗੀ ਪੈ ਜੂ। ਆਸਾ ਦੀ ਵਾਰ ਦਾ ਜਾਪ ਕਰਾਂਗੇ ਪਰ ਸਰਸਾ ਪਾਰ ਕਰ ਲਈਏ। ਮਹਾਰਾਜ ਕਹਿੰਦੇ ਅੱਜ ਜੇ ਆਸਾ ਕੀ ਵਾਰ ਕਰਦਿਆਂ ਮੈਂ ਵੀ ਸ਼ਹੀਦ ਹੋ ਜਾ, ਇਹ ਤਾਂ ਵੀ ਮਹਿੰਗੀ ਨਹੀਂ ਪੈਣੀ। ਆਖੋ ਸਤਨਾਮ। ਕਿਉਂਕਿ ਉਹ ਕੱਲੀ ਆਸਾ ਦੀ ਵਾਰ ਦਾ ਜਾਪ ਨਹੀਂ ਸੀ, ਉਹ ਤੁਹਾਡੇ ਸਾਡੇ ਲਈ ਇੱਕ ਉਪਦੇਸ਼, ਇੱਕ ਸੰਦੇਸ਼ ਸੀ ਕਿ ਔਖੇ ਤੋਂ ਔਖਾ ਵੇਲਾ ਵੀ ਆ ਜੇ, ਆਪਣਾ ਨਿਤਨੇਮ ਗੁਰੂ ਕਾ ਸਿੱਖ ਕਦੇ ਨਾ ਛੱਡੇ। ਅੱਜ ਉਹ ਹਾਲਾਤ ਹੈਗੇ ਨੇ ਨਾ, ਆਪਾਂ ਫੋਟੋਆਂ ਵੇਖਦੇ ਆਂ, ਟਰਾਲੀਆਂ ਕੋਲ ਬੈਠੇ ਸਾਡੇ ਬਜ਼ੁਰਗ ਨਿਤਨੇਮ ਕਰਦੇ ਆ, ਆਪਣੀ ਅਰਦਾਸ ਨਿਤਨੇਮ ਕਰਕੇ ਇਹੋ ਜਿਹੇ ਸੜਕਾਂ ਤੇ ਬੈਠਣ ਦੇ ਹਾਲਾਤ ਵਿੱਚ ਵੀ ਕਰਦੇ ਆ। ਇਹ ਪੂਰਨੇ ਉਦੋਂ ਪਾਏ ਗਏ ਆ ਕਿ ਜਿੱਦਾਂ ਦਾ ਮਰਜ਼ੀ ਸਮਾਂ ਬਣ ਜੇ, ਜਿੱਦਾਂ ਦੀ ਮਰਜ਼ੀ ਤੁਹਾਨੂੰ ਅਵਸਥਾ ਦਾ ਸਾਹਮਣਾ ਕਰਨਾ ਪਵੇ, ਪਰ ਕਦੇ ਆਪਣੇ ਗੁਰੂ ਦਾ ਦਿੱਤਾ ਨਿਤਨੇਮ ਨਾ ਛੱਡਿਓ। ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲੇ ਇੱਕ ਬਹੁਤ ਸੁੰਦਰ ਬਚਨ ਕਰਦੇ ਸੀ। ਉਹਨਾਂ ਦੇ ਸਮੇਂ ਗਿਣਤੀ ਹੋਈ, ਮਰਦਮਸ਼ੁਮਾਰੀ ਹੋਈ ਵੀ ਸਿੱਖ ਕਿੰਨੇ ਨੇ, ਹਿੰਦੂ ਵੀਰ ਕਿੰਨੇ ਨੇ, ਮੁਸਲਮਾਨ ਵੀਰ ਦੇਸ਼ ਵਿੱਚ ਕਿੰਨੇ ਨੇ, ਤੇ ਉਸ ਵੇਲੇ ਅਗਵਾਈ ਕੌਮ ਦੀ ਕਰਦੇ ਸੀ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲੇ। ਉਹਨਾਂ ਨੂੰ ਆ ਕੇ ਉਹਨਾਂ ਨੇ ਪੁੱਛਿਆ, ਕਹਿੰਦੇ ਜੀ ਤੁਸੀਂ ਅਗਵਾਈ ਕਰਦੇ ਹੋ ਖਾਲਸੇ ਪੰਥ ਦੀ, ਸਾਨੂੰ ਦੱਸੋ ਸਿੱਖਾਂ ਦੀ ਗਿਣਤੀ ਕਿੰਨੀ ਹੈ। ਤੇ ਬਾਬਾ ਅਤਰ ਸਿੰਘ ਜੀ ਨੇ ਇੱਕੋ ਹੀ ਬਚਨ ਉਹਨਾਂ ਨੂੰ ਕੀਤਾ ਸੀ, ਕਹਿੰਦੇ ਭਾਈ ਅੰਮ੍ਰਿਤ ਵੇਲੇ 2:30 ਵਜੇ ਪਿੰਡਾਂ 'ਚ ਗੇੜਾ ਦਿਆ ਕਰੋ, ਜੇ ਇਹਨਾਂ ਦੇ ਘਰ 'ਚ ਬਾਲਟੀ ਡੋਲ ਖੜਕਦਾ ਹੈ
ਉਹ ਸਿੱਖ ਹੈ, ਬਾਕੀ ਕੋਈ ਸਿੱਖ ਨਹੀਂ। ਆਖੋ ਸਤਨਾਮ। ਵਾਹਿਗੁਰੂ ਕਹਿਣ ਦਾ ਮਤਲਬ ਕੀ ਸੀ, ਜਿਹਨੇ ਆਪਣਾ ਨਿਤਨੇਮ ਸੰਭਾਲਿਆ, ਜਿਹੜਾ ਅੰਮ੍ਰਿਤ ਵੇਲੇ ਨੂੰ ਸੰਭਾਲ ਕੇ ਰੱਖਦਾ ਹੈ, ਉਹ ਬਿਨਾਂ ਪੁੱਛਿਓ ਖਾਲਸਾ ਸਿੱਖ ਲਿਖ ਲਿਓ। ਤੇ ਕਈ ਵਾਰੀ ਤੇ ਦਿਨ ਚੜ ਜਾਂਦਾ ਪਿਆਰਿਓ, 7 8 9 10 ਵੱਜ ਜਾਂਦੇ ਐ। ਹਾਂ ਬੰਦੇ ਦੇ ਕੋਈ ਮਜਬੂਰੀ ਬਣ ਗਈ, ਕੋਈ ਸਿਹਤ ਠੀਕ ਨਹੀਂ, ਉਹ ਗੱਲ ਤੇ ਵੱਖਰੀ, ਸਰੀਰ ਸਾਥ ਦਊ ਤੇ ਨਿਤਨੇਮ ਹੋਣਾ ਹੈ। ਕਿਉਂਕਿ ਮਹਾਰਾਜ ਨੇ ਵੀ ਕਿਹਾ ਹੈ, ਇਸੇ ਕਰਕੇ ਕਹਿੰਦੇ ਸੀ ਭੁੱਖੇ ਨਾ ਰਿਓ ਕਦੇ, ਭੁੱਖੇ ਭਗਤ ਨਾ ਕੀਜੈ, ਜੈ ਮਾਲਾ ਆਪਣੀ ਲੀਜੈ। ਜੇ ਭੁੱਖੇ ਰਹੋਗੇ ਸਰੀਰ ਤੰਦਰੁਸਤ ਨਹੀਂ ਰਹਿਣਾ, ਸਰੀਰ ਤੰਦਰੁਸਤ ਨਹੀਂ ਰਹੂਗਾ ਤੇ ਤੁਸੀਂ ਨਿਤਨੇਮ ਨਹੀਂ ਕਰ ਸਕੋਗੇ, ਜੂਝ ਨਹੀਂ ਸਕੋਗੇ। ਇਸ ਕਰਕੇ ਕਦੇ ਆਪਣੇ ਸਰੀਰ ਨੂੰ ਭੁੱਖ ਦਾ ਦੁੱਖ ਨਹੀਂ ਦੇਣਾ। ਇਹ ਵੀ ਮਹਾਰਾਜ ਨੇ ਬਚਨ ਕੀਤਾ ਨਾਲ, ਕਿਉਂਕਿ ਸਰੀਰ ਤੰਦਰੁਸਤ ਹੈ ਤਾਂ ਹੀ ਸਾਰਾ ਕੁਝ ਹੈ। ਮਹਾਂਪੁਰਸ਼ ਬਾਬਾ ਆਨੰਦ ਸਿੰਘ ਜੀ ਦੇ ਜੀਵਨ ਚੋਂ ਇੱਕ ਬਚਨ ਮੈਂ ਆਪ ਜੀ ਨਾਲ ਸਾਂਝਾ ਕਰਦਾ। ਮਹਾਂਪੁਰਸ਼ ਕਿਹਾ ਕਰਦੇ ਸੀ, ਭਾਈ ਜੇ ਸਰੀਰ ਗਿਆ, ਜੇ ਸਰੀਰ ਗਿਆ ਤੇ ਕੁਛ ਗਿਆ, ਕਿਉਂਕਿ ਸਰੀਰ ਦੇ ਨਾਲ ਹੀ ਸਤਸੰਗ ਹੈ, ਸਰੀਰ ਦੇ ਨਾਲ ਹੀ ਨਿਤਨੇਮ ਹੈ। ਜੇ ਮਾਇਆ ਗਈ ਕੁਛ ਨਹੀਂ ਗਿਆ। ਜੇ ਬੰਦੇ ਦਾ ਸਰੀਰ ਕਿਤੇ ਬੁਖਾਰ ਹੋ ਜੇ ਜਾਂ ਕਿਤੇ ਸਰੀਰ ਦੀ ਤੰਦਰੁਸਤੀ ਨਾ ਰਵੇ ਤੇ ਕੁਛ ਬੰਦੇ ਦੇ ਜੀਵਨ ਚੋਂ ਰੰਗ ਜਾਂਦਾ ਹੈ। ਪਰ ਜੇ ਸਭ ਕੁਝ ਹੈ ਤੇ ਤੇਰੀ ਆਪਣੇ ਗੁਰੂ ਤੇ ਟੇਕ ਨਹੀਂ ਤੇ ਫਿਰ ਕੁਛ ਵੀ ਨਹੀਂ ਤੇਰੇ ਪੱਲੇ। ਆਖੋ ਸਤਨਾਮ। ਵਾਹਿਗੁਰੂ ਫਿਰ ਕੁਛ ਨਹੀਂ ਪੱਲੇ ਰਿਹਾ ਜਿੰਨਾ ਚਿਰ ਗੁਰੂ ਦਾ ਆਸਰਾ ਨਹੀਂ। ਇਸੇ ਨੂੰ ਮਹਾਰਾਜ ਬਚਨ ਕਰਦੇ ਐ। ਹੁਣ ਜਦੋਂ ਆਸਾ ਕੀ ਵਾਰ ਦਾ ਕੀਰਤਨ ਹੋਇਆ, ਬਾਅਦ ਵਿੱਚ ਸਰਸਾ ਨੂੰ ਪਾਰ ਕਰਨ ਲੱਗੇ ਐ, ਮਹਾਰਾਜ ਨੇ ਕਿਸੇ ਸਿੱਖ ਦੀ ਡਿਊਟੀ ਨਹੀਂ ਲਾਈ ਵੀ ਭਾਈ ਪਹਿਲਾਂ ਵੇਖੋ ਪਾਣੀ ਕਿੰਨਾ ਕੁ ਹੈ। ਮਹਾਰਾਜ ਕਹਿੰਦੇ ਅੱਗੇ ਅਸੀਂ ਪ੍ਰਵੇਸ਼ ਕਰਾਂਗੇ, ਪਿੱਛੇ ਸਾਰੀ ਸੰਗਤ ਪ੍ਰਵੇਸ਼ ਕਰੋ। ਮਹਾਰਾਜ ਜੀ ਨੇ ਜਦੋਂ ਸਰਸਾ 'ਚ ਪ੍ਰਵੇਸ਼ ਕੀਤਾ ਤੇ ਉਹ ਸਰਸਾ ਦਾ ਵਹਾਅ ਬੜਾ ਤੇਜ਼ ਹੈ, ਸਰਸਾ ਚੜੀ ਹੋਈ ਹੈ ਤੇ ਪਾਤਸ਼ਾਹ ਜੀ ਉਸ ਤੇਜ਼ ਵਹਾਅ ਵਿੱਚ ਦੀ ਜਦੋਂ ਲੰਘੇ, ਇਧਰੋਂ ਪਰਿਵਾਰ ਇਕੱਠਾ ਹੈ ਤੇ ਜਦੋਂ ਸਰਸਾ ਪਾਰ ਕੀਤੀ ਤੇ ਪਰਿਵਾਰ 3 ਹਿੱਸਿਆਂ 'ਚ ਵੰਡ ਹੋ ਗਿਆ। 3 ਹਿੱਸਿਆਂ 'ਚ ਇੱਕ ਹਿੱਸਾ ਮਾਤਾ ਗੁਜਰ ਕੌਰ ਜੀ ਤੇ ਦੋਨੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ। ਇਹ ਜੰਗਲ ਵਾਲੇ ਪਾਸੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਸਾਹਿਬ, ਬਾਬਾ ਜੁਝਾਰ ਸਿੰਘ ਸਾਹਿਬ, ਗੁਰੂ ਕਲਗੀਧਰ ਪਾਤਸ਼ਾਹ, ਪੰਜੇ ਹੀ ਪਿਆਰੇ ਤੇ ਨਾਲ ਗੁਰੂ ਸਾਹਿਬ ਜੀ ਦੇ ਪਿਆਰਿਓ ਬਾਕੀ ਸਿੱਖ ਜਿਨ੍ਹਾਂ ਨੂੰ ਅਸੀਂ 40 ਸਿੰਘਾਂ ਦਾ ਦਰਜਾ ਦਿੰਨੇ ਹਾਂ, ਉਹ ਗੁਰੂ ਸਾਹਿਬ ਜੀ ਦੇ ਨਾਲ ਇੱਕ ਪਾਸੇ ਤੇ ਮਾਤਾ ਸੁੰਦਰ ਕੌਰ ਜੀ, ਮਾਤਾ ਸਾਹਿਬ ਕੌਰ ਜੀ ਤੇ ਭਾਈ ਮਨੀ ਸਿੰਘ ਜੀ। ਇਹ ਤੀਜੇ ਹਿੱਸੇ 'ਚ ਪਰਿਵਾਰ ਵਿਛੜਿਆ ਸੀ। ਭਾਈ ਮਨੀ ਸਿੰਘ, ਮਾਤਾ ਸਾਹਿਬ ਕੌਰ, ਮਾਤਾ ਸੁੰਦਰ ਕੌਰ ਜੀ ਇਹ ਆ ਗਏ ਦਿੱਲੀ ਵਾਲੇ ਪਾਸੇ ਨੂੰ। ਛੋਟੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਜਦੋਂ ਜਾ ਕੇ ਜੰਗਲ ਵਿੱਚ ਇੱਕ ਕੁਟੀਆ 'ਚ ਦੀਵਾ ਬਲਦਾ ਵੇਖਦੇ ਐ, ਉਸ ਘਰ ਵਿੱਚ ਜਾ ਕੇ ਰਾਤ ਗੁਜ਼ਾਰਦੇ ਐ ਤੇ ਉਸ ਘਰ ਵਿੱਚ ਅਗਲੇ ਦਿਨ ਗੰਗੂ ਨਾਲ ਮਿਲਾਪ ਹੁੰਦਾ ਹੈ। ਉਹ ਗੰਗੂ ਘਰ ਸਰਹੇੜੀ ਜਾਂਦੇ ਐ। ਉਥੋਂ ਉਹ ਮਾਇਆ ਦੇ ਲਾਲਚ ਵਿੱਚ ਸਾਹਿਬਜ਼ਾਦੇ ਤੇ ਮਾਤਾ ਜੀ ਨੂੰ ਕੈਦ ਕਰਾਉਂਦਾ ਹੈ ਤੇ ਅਗਲੇ ਦਿਨ ਮਾਤਾ ਜੀ ਮੋਰਿੰਡੇ ਥਾਣੇ ਵਿੱਚ ਰਾਤ ਕੱਟਦੇ। ਉਥੋਂ ਅਗਲੇ ਦਿਨ ਫਤਿਹਗੜ੍ਹ ਸਾਹਿਬ ਦੀ ਧਰਤੀ, ਸਰਹੰਦ ਦੀ ਧਰਤੀ ਤੇ ਆ ਜਾਂਦੇ ਐ। ਇਹ ਪਰਿਵਾਰ ਦਾ ਇੱਕ ਹਿੱਸਾ ਇੱਧਰ ਆਇਆ ਤੇ ਉਧਰ ਜਦੋਂ ਕਲਗੀਧਰ ਜੀ ਨੇ ਸਰਸਾ ਪਾਰ ਕੀਤੀ, ਦੋਨੇ ਵੱਡੇ ਸਾਹਿਬਜ਼ਾਦੇ 5 ਪਿਆਰੇ ਤੇ ਪਿਆਰੇ ਦਇਆ ਸਿੰਘ ਜੀ ਨੇ ਬਚਨ ਕੀਤਾ। ਪਿਆਰੇ ਦਇਆ ਸਿੰਘ ਜੀ ਕਹਿੰਦੇ, ਗੁਰੂ ਸਾਹਿਬ ਜੀ ਮਾਤਾ ਜੀ ਤੇ ਛੋਟੇ ਸਾਹਿਬਜ਼ਾਦੇ ਦਿਖਾਈ ਨਹੀਂ ਦਿੰਦੇ, ਮੈਨੂੰ ਆਗਿਆ ਦਿਓ ਮੈਂ ਪਿੱਛੇ ਜਾ ਕੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਲੱਭ ਕੇ ਲਿਆਵਾਂ। ਉਸ ਵੇਲੇ ਕਲਗੀਧਰ ਜੀ ਨੇ ਬਚਨ ਕੀਤਾ, ਕਹਿੰਦੇ ਦਇਆ ਸਿੰਘ ਜੀ ਜਿੰਨੇ ਦਰਸ਼ਨ ਅੱਜ ਤੱਕ ਤੁਸੀਂ ਮਾਤਾ ਜੀ ਦੇ ਤੇ ਸਾਹਿਬਜ਼ਾਦਿਆਂ ਦੇ ਕਰਨੇ ਸੀ ਉਹ ਹੋ ਲੈ, ਅੱਜ ਤੋਂ ਬਾਅਦ ਸਰੀਰ ਕਰਕੇ ਕਦੇ ਦਰਸ਼ਨ ਨਹੀਂ ਹੋਣੇ। ਮਹਾਰਾਜ ਨੂੰ ਆਉਣ ਵਾਲਾ ਸਮਾਂ ਪਹਿਲਾਂ ਪਤਾ ਹੈ, ਪਰ ਇਹ ਨਹੀਂ ਵੀ ਅਸੀਂ ਉਹ ਰਸਤਾ ਬਦਲ ਲਈਏ। ਕਿਉਂ? ਕਿਉਂਕਿ ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ। ਅਸੀਂ ਰੱਬ ਦੇ ਸ਼ਰੀਕ ਨਹੀਂ ਬਣਾਂਗੇ, ਜੋ ਉਹਦੀ ਲਿਖਤ ਹੈ ਉਹੀ ਹੋਏਗੀ। ਮਾਤਾ ਜੀਤਾ ਜੀ ਨੇ ਇਸੇ ਕਰਕੇ ਸਰੀਰ ਛੱਡਿਆ ਸੀ ਅਨੰਦਪੁਰ ਸਾਹਿਬ। ਉਹਨਾਂ ਨੂੰ ਪਹਿਲਾਂ ਹੀ ਸਾਰਾ ਅਭਿਆਸ ਹੋ ਗਿਆ ਸੀ। ਉਹ ਰਾਤ ਨੂੰ ਸੁੱਤਿਆਂ ਪਿਆਂ ਦੇ ਮੋਹਰੇ ਸਾਰਾ ਸੀਨ ਆ ਗਿਆ। ਆ ਕੇ ਮਹਾਰਾਜ ਨੂੰ ਪੁੱਛਦੇ ਆ, ਮਹਾਰਾਜ ਜੀ ਰਾਤ ਮੈਂ ਵੇਖਿਆ ਪਰਿਵਾਰ ਵਿਛੜ ਰਿਹਾ ਹੈ, ਰਾਤ ਮੈਂ ਵੇਖਿਆ ਕਿ ਸਾਹਿਬਜ਼ਾਦੇ ਨੀਹਾਂ 'ਚ ਚਿਣੇ ਜਾ ਰਹੇ, 2 ਸਾਹਿਬਜ਼ਾਦੇ ਚਮਕੌਰ ਦੀ ਗੜੀ 'ਚ ਸ਼ਹੀਦ ਹੋ ਰਹੇ। ਤੇ ਗੁਰੂ ਕਲਗੀਧਰ ਜੀ ਕਹਿੰਦੇ ਜੀਤਾ ਜੀ ਜੇ ਦੇਖਿਆ ਸੀ ਤੇ ਬੋਲਦੇ ਨਾ, ਜੇ ਦੇਖ ਹੀ ਲਿਆ ਸੀ ਬੋਲਣਾ ਨਹੀਂ ਸੀ, ਪਰ ਜੇ ਬੋਲਿਆ ਤੇ ਮੈਂ ਆਪ ਜੀ ਨੂੰ ਦੱਸ ਦਿਆਂ ਕਿ ਇਹ ਹੋਵੇਗਾ। ਹੁਣ ਅਨੰਦਪੁਰ ਸਾਹਿਬ ਰਹਿੰਦਿਆਂ ਨੂੰ ਹੀ ਪਤਾ ਹੈ ਮਹਾਰਾਜ ਨੂੰ। ਤੇ ਮਾਤਾ ਜੀਤਾ ਜੀ ਕਹਿੰਦੇ ਮੈਂ ਇਹ ਸਮਾਂ ਵੇਖ ਨਹੀਂ ਸਕਦੀ। ਛੋਟੇ ਸਾਹਿਬਜ਼ਾਦਿਆਂ ਨੂੰ ਦਾਦੀ ਮਾਂ ਦੀ ਗੋਦ 'ਚ
ਸੰਭਾਲ ਕੇ ਮਾਤਾ ਜੀਤ ਕੌਰ ਜੀ, ਜਿਨ੍ਹਾਂ ਦਾ ਨਾਮ ਹੈ ਜੀਤਾਂ ਤੋਂ ਜੀਤ ਕੌਰ ਜੀ ਸਜੇ ਸੀ, ਮਾਤਾ ਜੀਤ ਕੌਰ ਜੀ ਨੇ ਆਪਣਾ 5 ਭੂਤਕ ਸਰੀਰ ਤਿਆਗ ਦਿੱਤਾ ਸੀ ਆਨੰਦਪੁਰ ਸਾਹਿਬ ਕਿ ਮੈਂ ਆਉਣ ਵਾਲਾ ਸਮਾਂ ਨਹੀਂ ਵੇਖ ਸਕਦੀ। ਸ਼ਹਾਦਤ ਹੋ ਗਈ ਸੀ। ਕੱਲ ਬਾਬਾ ਰਾਮ ਸਿੰਘ ਜੀ ਚੜ੍ਹਾਈ ਕੀਤੇ ਹੈ ਨਾਨਕਸਰ ਵਾਲੇ। ਕਈ ਲੋਕ ਅੱਜ ਜਿਹੜੇ ਮਨਮਤੀਏ ਲੋਕ ਨੇ, ਉਹਨਾਂ ਨੇ ਪ੍ਰਚਾਰ ਸੋਸ਼ਲ ਮੀਡੀਆ ਤੇ ਕੀਤਾ। ਦੇਖੋ ਜੀ, ਇਹ ਤੇ ਖੁਦਕੁਸ਼ੀ ਹੈ, ਇਹ ਤੇ ਖੁਦਕੁਸ਼ੀ ਹੈ। ਪਰ ਪਿਆਰੇ, ਉਹਨਾਂ ਦੇ ਲਫ਼ਜ਼ ਪੜੋ, ਉਹਨਾਂ ਨੇ ਲਿਖਿਆ ਕੀ ਹੈ। ਜੋ ਉਹਨਾਂ ਦਾ ਨੋਟ ਹੈ ਕਿ ਕਿਸੇ ਨੇ ਆਪਣੇ ਪੁਰਸਕਾਰ ਵਾਪਸ ਕੀਤੇ, ਕਿਸੇ ਨੇ ਆਪਣੇ ਮੈਡਲ ਵਾਪਸ ਕੀਤੇ। ਕਹਿੰਦੇ ਮੈਂ ਕਿਸਾਨਾਂ ਨੂੰ ਦੁਖੀ ਨਹੀਂ ਦੇਖ ਸਕਦਾ, ਬੱਚੇ ਬੀਬੀਆਂ ਨੂੰ ਸੜਕਾਂ ਤੇ ਪਿਆਂ ਨੂੰ ਨਹੀਂ ਦੇਖ ਸਕਦਾ, ਮੈਂ ਆਪਣਾ ਜੀਵਨ ਰੱਬ ਨੂੰ ਮੋੜਦਾ ਆ। ਆਖੋ ਸਤਨਾਮ। ਇੱਕ ਹੁੰਦਾ ਹੈ ਘਰ ਦੇ ਕਰਜ਼ੇ ਤੋਂ ਤੰਗ ਹੋ ਕੇ ਖੁਦਕੁਸ਼ੀ ਕਰਨੀ। ਉਹਨਾਂ ਨੂੰ ਕਾਹਦਾ ਆਨੰਦ ਸੀ? ਲੋਕ ਮੱਥੇ ਟੇਕਦੇ ਸੀ, ਉਹਨਾਂ ਨੂੰ ਤਾਂ ਦੁੱਖ ਕੋਈ ਨਹੀਂ ਸੀ। ਇਦਾਂ ਜੇ ਕਹੀਏ ਦੁਨਿਆਵੀ ਦੁੱਖ ਕੋਈ ਨਹੀਂ। ਪਦਾਰਥ ਉਹਨਾਂ ਦੇ ਕੋਲ ਸੀ, ਲੱਖਾਂ ਕਰੋੜਾਂ ਰੁਪਈਆ ਦੀ ਜਾਇਦਾਦ ਉਹਨਾਂ ਦੇ ਕੋਲ, ਸੰਗਤਾਂ ਨੇ ਗੁਰੂ ਦੇ ਨਾਮ ਲਵਾਈ ਹੋਈ ਸੀ। ਉਹਨਾਂ ਨੂੰ ਜੇ ਦੁੱਖ ਸੀ ਤੇ ਇੱਕ ਸਾਡਾ ਤੁਹਾਡਾ ਦੁੱਖ ਸੀ, ਜਿਹੜੇ ਇੰਨੀ ਠੰਡ ਵਿੱਚ ਬੈਠੇ ਸਾਂ। ਤੇ ਪਿਆਰਿਓ, ਉਹ ਕਹਿੰਦੇ ਮੈਂ ਆਪਣੀ ਜੀਵਨ ਨੂੰ, ਆਪਣੀ ਆਤਮਾ ਨੂੰ ਉਸ ਪ੍ਰਮਾਤਮਾ ਨੂੰ ਮੋੜਦਾ, ਮੇਰੇ ਤੋਂ ਇਹ ਦੁੱਖ ਦੇਖਿਆ ਨਹੀਂ ਜਾਂਦਾ। ਵੱਡੇ ਅੱਖਰਾਂ ਦੇ ਵਿੱਚ ਉੱਪਰਲੇ ਸਿਖਰ ਦੇ ਉੱਤੇ ਉਹਨਾਂ ਦਾ ਨਾਮ ਸਦਾ ਚੇਤੇ ਰਹੂ। ਉਹਨਾਂ ਤੋਂ ਪਹਿਲਾਂ ਬਾਬਾ ਜੰਗ ਸਿੰਘ ਜੀ ਹੁੰਦੇ ਸੀ, ਉਹਨਾਂ ਦਾ ਜੀਵਨ ਪੜ੍ਹੋ। ਤੋਂ ਅੰਦੋਲਨ ਹੋਇਆ ਸੀ ਦਿੱਲੀ ਦੇ ਵਿੱਚ 1972 ਦੇ ਵਿੱਚ। ਉਹਨਾਂ ਨੇ ਵੀ ਛਾਤੀ ਅੱਗੇ ਕਰਕੇ ਫੌਜ ਦੀ ਗੋਲੀ ਖਾਧੀ ਸੀ। ਸੰਘਰਸ਼ ਵਿੱਚ ਉਦੋਂ ਵੀ ਕਿਸਾਨੀ ਸੰਘਰਸ਼ ਹੋਇਆ ਸੀ, ਉਦੋਂ ਵੀ ਉਹਨਾਂ ਨੇ ਕਿਸਾਨਾਂ ਦੇ ਨਾਲ ਆ ਕੇ ਪਾਰਲੀਮੈਂਟ ਘੇਰਨਾ ਸੀ। ਤੇ ਜਦੋਂ ਅੱਗਿਓਂ ਗੋਲੀਆਂ ਚੱਲੀਆਂ ਤੇ ਬਾਬਾ ਜੰਗ ਸਿੰਘ ਜੀ ਕਹਿੰਦੇ ਇਹਨਾਂ ਬੱਚਿਆਂ ਨੂੰ ਕਿਉਂ ਮਾਰਦੇ ਹੋ? ਛਾਤੀ ਅੱਗੇ ਕਹਿੰਦੇ ਆਪਣੇ ਕੱਪੜੇ ਪਾੜ ਕੇ ਨਾ ਇਦਾਂ ਜਿਹੜਾ ਚੋਲਾ ਪਾਇਆ ਸੀ ਛਾਤੀ ਅੱਗੇ ਕਰ ਦਿੱਤੀ ਸੀ ਵੀ ਪਹਿਲਾਂ ਮੇਰੇ ਗੋਲੀ ਮਾਰੋ। ਉਹ ਵੀ ਗੋਲੀ ਨਾਲ ਸ਼ਹੀਦ ਹੋਏ ਸੀ, ਜਿਹੜੇ ਬਾਬਾ ਰਾਮ ਸਿੰਘ ਜੀ ਤੋਂ ਪਹਿਲਾਂ ਉੱਥੇ ਸੇਵਾ ਕਰਦੇ ਹੁੰਦੇ ਸੀ। ਤਾਂ ਬਾਬਾ ਰਾਮ ਸਿੰਘ ਜੀ ਵੀ ਇੱਥੇ ਆਪਣਾ ਜੀਵਨ ਜਿਹੜਾ ਤੁਹਾਡੇ ਸਾਡੇ ਤੋਂ ਕੁਰਬਾਨ ਕਰਕੇ ਗਏ। ਹਰ ਗੱਲ ਦੇ ਦੋ ਪੱਖ ਹੁੰਦੇ ਹੈ, ਕੋਈ ਪਿਆਰ ਕਰਨ ਵਾਲਾ ਹੁੰਦਾ ਹੈ, ਕੋਈ ਨਿੰਦਿਆ ਕਰਨ ਵਾਲਾ ਵੀ ਹੁੰਦਾ ਹੈ। ਹਰ ਕਿਸੇ ਨੂੰ ਹੁੰਦਾ ਮੈਂ ਕੋਈ ਵੱਖਰੀ ਗੱਲ ਕਰਾਂ, ਲੋਕ ਮੈਨੂੰ ਦੇਖਣ ਕਿ ਮੈਂ ਬੜੀ ਚੰਗੀ ਗੱਲ ਕੀਤੀ ਹੈ। ਪਰ ਆਪਣੇ ਸਰੀਰ ਨੂੰ ਕਿਸੇ ਲਈ ਖਤਮ ਕਰਨਾ, ਇਹ ਗੁਰੂ ਤੇਗ ਬਹਾਦਰ ਸਾਹਿਬ ਤੋਂ ਸਿੱਖਿਆ ਜਾਂਦਾ। ਆਖੋ ਸਤਨਾਮ। ਹੁਣ ਰਾਤ ਆਪਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਨੂੰ ਸਰਵਣ ਕੀਤਾ, ਸ਼ਹਾਦਤ ਨੂੰ। ਮੈਨੂੰ ਦੱਸੋ ਮਹਾਰਾਜ ਨੂੰ ਕਾਹਦਾ ਦੁੱਖ ਸੀਗਾ ਬਈ? ਜਦ ਸਿੱਖ ਕੌਮ ਨੂੰ ਕੀ ਭੀੜ ਪੈ ਗਈ ਸੀ ਉਦੋਂ? ਕੁਝ ਵੀ ਨਹੀਂ। ਹਿੰਦ ਦੀ ਚਾਦਰ ਬਣ ਕੇ, ਧਰਮ ਦੀ ਚਾਦਰ ਬਣ ਕੇ ਮਹਾਰਾਜ ਨੇ ਉਹਨਾਂ ਖਾਤਰ ਆਪਣਾ ਬਲਿਦਾਨ ਇਨਸਾਨੀਅਤ ਲਈ ਦੇ ਦਿੱਤਾ ਕਿ ਅਸੀਂ ਉਹਨਾਂ ਨੂੰ ਵੀ ਆਤਮ ਹੱਤਿਆ ਕਵਾਂਗੇ? ਨਹੀਂ, ਉਹ ਆਪਣੀ ਮਰਜ਼ੀ ਨਾਲ ਆਏ ਸੀ। ਭਾਈ ਇਹਨਾਂ ਤੇ ਜ਼ੁਲਮ ਕਰਨਾ ਬੰਦ ਕਰ, ਤੇ ਜੇ ਤੈਨੂੰ ਖੂਨ ਦੀ ਪਿਆਸ ਹੈ ਤੇ ਸਾਡਾ ਖੂਨ ਲੈ ਲੈ। ਗੁਰੂ ਅਰਜਨ ਦੇਵ ਮਹਾਰਾਜ ਨੇ ਸ਼ਹਾਦਤ ਦਿੱਤੀ, ਉਹਨਾਂ ਨੇ ਸ਼ਹਾਦਤ ਦਿੱਤੀ, ਉਸ ਤੋਂ ਬਾਅਦ ਹੀ ਸਾਨੂੰ ਸ਼੍ਰੀ ਸਾਹਿਬ ਮਿਲੀ। ਆਖੋ ਸਤਨਾਮ। ਜਦੋਂ ਡੁੱਲਦਾ ਖੂਨ ਸ਼ਹੀਦਾਂ ਦਾ, ਪੜ੍ਹ ਲਈਏ ਸਾਰੇ ਜਾਣੇ ਨਾਲ, ਸਾਥ ਦਿਆ ਕਰੋ। ਜਦੋਂ ਡੁੱਲਦਾ ਖੂਨ ਸ਼ਹੀਦਾਂ ਦਾ, ਡੁੱਲਦਾ ਖੂਨ ਸ਼ਹੀਦਾਂ ਦਾ, ਡੁੱਲਦਾ ਖੂਨ ਸ਼ਹੀਦਾਂ ਦਾ, ਜਦੋਂ ਡੁੱਲਦਾ ਖੂਨ ਸ਼ਹੀਦਾਂ ਦਾ, ਜਦ ਡੁੱਲਦਾ ਖੂਨ ਸ਼ਹੀਦਾਂ ਦਾ, ਡੁੱਲਦਾ ਖੂਨ ਸ਼ਹੀਦਾਂ ਦਾ, ਡੁੱਲਦਾ ਖੂਨ ਸ਼ਹੀਦਾਂ ਦਾ, ਡੁੱਲਦਾ ਖੂਨ ਸ਼ਹੀਦਾਂ ਦਾ। ਤਕਦੀਰ ਬਦਲਦੀ ਕੌਮਾਂ ਦੀ, 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 ਤਕਦੀਰ ਬਦਲਦੀ ਕੌਮਾਂ ਦੀ। ਜਦੋਂ ਡੁੱਲਦਾ ਖੂਨ ਸ਼ਹੀਦਾਂ ਦਾ, ਡੁੱਲਦਾ ਖੂਨ ਸ਼ਹੀਦਾਂ ਦਾ, ਡੁੱਲਦਾ ਖੂਨ ਸ਼ਹੀਦਾਂ ਦਾ, ਡੁੱਲਦਾ ਖੂਨ ਸ਼ਹੀਦਾਂ ਦਾ। ਜੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸ਼ਹਾਦਤ ਦਿੱਤੀ ਤੇ ਮੀਰੀ ਪੀਰੀ ਦਾ ਸਿਧਾਂਤ ਮਿਲਿਆ। ਜੇ ਉਹਨਾਂ ਨੇ ਸ਼ਹਾਦਤ ਦਿੱਤੀ ਤੇ ਮਾਲਾ ਨਾਲ ਤਲਵਾਰ ਸ਼੍ਰੀ ਸਾਹਿਬ ਮਿਲੀ। ਇੱਥੇ ਮੈਂ ਇੱਕ ਬੇਨਤੀ ਤੁਹਾਡੇ ਚਰਨਾਂ 'ਚ ਕਰਦਾ ਹਾਂ। ਇੱਕ ਕਿਰਪਾਨ ਹੈ, ਇੱਕ ਤਲਵਾਰ ਹੈ, ਸ਼ਸਤਰ ਇੱਕੋ ਹੀ ਹੈ। ਪਰ ਜਦੋਂ ਕਿਸੇ ਧਰਮੀ ਦੇ ਹੱਥ 'ਚ ਆਉਂਦੀ ਹੈ, ਉਹ ਕਿਰਪਾਨ ਬਣ ਕੇ ਕੰਮ ਕਰਦੀ ਹੈ, ਤੇ ਜਦੋਂ ਕਿਸੇ ਅਧਰਮੀ ਦੇ ਹੱਥ 'ਚ ਆਉਂਦੀ ਹੈ,
ਉਹ ਤਲਵਾਰ ਬਣ ਕੇ ਕੰਮ ਕਰਦੀ ਹੈ। ਤਲਵਾਰ ਜ਼ੁਲਮ ਕਰਨ ਵਾਲੀ ਨੂੰ ਕਿਹਾ ਜਾਂਦਾ ਹੈ, ਬੇਕਸੂਰਾਂ ਨੂੰ ਵੱਢਣ ਵਾਲੀ ਨੂੰ ਕਿਹਾ ਜਾਂਦਾ ਹੈ। ਕਿਰਪਾਨ ਕਿਸੇ ਦੀ ਰਾਖੀ ਜਿਹੜੀ ਕਰਦੀ ਉਹ ਕਿਰਪਾ ਕਰਦੀ ਹੈ, ਕਿਰਪਾਨ ਹੁੰਦੀ ਹੈ। ਸ਼ਸਤਰ ਇੱਕੋ ਹੀ ਹੈ, ਪਰ ਉਹ ਦੇਖਿਆ ਜਾਵੇਗਾ ਵਰਤਿਆ ਕਿਸ ਹਿਸਾਬ ਨਾਲ ਜਾ ਰਿਹਾ। ਹੁਣ ਹਥਿਆਰ ਚੋਰ ਕੋਲ ਵੀ ਹੁੰਦਾ ਹੈ, ਹਥਿਆਰ ਡਾਕਟਰ ਕੋਲ ਵੀ ਹੁੰਦਾ ਹੈ। ਚੋਰ ਕਿਸੇ ਦੇ ਪੇਟ 'ਚ ਛੁਰਾ ਮਾਰੇ, ਬੰਦਾ ਬਚ ਜੇ, ਅਸੀਂ ਇਹ ਨਹੀਂ ਕਵਾਂਗੇ ਕਿ ਚੋਰ ਬੜਾ ਚੰਗਾ ਸੀ, ਅਸੀਂ ਤਾਂ ਵੀ ਉਹਦੇ ਤੇ ਕੇਸ ਕਰਾਂਗੇ, ਤਾਂ ਵੀ ਉਹਨੂੰ ਸਜ਼ਾ ਦਵਾਵਾਂਗੇ। ਪਰ ਜੇ ਡਾਕਟਰ ਕਿਸੇ ਦਾ ਕਿਸੇ ਕਾਰਨ ਆਪਰੇਸ਼ਨ ਕਰੇ ਤੇ ਬੰਦਾ ਮਰ ਜੇ, ਅਸੀਂ ਡਾਕਟਰ ਨੂੰ ਕਦੇ ਮਾੜਾ ਨਹੀਂ ਕਹਿ ਸਕਦੇ। ਕਿਉਂ? ਉਹਦੀ ਭਾਵਨਾ ਬਚਾਉਣ ਦੀ ਸੀ। ਆਖੋ ਸਤਨਾਮ ਵਾਹਿਗੁਰੂ। ਸ਼ਸਤਰ ਦੇ ਪਿੱਛੇ ਭਾਵਨਾ ਕੀ ਹੈ? ਮਾਰਨ ਦੀ ਹੈ ਕਿ ਬਚਾਉਣ ਦੀ ਹੈ? ਉਸ ਹਿਸਾਬ ਨਾਲ ਸ਼ਸਤਰ ਨੂੰ ਵਰਤਿਆ ਜਾਂਦਾ ਹੈ। ਔਰੰਗਜ਼ੇਬ ਜ਼ੁਲਮ ਕਰਨ ਲਈ ਵਰਤਦਾ ਸੀ, ਕਲਗੀਧਰ ਜੀ ਜ਼ੁਲਮ ਰੋਕਣ ਲਈ ਵਰਤਦੇ ਸੀ। ਹੈ ਤੇ ਦੋਨਾਂ ਕੋਲ ਹੀ ਉਹ ਸ਼੍ਰੀ ਸਾਹਿਬ ਹੈ, ਪਰ ਗੁਰੂ ਸਾਹਿਬ ਦੇ ਹੱਥ 'ਚ ਕਿਰਪਾ ਕਰਦੀ ਹੈ ਤੇ ਔਰੰਗਜ਼ੇਬ ਦੇ ਹੱਥ 'ਚ ਉਹ ਜ਼ੁਲਮ ਕਰਦੀ ਹੈ। ਬਸ ਫਰਕ ਇਹ ਹੈ, ਅੱਜ ਜਿਹੜੇ ਬੰਦੇ ਜ਼ੁਲਮ ਕਰਦੇ ਨੇ ਉਹ ਤਲਵਾਰਾਂ ਵਾਲੇ ਨੇ, ਤੇ ਜਿਹੜੇ ਬੰਦੇ ਡਟ ਕੇ ਪਹਿਰੇਦਾਰੀ ਕਰ ਰਹੇ ਨੇ ਉਹ ਕਿਰਪਾਨ ਲੈ ਕੇ ਕਰ ਰਹੇ ਨੇ। ਤੇ ਸ਼ਸਤਰ ਕੇ ਅਧੀਨ ਹੈ ਰਾਜ। ਮਹਾਰਾਜ ਨੇ ਬੜੇ ਬਚਨ ਕੀਤੇ ਨੇ ਬਾਣੀ 'ਚ। ਮਹਾਰਾਜ ਕਹਿੰਦੇ ਨੇ ਖਗ ਖੰਡ ਬਿਹੰਡੰ ਖਲਦਲ ਖੰਡੰ ਅਤਰਣ ਮੰਡੰ ਬਰ ਭੰਡੰ ਭੁਜ ਦੰਡ ਅਖੰਡੰ ਦੇ ਤੇਜ ਪ੍ਰਚੰਡੰ। ਮਹਾਰਾਜ ਕਹਿੰਦੇ ਨੇ ਸ਼ਸਤਰ ਜਿੰਨਾ ਚਿਰ ਤੇਰੇ ਕੋਲ ਨੇ, ਇਹਨਾਂ ਨੂੰ ਪੀਰ ਕਰਕੇ ਪੂਜਾ ਕਰੀ ਇਹਨਾਂ ਦੀ। ਅਸ ਕਿਰਪਾਨ ਖੰਡੋ ਖੜਗ ਤੁਪਕ ਤਵਰ ਅਰ ਤੀਰ ਸਹਿਬ ਸਰੋਹੀ ਸਹਿਥੀ ਯਹ ਹਮਾਰੇ ਪੀਰ। ਕਹਿੰਦੇ ਪੀਰ ਨੇ, ਇਹਨਾਂ ਤੋਂ ਬਿਨਾਂ ਕਦੇ ਵੀ ਤੁਹਾਨੂੰ ਸ਼ਾਂਤੀ ਨਹੀਂ ਮਿਲ ਸਕਦੀ। ਸੰਤ ਗਿਆਨੀ ਜਰਨੈਲ ਸਿੰਘ ਜੀ ਨੂੰ ਸਵਾਲ ਕੀਤਾ ਸੀ, ਜੇਠ ਮਲਾਨੀ ਨੇ, ਮਰ ਗਿਆ ਪਿੱਛੇ ਜੇ, ਬੜਾ ਵੱਡਾ ਵਕੀਲ ਸੀ। ਉਹ ਸੰਤ ਜਰਨੈਲ ਸਿੰਘ ਜੀ ਨੂੰ ਕਹਿੰਦਾ, ਜੀ ਤੁਸੀਂ ਲੋਕਾਂ ਨੂੰ ਕਹਿੰਦੇ ਹੋ ਹਥਿਆਰ ਰੱਖੋ, ਇਹਦੇ ਨਾਲ ਤੇ ਅਸ਼ਾਂਤੀ ਫੈਲ ਜੂ ਦੇਸ਼ 'ਚ। ਸੰਤ ਕਹਿੰਦੇ ਨਹੀਂ, ਸ਼ਾਂਤੀ ਫੈਲੇਗੀ। ਉਹ ਫਿਰ ਕਹਿੰਦਾ ਜੀ ਅਸ਼ਾਂਤੀ ਫੈਲੇਗੀ। ਸੰਤ ਕਹਿੰਦੇ ਨਹੀਂ, ਸ਼ਾਂਤੀ ਫੈਲੇਗੀ। ਹੁਣ ਤੀਜੀ ਵਾਰੀ ਕਿਹਾ ਜੀ ਹਥਿਆਰ ਨਾਲ ਅਸ਼ਾਂਤੀ ਫੈਲੇਗੀ। ਸੰਤ ਕਹਿੰਦੇ ਨਹੀਂ, ਸ਼ਾਂਤੀ ਫੈਲੇਗੀ। ਕਹਿੰਦਾ ਦੱਸੋ ਜੀ ਫਿਰ ਸ਼ਾਂਤੀ ਕਿੱਦਾਂ ਫੈਲਦੀ ਹੈ? ਹਥਿਆਰ ਰੱਖਣ ਨਾਲ। ਤੇ ਸੰਤ ਗਿਆਨੀ ਜਰਨੈਲ ਸਿੰਘ ਜੀ ਕਹਿੰਦੇ ਸਰਕਾਰ ਨੂੰ ਕਹੋ ਜਿੰਨੀਆਂ ਤੁਹਾਡੀ ਬਾਰਡਰਾਂ ਤੇ ਤੋਪਾਂ ਤੇ ਗੰਨਾਂ ਲੱਗੀਆਂ ਸਭ ਲੈ ਕੇ ਘਰ ਨੂੰ ਆ ਜਾਓ, ਅਗਲੇ ਚੰਗੀ ਤਰ੍ਹਾਂ ਸ਼ਾਂਤੀ ਕਰ ਦੇਣਗੇ। ਆਖੋ ਸਤਨਾਮ ਬਈ ਜੇ ਸ਼ਾਂਤੀ ਹਥਿਆਰਾਂ ਉੱਥੇ ਬਾਰਡਰ ਤੇ ਬੈਠੇ ਹਥਿਆਰ ਲੈ ਕੇ, ਤਾਂ ਹੀ ਇੱਥੇ ਸ਼ਾਂਤੀ ਹੈ ਦੇਸ਼ 'ਚ। ਜੇ ਉਹ ਆ ਜਾਣਗੇ ਹਥਿਆਰ ਚੱਕ ਕੇ ਉਧਰੋਂ, ਕਾਹਦੀ ਸ਼ਾਂਤੀ ਰਹਿ ਜੂਗੀ? 2 ਮਿੰਟ ਨਹੀਂ ਲਾਉਣਗੇ ਅਗਲੇ। ਸ਼ਸਤਰ ਹੈ ਤਾਂ ਸ਼ਾਂਤੀ ਹੈ, ਇਹ ਸਾਡੀ ਰਾਖੀ ਕਰਦੇ ਹੈ। ਅੱਜ ਅੰਨਾ ਹਜ਼ਾਰੇ ਭਾਵੇਂ ਤੁਰਿਆ ਜਾਵੇ, ਉਹ ਗਾਂਧੀਵਾਦੀ ਹੈ, ਪਰ ਉਹਨੂੰ ਬਚਾਉਣ ਨੂੰ ਵੀ ਆਲੇ ਦੁਆਲੇ ਬੰਦੂਕਾਂ ਵਾਲੇ ਹੁੰਦੇ ਆ। ਆਖੋ ਸਤਨਾਮ। ਉਹ ਕਲਗੀਧਰ ਦੀ ਸੋਚ ਵੀ ਉਹਦੇ ਨਾਲ ਹੀ ਹੈ, ਉਹ ਕੱਲਾ ਕੁਝ ਨਹੀਂ ਕਰ ਸਕਦਾ। ਅੱਜ ਜਿੰਨਾ ਮਰਜ਼ੀ ਕੋਈ ਕਹੀ ਜਾਵੇ ਮੈਂ ਤੇ ਜੀ ਗਾਂਧੀਵਾਦੀ ਆ, ਪਰ ਉਹਨੂੰ ਬਚਾਉਣ ਨੂੰ ਵੀ ਨਾਲ ਪੁਲਿਸ ਵਾਲੇ ਤੁਰੇ ਹੁੰਦੇ ਆ। ਉਹਨਾਂ ਕੋਲ ਵੀ ਸ਼ਸਤਰ ਹੁੰਦੇ ਆ। ਸ਼ਸਤਰਾਂ ਬਿਨਾਂ ਸ਼ਾਂਤੀ ਨਹੀਂ ਹੈ। ਅਸੀਂ ਆਪ ਆਪਣੇ ਸ਼ਸਤਰ ਪਹਿਨਣੇ ਬੰਦ ਕਰ ਦਿੱਤੇ ਹੈ। ਮਹਾਰਾਜ ਨੇ ਸਾਨੂੰ 3 ਫੁੱਟ ਦੀ ਸ਼੍ਰੀ ਸਾਹਿਬ, ਘੱਟੋ ਘੱਟ 9 ਇੰਚ ਦੀ ਸ਼੍ਰੀ ਸਾਹਿਬ ਤੇਰੇ ਕੋਲ ਅੰਮ੍ਰਿਤ ਧਾਰੀ ਦੇ ਹਰ ਵੇਲੇ ਹੋਵੇ। ਕਿਸੇ ਦੇ ਹੱਥਾਂ 'ਲ ਦੇਖੇਗਾ। ਭਾਈ ਗੁਰਦਾਸ ਜੀ ਕਹਿੰਦੇ ਹੈ ਕਿ ਫੌਜ ਚੜ ਕੇ ਆ ਜਾਵੇ ਤੇ ਤੂੰ ਕਵੇਂ ਰੁਕ ਲਾ, ਹਜੇ ਮੈਨੂੰ ਗੱਤਕਾ ਸਿੱਖ ਲੈਣ ਦਿਓ ਪਹਿਲਾਂ। ਅਗਲੇ ਸਿੱਖਣ ਦੇਣਗੇ। ਘਰ ਨੂੰ ਅੱਗ ਲੱਗ ਜੇ, ਤੁਸੀਂ ਕਹੋ ਸਾਹ ਲਓ, ਮੈਂ ਖੂਹ ਪੱਟ ਕੇ ਪਾਣੀ ਕੱਢ ਲਵਾਂ ਵਿੱਚੋਂ ਖੂਹ ਦਿਓ, ਫੇ ਖੜੇ ਪੈਰ ਕੁਛ ਨਹੀਂ ਹੁੰਦਾ। ਆਖੋ ਸਤਨਾਮ। ਇਹ ਕਲਗੀਧਰ ਜੀ ਕਹਿੰਦੇ ਸਿੱਖਾ, ਤੇਰਾ ਮੈਂ ਸੁਭਾਅ ਸੂਰਜ ਵਰਗਾ ਵੀ ਬਣਾਵਾਂਗਾ ਤੇ ਚੰਦਰਮਾ ਵਰਗਾ ਵੀ ਬਣਾਵਾਂਗਾ। ਭਾਵ ਕੱਲਾ ਸੂਰਜ ਵਰਗੇ ਵੀ ਨਹੀਂ ਬਣਨਾ। ਇੰਨੀ ਤਪਸ਼ਨਾ ਆ ਜਾਵੇ ਤੁਹਾਡੇ 'ਚ ਕਿ ਤੁਹਾਡੇ ਨੇੜੇ ਹੀ ਕੋਈ ਨਾ ਆਵੇ। ਸੂਰਜ ਤੇ ਕੋਈ ਨਹੀਂ ਜਾ ਸਕਦਾ, ਉਹ ਮਗਦਾ ਬਹੁਤ ਹੈ। ਤੇ ਚੰਦਰਮਾ ਜਿੰਨੇ ਠੰਡੇ ਵੀ ਨਾ ਹੋ ਜਿਓ ਕਿ ਜਿਹੜਾ ਆਵੇ 4 ਚਪੇੜਾ ਮਾਰ ਕੇ ਖੋਹ ਕੇ ਲੈ ਜਾਵੇ ਸਾਰਾ ਕੁਝ। ਅੱਜ ਜੇ ਚੰਦਰਮਾ ਠੰਡਾ ਹੈ ਤੇ ਲੋਕ ਮਿੱਟੀ ਪੱਟ ਕੇ ਲੈ ਆਏ। ਜੇ ਸੂਰਜ ਗਰਮ ਹੈ, ਉਹ ਨੇੜੇ ਨਹੀਂ ਜਾਣ ਦਿੰਦਾ ਕਿਸੇ ਨੂੰ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਆਪਣੇ ਜੀਵਨ ਵਿੱਚ ਦੋਨੇ ਸੁਭਾਅ ਰੱਖੀ। ਸੰਤ ਵੀ ਬਣਨਾ ਨਾਲ ਸਿਪਾਹੀ ਵੀ ਬਣਨਾ ਹੈ। ਸੰਤ ਵੀ ਬਣਨਾ ਨਾਲ ਸਿਪਾਹੀ ਦਾ ਗੁਣ ਵੀ ਚਾਹੀਦਾ ਹੈ ਕਿ ਜਦੋਂ ਤੂੰ ਬੰਦਗੀ ਕਰੇ, ਬਹਿ ਕੇ ਸਿਮਰਨ ਕਰੇ, ਉਦੋਂ ਤੇਰੀ ਅਵਸਥਾ ਸੰਤ ਵਾਲੀ ਚਾਹੀਦੀ ਹੈ। ਤੇ ਜਦੋਂ ਭੀੜ ਪੈ ਜਾਵੇ ਫਿਰ ਸ਼ਸਤਰ ਚੱਕ, ਫਿਰ ਸਿਪਾਹੀ ਵੀ ਬਣਨਾ ਪੈਣਾ। ਦੋਨੇ ਤੈਨੂੰ ਸੁਭਾਅ ਮਹਾਰਾਜ ਨੇ ਦਿੱਤੇ ਹੋਏ ਹੈ। ਰਹੋ ਵਿਚਾਰ। ਹੁਣ ਕਲਗੀਧਰ ਪਾਤਸ਼ਾਹ ਚਮਕੌਰ ਦੀ ਗੜੀ 'ਚ ਪਹੁੰਚਦੇ ਹੈ
ਤੇ ਨਾਲ ਸਿੰਘ, ਨਾਲ 2 ਵੱਡੇ ਸਾਹਿਬਜ਼ਾਦੇ। ਤੇ ਮਹਾਰਾਜ ਜੀ ਕੱਚੀ ਗੜੀ 'ਚ ਜਦੋਂ ਪਹੁੰਚ ਗਏ, ਉੱਥੇ ਆਲੇ ਦੁਆਲੇ ਦੇ ਪਿੰਡਾਂ ਵਾਲਿਆਂ ਨੂੰ ਪਤਾ ਲੱਗਿਆ ਕਿ ਮਹਾਰਾਜ ਜੀ ਆਏ ਹੈ। ਕਿਸੇ ਨੇ ਦੁੱਧ ਦੀ ਸੇਵਾ ਕਰਨੀ ਚਾਹੀ, ਕਿਸੇ ਨੇ ਪ੍ਰਸ਼ਾਦੇ ਪਕਾ ਕੇ ਸੇਵਾ ਕਰਨੀ ਚਾਹੀ। ਰਾਤ ਬਰਾਤੇ ਲੰਗਰ ਪਹੁੰਚਾਇਆ। ਅਗਲਾ ਦਿਨ ਹੋਇਆ 10 ਲੱਖ ਫੌਜ ਦਾ ਘੇਰਾ ਪਿਆ। 10 ਲੱਖ ਫੌਜ, ਜਿਹੜਾ ਇੱਕ ਬਚਨ ਪੜ੍ਹਦੇ ਨਾ ਜੀ ਆਪਾਂ, 1.25 लाख से एक लड़ाऊं तबै गोबिंद सिंह नाम कहाऊं, ਇਹ ਚਮਕੌਰ ਦੀ ਗੜੀ 'ਚ ਮਹਾਰਾਜ ਨੇ ਸਾਬਤ ਕੀਤਾ। ਹੁਣ ਕੀ ਸਾਬਤ ਕੀਤਾ ਪਾਤਸ਼ਾਹ ਨੇ? ਇੱਕ ਮੈਂ ਇੱਥੇ ਗੱਲ ਹੋਰ ਮਹਾਰਾਜ ਦੇ ਜੀਵਨ 'ਚੋਂ ਬਾ ਕਮਾਲ ਗੱਲ ਹੈ। ਕਲਗੀਧਰ ਜੀ ਨੇ ਜਦੋਂ ਅੰਮ੍ਰਿਤ ਦੀ ਦਾਤ ਦਿੱਤੀ, ਪਹਾੜੀ ਰਾਜੇ ਅੰਮ੍ਰਿਤ ਛਕਣ ਆ ਗਏ। ਪਹਾੜੀ ਰਾਜੇ ਵੀ ਅੰਮ੍ਰਿਤ ਛਕਣ ਆਏ ਜਦੋਂ ਅੰਮ੍ਰਿਤ ਦੀ ਦਾਤ ਦਿੱਤੀ। ਬਾਅਦ ਵਿੱਚ ਰੋਜ਼ਾਨਾ ਅੰਮ੍ਰਿਤ ਸੰਚਾਰ ਹੁੰਦਾ ਸੀ। ਪਹਾੜੀ ਰਾਜੇ ਆਏ, ਮਹਾਰਾਜ ਦਾ ਇੱਦਾਂ ਤੰਬੂ ਲੱਗਾ ਹੋਇਆ, 5 ਪਿਆਰੇ ਸਹਿਬਾਨ ਅੰਮ੍ਰਿਤ ਦੀ ਦਾਤ ਦਿੰਦੇ ਸਨ। ਤੇ ਉਸ ਵੇਲੇ ਵਿੱਚ ਗਰੀਬ ਲੋਕ ਵੀ ਖੜੇ ਸਨ ਅੰਮ੍ਰਿਤ ਪ੍ਰਾਪਤ ਕਰਨ ਲਈ। ਤੇ ਰਾਜਿਆਂ ਨੇ ਜਦੋਂ ਉਹਨਾਂ ਗਰੀਬਾਂ ਵੱਲ ਵੇਖਿਆ, ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਇਹਨਾਂ ਨੂੰ ਬਾਹਰ ਕੱਢੋ, ਅਸੀਂ ਫੇਰ ਛਕਾਂਗੇ। ਮਹਾਰਾਜ ਕਹਿੰਦੇ ਕਿਉਂ? ਕਹਿੰਦੇ ਜੀ ਇੱਕੋ ਬਾਟੇ 'ਚ ਤੁਸੀਂ ਸਾਰਿਆਂ ਨੂੰ ਛਕਾਉਂਦੇ ਹੋ, ਇਹ ਨੀਚ ਜਾਤ ਦੇ ਲੋਕ ਨੇ, ਅਸੀਂ ਇਹਨਾਂ ਦਾ ਜੂਠਾ ਕਿੱਦਾਂ ਛਕ ਲਈਏ? ਅਸੀਂ ਇਹਨਾਂ ਨੀਚਾਂ ਦਾ ਜੂਠਾ ਨਹੀਂ ਛਕ ਸਕਦੇ। ਮਹਾਰਾਜ ਕਹਿੰਦੇ ਇਹ ਬਾਹਰ ਨਹੀਂ ਜਾਣਗੇ, ਤੁਸੀਂ ਜਾਓਗੇ। ਤੁਹਾਨੂੰ ਜਾਤ ਦਾ ਮਾਣ ਹੈ, ਵੱਡੇ ਹੋਣ ਦਾ ਮਾਣ ਹੈ, ਤੁਸੀਂ ਬਾਹਰ ਜਾਓ। ਇਨ ਗਰੀਬ ਸਿੱਖਣ ਕੋ ਦੇਉ ਪਾਤਸ਼ਾਹੀ, ਯਾਦ ਕਰੇ ਹਮਰੀ ਗੁਰੇ ਆਈ, ਇਨਹੀ ਕੋ ਸਰਦਾਰ ਬਣਾਉ ਤਬੈ ਗੋਬਿੰਦ ਸਿੰਘ। ਕਹਿੰਦੇ ਜਿਨ੍ਹਾਂ ਨੂੰ ਤੁਸੀਂ ਪੈਰਾਂ 'ਚ ਰੋਲਦੇ ਹੋ ਨਾ, ਇਹਨਾਂ ਨੂੰ ਮੈਂ ਸਰਦਾਰੀਆਂ ਦੇਣੀਆਂ। ਤੇ ਅੱਜ ਵੀ ਵੇਖ ਲਓ, ਜਿਹਦੇ ਨਾਲ ਬੰਦਾ ਵਧੀਕੀ ਕਰਦਾ ਨਾ, ਮਾੜਾ ਸਮਝ ਕੇ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਲਤਾੜਦਾ ਪੈਰਾਂ 'ਚ, ਇੱਕ ਦਿਨ ਉਹ ਆ ਜਾਂਦਾ, ਅਗਲੇ ਦਾ ਅਗਲਾ ਰਾਜ ਕਰਨ ਲੱਗ ਜਾਂਦਾ। ਅੱਜ ਵੀ ਕਿਸੇ ਨੂੰ ਲਤਾੜਾਂਗੇ, ਮਹਾਰਾਜ ਅੱਜ ਵੀ ਉਹਨੂੰ ਮਾਣ ਬਾਅਦ 'ਚ ਬਖਸ਼ਦਾ ਹੈ। ਐਸਾ ਘਰ ਹੈ ਇਹ ਜਿੱਥੇ ਮਹਾਰਾਜ ਨੇ ਨਿਮਾਣਿਆਂ ਨੂੰ ਮਾਣ ਬਖਸ਼ਿਆ ਹੈ। ਹੁਣ ਕਲਗੀਧਰ ਪਾਤਸ਼ਾਹ ਜੀ ਨਾਲ 40 ਸਿੰਘ, ਕਲਗੀਧਰ ਪਾਤਸ਼ਾਹ, ਉਹਨਾਂ 40 ਦੇ ਵਿੱਚ ਹੀ 5 ਪਿਆਰੇ ਨੇ, ਵਿੱਚ ਹੀ 2 ਵੱਡੇ ਸਾਹਿਬਜ਼ਾਦੇ ਨੇ, ਤੇ ਨਾਲ ਕਲਗੀਧਰ ਜੀ ਪਾਤਸ਼ਾਹ ਨੇ। ਜਦੋਂ ਅੰਦਰ 41 ਜਾਣਿਆਂ ਦਾ ਜਥਾ ਹੈ, 40 ਸਿੰਘ, ਇੱਕ ਗੁਰੂ ਸਾਹਿਬ ਜੀ ਆਪ, ਤੇ 10 ਲੱਖ ਫੌਜਾਂ ਦਾ ਘੇਰਾਬੰਦੀ ਹੋ ਗਈ। ਜਫਰਨਾਮੇ 'ਚ ਮਹਾਰਾਜ ਨੇ ਇਹੀ ਬਚਨ ਕੀਤਾ ਸੀ। ਜਿਹੜੀ ਸੰਗਤ ਬਾਹਰ ਹੈ, ਮੈਂ ਬੇਨਤੀ ਕਰਦਾ ਬਹਿ ਜਾਓ, ਆਪਣੇ ਕੋਲ ਜਗ੍ਹਾ ਹੈਗੀ, ਆ ਜਾਓ ਇੱਧਰ ਮੇਰੇ ਲਾਗੇ ਆ ਜਾਓ, ਥੋੜਾ ਗਾਂ ਨੂੰ ਹੋ ਜਾਓ, ਬੈਠ ਜਾਓ, ਕੋਈ ਗੱਲ ਨਹੀਂ, 10-15 ਮਿੰਟ, ਅੱਧਾ ਘੰਟਾ, ਜਿੰਨਾ ਵੀ ਮਹਾਰਾਜ ਬਖਸ਼ਦੇ ਆ। ਥੋੜਾ ਅੱਗੇ ਨੂੰ ਆ ਜਾਓ, ਜਗ੍ਹਾ ਬਣਾ ਦਿਓ, ਸੰਗਤ ਖੜੀ ਨਾ ਹੋਵੇ, ਬਹਿ ਜਾਓ। ਜੇ ਨਾ ਜਗ੍ਹਾ ਹੋਵੇ ਫਿਰ ਤੇ ਚਲੋ ਬੈਠਣ ਦਾ ਯਤਨ ਕਰੀਏ, ਇਕਾਗਰਤਾ ਬਣਾਇਓ। ਹੁਣ ਜਦੋਂ ਕਲਗੀਧਰ ਪਾਤਸ਼ਾਹ ਜੀ ਆ ਕੇ ਸਿੰਘ ਪੁੱਛਦੇ ਆ, ਪਾਤਸ਼ਾਹ ਜੀ ਅਗਲੀ ਰਣਨੀਤੀ ਕੀ ਹੈ? ਹੁਣ ਅਗਲੀ ਵਿਉਂਤਬੰਦੀ ਕੀ ਹੈ? 10 ਲੱਖ ਫੌਜ ਹੈ, ਆਪਾਂ ਅੰਦਰ ਸਾਰੇ 40 ਤੋਂ 41 ਜਾਣੇ। ਮਹਾਰਾਜ ਕਹਿੰਦੇ ਨੇ 5-5, 7-7 ਸਿੰਘਾਂ ਦਾ ਜਥਾ ਬਣੂਗਾ। ਕਈ ਇਤਿਹਾਸਕਾਰ 5 ਲਿਖਦੇ ਆ, ਕਈ ਇਤਿਹਾਸਕਾਰ 7 ਸਿੰਘਾਂ ਦਾ ਜਥਾ ਲਿਖਦੇ ਆ। ਪਰ ਜੇ ਤੁਸੀਂ ਇੱਕ ਨਾਲ 1.25 ਲੱਖ ਨੂੰ ਗਣਨਾ ਨਾ, ਤੇ 8 ਸਿੰਘਾਂ ਦਾ ਜਥਾ ਬਣਦਾ। 8 ਸਿੰਘ ਇੱਕ ਟਾਈਮ ਬਾਹਰ ਜਾਂਦੇ ਆ, 8 ਗੁਣਾ 1.25 ਲੱਖ ਬਰਾਬਰ 10 ਲੱਖ ਹੋ ਜਾਂਦਾ। ਉੱਥੇ ਮਹਾਰਾਜ ਨੇ ਬਚਨ ਸਿੱਧ ਕੀਤਾ ਸੀ ਕਿ 1.25 ਲੱਖ ਸੇ ਏਕ ਲੜਾਊਂ। ਮਹਾਰਾਜ ਕਹਿੰਦੇ ਸਿੰਘਾਂ ਦਾ ਜਥਾ ਜਾਏਗਾ, ਇੱਕ ਸਿੰਘ ਅਗਵਾਈ ਕਰੇਗਾ, ਬਾਕੀ ਜਥੇ 'ਚ ਸਿੰਘ ਜਾਣਗੇ। ਤੇ ਜਿਹੜੇ ਪਹਿਲੇ 3 ਜਥੇ ਗਏ, ਉਹਨਾਂ 3 ਜਥਿਆਂ ਦੇ ਵਿੱਚ 8-8 ਸਿੰਘਾਂ ਦਾ ਜਥਾ ਜਾਂਦਾ ਸੀ। ਪਹਿਲੇ 3 ਸਿੰਘ ਜਥੇ ਦੇ ਵਿੱਚ 5 ਪਿਆਰਿਆਂ 'ਚੋਂ 3 ਪਿਆਰੇ ਗਏ ਨੇ, ਪਿਆਰੇ ਦਇਆ ਸਿੰਘ ਤੇ ਪਿਆਰੇ ਧਰਮ ਸਿੰਘ, ਇਹ ਮਹਾਰਾਜ ਦੇ ਨਾਲ ਰਹੇ। ਪਿਆਰੇ ਹਿੰਮਤ ਸਿੰਘ, ਪਿਆਰੇ ਮੋਹਕਮ ਸਿੰਘ, ਪਿਆਰੇ ਸਾਹਿਬ ਸਿੰਘ, ਇਹ ਵੀ ਚਮਕੌਰ ਦੀ ਗੜੀ 'ਚ ਸ਼ਹੀਦ ਹੋਏ ਆ। 5 ਚੋਂ 3 ਪਿਆਰੇ ਜਿਹੜੇ ਮਹਾਰਾਜ ਨੇ ਹੱਥੀਂ ਸਾਜੇ ਸੀ, ਇਹ ਵੀ ਜਥਿਆਂ ਦੀ ਅਗਵਾਈ ਚਮਕੌਰ ਦੀ ਗੜੀ 'ਚ ਕਰਦੇ ਸੀ। ਇੱਕ ਜਥਾ ਗਿਆ, ਫਿਰ ਦੂਸਰਾ ਜਥਾ ਗਿਆ, ਮਹਾਰਾਜ ਜੀ ਚਮਕੌਰ ਦੀ ਗੜੀ ਤੇ ਖੜ ਕੇ ਵੇਖਦੇ ਆ। ਜਦੋਂ ਤੀਜੇ ਜਥੇ ਦੀ ਤਿਆਰੀ ਹੋਈ ਤੇ ਬਾਬਾ ਅਜੀਤ ਸਿੰਘ ਸਾਹਿਬ ਜੀ ਆ ਕੇ ਬੇਨਤੀ ਕਰਦੇ ਕਿ ਪਾਤਸ਼ਾਹ ਕਿਰਪਾ ਕਰੋ, ਅਗਲੇ ਜਥੇ ਦੀ ਅਗਵਾਈ ਮੈਨੂੰ ਬਖਸ਼ੋ। ਜਦੋਂ ਮਹਾਰਾਜ ਨੂੰ ਆ ਕੇ ਨਮਸਕਾਰ ਕੀਤੀ ਤੇ ਪਾਤਸ਼ਾਹ ਜੀ ਨੇ ਛਾਤੀ ਨਾਲ ਲਾ ਕੇ ਬਾਬਾ ਅਜੀਤ ਸਿੰਘ ਸਾਹਿਬ ਨੂੰ ਬਚਨ ਕੀਤਾ ਕਿ ਪੁੱਤਰਾ, ਅੱਜ ਦੇ ਟਾਈਮ 'ਚ ਜੇ ਮੈਂ ਤੈਨੂੰ ਆਵਾਜ਼ ਮਾਰ ਕੇ ਜਾਣ ਲਈ ਕਹਿੰਦਾ,
ਫੇ ਗੱਲ ਹੋਰ ਹੋਣੀ ਸੀ। ਪਰ ਤੂੰ ਆਪਣੇ ਆਪ ਅੱਗੇ ਆਇਆ ਸ਼ਹਾਦਤ ਵਾਸਤੇ। ਆਉਣ ਵਾਲੇ ਸਮੇਂ 'ਚ ਜਦੋਂ ਵੀ ਕਿਤੇ ਮੇਰੇ ਪੰਥ ਨੂੰ ਲੋੜ ਪੈਗੀ, ਤੇਰੇ ਵਰਗੇ ਮੇਰੇ ਪੁੱਤ ਆਪ ਸ਼ਹੀਦੀਆਂ ਪਾਇਆ ਕਰਨਗੇ ਅੱਗੇ ਹੋ ਕੇ। ਅੱਜ ਤੱਕ ਪੈ ਰਹੀਆਂ, ਹੁਣ ਪੈ ਰਹੀਆਂ ਨੇ, ਅੱਜ ਵੀ ਪੈ ਰਹੀਆਂ। ਅੱਜ ਜੇ ਕੌਮ ਨੂੰ, ਪੰਥ ਨੂੰ, ਦੁਨੀਆ ਨੂੰ ਲੋੜ ਹੈ, ਆ ਸਿੱਖਾਂ ਦੀ ਲੜਾਈ ਨਹੀਂ ਹੈ। ਜੇ ਅਸੀਂ ਕਹੀਏ ਸਿੱਖਾਂ ਦੀ ਲੜਾਈ ਹੈ, ਨਹੀਂ, ਇਹ ਪੂਰੀ ਦੁਨੀਆ ਦੇ ਵਿੱਚ ਵਸਦੇ, ਸਾਡੇ ਦੇਸ਼ ਦੀ ਹੈ, ਪੂਰੇ ਦੇਸ਼ ਵਿੱਚ ਵਸਦੇ ਉਹਨਾਂ ਕਿਸਾਨਾਂ ਦੀ ਲੜਾਈ ਹੈ ਜਿਹੜੇ ਅੰਨ ਪੈਦਾ ਕਰਕੇ ਦੁਨੀਆ ਦਾ ਤੇ ਆਪਣੇ ਪਰਿਵਾਰਾਂ ਦਾ ਪੇਟ ਪਾਲਦੇ ਆ। ਸਾਰਿਆਂ ਲਈ ਬੈਠੇ ਆਪਾਂ, ਕਿਸੇ ਇੱਕ ਕੌਮ ਲਈ ਜਾਂ ਇੱਕ ਪੰਥ ਲਈ ਨਹੀਂ ਆਪਾਂ ਬੈਠੇ, ਕਿਉਂਕਿ ਸਾਡੇ 'ਚ ਮਹਾਰਾਜ ਨੇ ਕਿਰਪਾ ਕਰਕੇ ਇਹ ਦਾਤ ਹੀ ਐਸੀ ਦਿੱਤੀ ਹੈ ਵੀ ਕਿਤੇ ਵੀ ਜ਼ੁਲਮ ਹੋਵੇ, ਸਿੱਖਾ ਤੂੰ ਜਾ ਕੇ ਮੋਹਰੇ ਖੜ ਜਾਣਾ ਹੈ, ਤੂੰ ਮੋਹਰੇ ਖੜਨਾ ਹੈ। ਭਾਵੇਂ ਉੜੀਸਾ 'ਚ ਤੂਫਾਨ ਆ ਜਾਏ, ਭਾਵੇਂ ਕਿਤੇ ਸੁਨਾਮੀ ਆ ਜਾਏ, ਭਾਵੇਂ ਕਿਤੇ ਹੜ੍ਹ ਆ ਜਾਣ, ਪਰ ਤੈਨੂੰ ਇੱਕ ਮਹਾਰਾਜ ਨੇ ਜੋਸ਼ ਐਸਾ ਦਿੱਤਾ, ਤੂੰ ਜਾ ਕੇ ਸਭ ਤੋਂ ਅੱਗੇ ਖੜ ਜਾਣਾ। ਫਿਰ ਚਾਹੇ ਕੁਰਬਾਨੀ ਕਰਨੀ ਪੈ ਜੇ, ਚਾਹੇ ਸ਼ਹਾਦਤ ਦੇਣੀ ਪੈ ਜਾਏ, ਤੂੰ ਪਿੱਛੇ ਨਹੀਂ ਹਟਦਾ। ਇਹ ਜੋਸ਼ ਗੁਰੂ ਦਾ ਦਿੱਤਾ ਹੋਇਆ। ਆਪਾਂ ਰਾਤ ਵੀ ਬੇਨਤੀ ਕੀਤੀ ਸੀ ਕਿ ਪੱਥਰ ਆਪਾਂ ਨਹੀਂ ਪਾਸੇ ਕੀਤੇ, ਸਾਡੇ ਤਾਂ ਹੱਥ ਸੀ ਜ਼ੋਰ, ਮਗਰ ਗੁਰੂ ਦਾ ਹੀ ਵਰਤਦਾ ਸੀਗਾ। ਨਹੀਂ ਤੇ ਕਰੇਨਾਂ ਨਾਲ ਰੱਖੇ ਹੋਏ ਪੱਥਰ ਤੁਸੀਂ ਹੱਥਾਂ ਨਾਲ ਧੂ ਪਾਸੇ ਕੀਤੇ, ਤੇ ਸੋਚ ਕੇ ਵੀ ਬੰਦਾ ਹੈਰਾਨ ਹੋ ਜਾਂਦਾ। ਇਹ ਗੁਰੂ ਦੀ ਕਲਾ ਵਰਤਦੀ ਹੈ। ਹੁਣ ਜਦੋਂ ਪਾਤਸ਼ਾਹ ਕਹਿੰਦੇ 8-8 ਜਾਣੇ ਜਾਓ, ਤੀਜਾ ਜਥਾ ਜਾ ਰਿਹਾ ਹੈ, ਬਾਬਾ ਅਜੀਤ ਸਿੰਘ ਸਾਹਿਬ ਅਗਵਾਈ ਕਰਨ ਲਈ ਮਹਾਰਾਜ ਕੋਲੋਂ ਆਗਿਆ ਮੰਗਦੇ ਹੈ, ਤੇ ਪਾਤਸ਼ਾਹ ਨੇ ਉਸ ਵੇਲੇ ਛਾਤੀ ਨਾਲ ਲਾ ਕੇ ਆਪਣੀ ਵੱਡੀ ਸ਼੍ਰੀ ਸਾਹਿਬ ਮਹਾਰਾਜ ਨੂੰ ਬਖਸ਼ੀ, ਬਾਬਾ ਅਜੀਤ ਸਿੰਘ ਸਾਹਿਬ ਨੂੰ ਜਥੇ ਦੀ ਅਗਵਾਈ ਕੀਤੀ। ਰਾਤੀ ਬਾਬਾ ਜੈਤਾ ਜੀ ਦਾ ਤੁਸੀਂ ਪ੍ਰਸੰਗ ਸੁਣਿਆ ਸੀ, ਜਿਹੜੇ ਮਹਾਰਾਜ ਦਾ ਸੀਸ ਲੈ ਕੇ ਆਏ। ਉਹਨਾਂ ਨੇ ਜਦੋਂ ਅੰਮ੍ਰਿਤ ਛਕਿਆ ਸੀ, ਉਹ ਜੈਤੇ ਤੋਂ ਜੀਵਨ ਸਿੰਘ ਬਣ ਗਏ ਸੀ, ਭਾਈ ਜੀਵਨ ਸਿੰਘ। ਤੇ ਉਹਨਾਂ ਦੀ ਚਮਕੌਰ ਦੀ ਗੜੀ 'ਚ ਡਿਊਟੀ ਸੀ ਦਰਵਾਜ਼ੇ ਤੇ, ਕਿ ਜਦੋਂ ਕੋਈ ਜਥਾ ਜਾਂਦਾ ਸੀ, ਭਾਈ ਜੈਤਾ ਜੀ, ਬਾਬਾ ਜੀਵਨ ਸਿੰਘ ਜੀ ਉਹ ਦਰਵਾਜ਼ਾ ਖੋਲਦੇ ਸੀ ਜਥੇ ਦੇ ਜਾਣ ਲਈ, ਫਿਰ ਬੰਦ ਕਰਦੇ ਸੀ। ਹੁਣ ਤੀਜਾ ਜਥਾ ਜਾ ਰਿਹਾ ਹੈ ਤੇ ਬਾਬਾ ਅਜੀਤ ਸਿੰਘ ਜੀ ਨੂੰ ਮਹਾਰਾਜ ਤੋਰਨ ਲੱਗੇ। ਉਸ ਵੇਲੇ ਸੰਗਤ ਦੇ ਵਿੱਚ ਭਾਈ ਦਇਆ ਸਿੰਘ, ਪਿਆਰੇ ਧਰਮ ਸਿੰਘ ਖੜੋਤੇ ਨੇ, ਭਾਈ ਸੰਗਤ ਸਿੰਘ ਵਰਗੇ ਗੁਰੂ ਕੇ ਸਿੱਖ, ਪਿਆਰੇ ਮਾਨ ਸਿੰਘ ਜੀ ਵਰਗੇ ਗੁਰੂ ਕੇ ਸਿੱਖ, ਉਹ ਵੀ ਸਾਰੇ ਖੜੋਤੇ ਨੇ। ਤੇ ਮਹਾਰਾਜ ਨੇ ਬਚਨ ਕੀਤਾ ਕਿ ਭਾਈ ਸਿੱਖੋ, ਅੱਜ ਮੈਂ ਵਧਾਈ ਦਾ ਪਾਤਰ ਹਾਂ, ਮੈਨੂੰ ਸਾਰੇ ਵਧਾਈਆਂ ਜ਼ਰੂਰ ਦਿਓ। ਤੇ ਸਿੰਘਾਂ ਨੇ ਆਖਿਆ, ਮਹਾਰਾਜ ਜੀ ਵਧਾਈ ਤਾਂ ਦਈਏ ਜੇ ਖੁਸ਼ੀ ਦਾ ਕੋਈ ਸਮਾਂ ਵਰਤਦਾ ਹੋਵੇ। ਪੁੱਤ ਜੰਗ ਨੂੰ ਜਾ ਰਿਹਾ ਹੈ, ਪਤਾ ਇਹਨੇ ਮੁੜ ਕੇ ਨਹੀਂ ਆਉਣਾ, ਤੁਸੀਂ ਵਧਾਈ ਕਾਹਦੀ ਮੰਗਦੇ ਹੋ? ਮਹਾਰਾਜ ਕਹਿੰਦੇ, ਮੇਰਾ ਪੁੱਤ ਅੱਜ ਲਾੜੀ ਮੌਤ ਵਿਆਹੁਣ ਵਾਸਤੇ ਜੰਜ ਲੈ ਕੇ ਜਾ ਰਿਹਾ। ਲਾੜਾ ਮੇਰਾ ਪੁੱਤ ਹੈ, ਲਾੜਾ ਮੇਰਾ ਪੁੱਤ ਹੈ, ਤੇ ਇਹਦੇ ਸੱਤ ਨਾਲ ਜਾਂਜੀ ਜਾ ਰਹੇ ਨੇ। ਤੇ ਅੱਗੇ ਜਿਹੜੀ ਸਰਕਾਰ, ਜਿਹੜਾ ਭਾਰਤ ਦੇਸ਼ ਦੀ ਹਕੂਮਤ, ਉਹ ਚੜ੍ਹ ਕੇ 10 ਲੱਖ ਫੌਜਾਂ ਲੈ ਕੇ ਆਈ ਹੈ, ਉਹਨਾਂ ਦੇ ਨਾਲ ਜਾ ਕੇ ਮਿਲਣੀ ਹੋਏਗੀ। ਹੁਣ ਜਦੋਂ ਇਹ ਬਚਨ ਕੀਤਾ, ਬਾਬਾ ਰਾਮ ਸਿੰਘ ਜੀ ਕੱਲ ਚਲਾਣਾ ਕਰ ਗਏ, ਜਿਨ੍ਹਾਂ ਦਾ ਆਪਾਂ ਬਚਨ ਕੀਤਾ, ਉਹ ਘੋੜੀਆਂ ਪੜ੍ਹਦੇ ਹੁੰਦੇ ਸੀ ਬਾਬਾ ਅਜੀਤ ਸਿੰਘ ਜੀ ਦੀਆਂ, ਬਾਬਾ ਜੁਝਾਰ ਸਿੰਘ ਜੀ ਦੀਆਂ, ਬੜੇ ਬਰਾਗ 'ਚ ਉਹਨਾਂ ਦੀ ਅੱਜ ਵੀ ਇੰਟਰਨੈਟ ਦੇ ਉੱਤੇ ਉਹਨਾਂ ਦੀ ਉਹ ਘੋੜੀਆਂ ਜਿਹੜੀਆਂ ਬਾਬਾ ਅਜੀਤ ਸਿੰਘ ਸਾਹਿਬ ਵਾਸਤੇ ਗਾਈਆਂ ਜੰਗ ਦੇ ਮੈਦਾਨ ਦੀਆਂ, ਅੱਜ ਵੀ ਦੁਨੀਆ ਸੁਣਦੀ ਹੈ। ਇੱਕ ਸੀ ਅਜੀਤ, ਇੱਕ ਸੀ ਜੁਝਾਰ, ਕਲਗੀਧਰ ਦੇ ਰਾਜ ਦੁਲਾਰੇ, ਦੋ ਪੁੱਤਰਾਂ ਦੀਆਂ ਜੰਜਾਂ ਚੜੀਆਂ, ਹੱਥ ਵਿੱਚ ਫੜ ਕੇ ਤਲਵਾਰ। ਇੱਕ ਸੀ ਅਜੀਤ, ਇੱਕ ਸੀ ਜੁਝਾਰ। ਉਹਨਾਂ ਨੇ ਬਹੁਤ ਲੰਬੀ ਉਹ ਪਹਿਰੇ ਲਿਖੇ ਨੇ, 6-7 ਪਹਿਰੇ ਨੇ ਇਸ ਘੋੜੀ ਦੇ, ਬੜੇ ਬਰਾਗ 'ਚ ਉਹਨਾਂ ਨੇ ਉਹ ਦੋਨਾਂ ਸਾਹਿਬਜ਼ਾਦਿਆਂ ਵਾਸਤੇ ਗਾਇਆ। ਖੈਰ, ਹੁਣ ਜਦੋਂ ਬਾਬਾ ਅਜੀਤ ਸਿੰਘ ਸਾਹਿਬ ਜੀ ਗਏ, ਬਾਬਾ ਅਜੀਤ ਸਿੰਘ ਸਾਹਿਬ ਜੀ ਜਾ ਕੇ ਜੰਗ 'ਚ ਜੂਝਦੇ ਹੈ। ਪਤਾ ਲੱਗਿਆ ਕਿ ਕਲਗੀਧਰ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਪੁੱਤਰ ਨੇ। ਮਹਾਰਾਜ ਜੀ ਦੇ ਕੋਲ ਨੇਜਾ ਵੀ ਹੈ, ਬਾਬਾ ਅਜੀਤ ਸਿੰਘ ਜੀ ਦੇ ਕੋਲ ਬਰਸ਼ਾ ਵੀ ਹੈ, ਬਾਬਾ ਅਜੀਤ ਸਿੰਘ ਜੀ ਦੇ ਕੋਲ ਤੀਰ ਵੀ ਨੇ, ਬਾਬਾ ਅਜੀਤ ਸਿੰਘ ਜੀ ਦੇ ਕੋਲ ਸ਼੍ਰੀ ਸਾਹਿਬ ਵੀ ਹੈ। ਪਹਿਲਾਂ ਤੀਰਾਂ ਦੀ ਵਰਖਾ ਕੀਤੀ, ਫਿਰ ਸ਼੍ਰੀ ਸਾਹਿਬ ਨਾਲ ਜੂਝੇ। ਜਦੋਂ ਸ਼੍ਰੀ ਸਾਹਿਬ ਵੀ ਟੁੱਟ ਗਈ, ਫਿਰ ਬਰਸ਼ੇ ਤੇ ਨੇਜੇ ਨਾਲ ਵੀ ਜੂਝੇ। ਜਦੋਂ ਨਿਹੱਥੇ ਹੋ ਗਏ, ਫਿਰ ਘੋੜੇ ਤੋਂ ਉਤਰ ਕੇ ਵੀ ਜਿੰਨਾ ਕੁ ਲੋਹਾ ਲੈ ਸਕਦੇ, ਬੜੇ ਜੋਸ਼ ਨਾਲ ਸਿੰਘਾਂ ਨੇ ਤੇ ਬਾਬਾ ਅਜੀਤ ਸਿੰਘ ਸਾਹਿਬ ਨੇ ਦੁਸ਼ਮਣ ਨਾਲ ਲੋਹਾ ਲਿਆ, ਪਰ ਨਿਹੱਥੇ ਹੋ ਗਏ ਸਨ। ਕਿਸੇ ਪਾਸਿਓਂ ਤਲਵਾਰ ਵੱਜਦੀ ਹੈ, ਕਿਸੇ ਪਾਸਿਓਂ ਨੇਜਾ ਵੱਜਦਾ ਹੈ, ਕਿਸੇ ਪਾਸਿਓਂ ਬਰਸ਼ਾ ਵੱਜਦਾ ਹੈ,
ਤੇ ਬਾਬਾ ਅਜੀਤ ਸਿੰਘ ਸਾਹਿਬ ਜੀ ਜਦੋਂ ਬੇਅੰਤ ਉਹਨਾਂ ਦੇ ਸਰੀਰ ਤੇ ਕੱਟ ਫੱਟ ਲੱਗੇ ਤੇ ਖੂਨ ਵਗਦਾ ਹੈ, ਤੇ ਜਦੋਂ ਧਰਤੀ ਤੇ ਡਿੱਗਣ ਲੱਗੇ ਤੇ ਆਪਣਾ ਚਿਹਰਾ ਕਲਗੀਧਰ ਬਾਦਸ਼ਾਹ ਵੱਲ ਚਮਕੌਰ ਦੀ ਗੜੀ ਵੱਲ ਕਰਦੇ ਆ। ਤੇ ਜਦੋਂ ਪੁੱਤਰ ਧਰਤੀ ਤੇ ਡਿੱਗਦਾ ਹੈ ਤੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਜੈਕਾਰਾ ਲਾਉਂਦੇ ਨੇ ਗੜੀ ਤੇ ਖੜੇ ਹੋਏ। ਤੇ ਜੈਕਾਰਾ ਆਪਣਾ ਚੜ੍ਹਦੀ ਕਲਾ ਦਾ ਪ੍ਰਤੀਕ ਹੈ, ਢਹਿੰਦੀ ਕਲਾ ਦਾ ਪ੍ਰਤੀਕ ਨਹੀਂ ਹੈ। ਜੈਕਾਰਾ ਜੋਸ਼ ਨਾਲ ਲੱਗਾ ਹੋਵੇ ਤੇ ਪਿਆਰਿਓ ਦੁਸ਼ਮਣ ਉਦਾਂ ਹੀ ਤਰੇਲੀਆਂ ਆਉਣ ਲੱਗ ਜਾਂਦੀਆਂ। ਜੈਕਾਰੇ ਦੇ ਵਿੱਚ ਮਹਾਰਾਜ ਨੇ ਸਪਿਰਟ ਐਸੀ ਦਿੱਤੀ ਹੈ। ਗੁਰੂ ਸਾਹਿਬ ਨੇ ਜੈਕਾਰਾ ਲਾਇਆ ਤੇ ਪਿਆਰੇ ਦਇਆ ਸਿੰਘ ਜੀ ਧਰਮ ਸਿੰਘ ਜੀ ਦੇਖ ਦੇਖ ਹੈਰਾਨ ਹੁੰਦੇ ਆ ਕਿ ਇੱਕ ਭਗਵਾਨ ਰਾਮਚੰਦਰ ਜੀ 14 ਸਾਲ ਦੇ ਬਨਵਾਸ ਲਈ ਗਏ, ਉਹਨਾਂ ਦੇ ਪਿਤਾ ਨੇ ਖੜ ਕੇ ਮਹਿਲ ਦੇ ਉੱਤੋਂ ਛਾਲ ਮਾਰਤੀ ਸੀ। ਮੈਂ ਪੁੱਤਰ ਦਾ ਵਿਯੋਗ ਨਹੀਂ ਝੱਲ ਸਕਦਾ, ਨਾਲੇ ਪਤਾ ਸੀ ਇੱਕ ਆਸ ਸੀ ਵੀ 14 ਸਾਲ ਬਾਅਦ ਮੁੜ ਕੇ ਆ ਜਾਊਗੇ, ਪਰ ਇੱਥੇ ਆਸ ਵੀ ਕੋਈ ਨਹੀਂ। ਪਤਾ ਵੀ ਪੁੱਤਰ ਚੱਲਿਆ, ਇਹਨੇ ਸ਼ਹੀਦ ਹੋ ਜਾਣਾ, ਪਰ ਫਿਰ ਵੀ ਗੜੀ ਤੇ ਖੜ ਕੇ ਜੈਕਾਰੇ ਲਾ ਰਹੇ ਨੇ। ਇਹ ਜਿਗਰਾ ਕਾਹਦਾ ਸੀ? ਇਹ ਜਿਗਰਾ ਸੀ, ਰਾਤ ਵੀ ਬਚਨ ਕੀਤਾ ਸੀ ਕਿ ਮਹਾਰਾਜ ਨੇ ਆਉਣ ਸਾਰ ਇਸ ਧਰਤੀ ਤੇ ਕਿਹਾ ਸੀ, ਮੈਂ ਹੋ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਮਹਾਰਾਜ ਨੇ ਮੈਨੂੰ ਆਪਣਾ ਪੁੱਤ ਬਣਾ ਕੇ ਭੇਜਿਆ, ਮੈਂ ਦੁਨੀਆ ਦਾ ਤਮਾਸ਼ਾ ਦੇਖਣ ਆਇਆ। ਹੁਣ ਸੱਚੇ ਪਾਤਸ਼ਾਹ ਜੀ ਦੇ ਜਦੋਂ ਜੈਕਾਰੇ ਦਾ ਜਵਾਬ ਸੰਗਤਾਂ ਨੇ ਦਿੱਤਾ, ਜਿੰਨੇ ਸਿੰਘ ਖੜੋਤੇ ਹੈ, ਬਾਬਾ ਜੁਝਾਰ ਸਿੰਘ ਜੀ ਕੋਲ ਖੜੇ ਹੈ, ਉਹਨਾਂ ਨੇ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ, ਕਹਿੰਦੇ ਪਿਤਾ ਜੀ ਕਾਣੀ ਵੰਡ ਨਾ ਕਰੋ, ਜੇ ਮੇਰਾ ਭਰਾ ਸ਼ਹੀਦ ਹੋ ਗਿਆ ਤੇ ਕਿਰਪਾ ਕਰਕੇ ਮੈਨੂੰ ਵੀ ਜਾਣ ਦੀ ਆਗਿਆ ਦੇ ਦੇ। ਪਿਆਰਿਓ, ਜੇ ਭਰਾਵਾਂ ਦੇ ਪਿਆਰ ਦੀ ਮਿਸਾਲ ਦੇਣੀ ਨਾ ਤੇ ਛੋਟੇ ਸਾਹਿਬਜ਼ਾਦਿਆਂ ਦਾ ਪਿਆਰ ਵੇਖੋ। ਨੀਂਹ ਚਿਣੀ ਜਾ ਰਹੀ ਹੈ, ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਨੀਹਾਂ 'ਚ ਖਲੋਤੇ ਨੇ। ਜਦੋਂ ਨੀਂਹ ਚਿਣਨੀ ਆਰੰਭ ਕਰਨ ਲੱਗੇ, ਬਾਬਾ ਜੋਰਾਵਰ ਸਿੰਘ ਜੀ ਦੇ ਨੇਤਰਾਂ 'ਚੋਂ ਬੈਰਾਗ ਵਗਿਆ। ਉਹ ਡਰਦਾ ਨਹੀਂ ਸੀ ਵੀ ਡਰਦਾ ਬੈਰਾਗ ਵਗਿਆ, ਉਹ ਨਹੀਂ। ਬਾਬਾ ਫਤਿਹ ਸਿੰਘ ਜੀ ਵੇਖ ਕੇ ਚਿਹਰੇ ਵੱਲ ਪੁੱਛਦੇ ਐ, ਵੀਰ ਜੀ ਰੋ ਕਿਉਂ ਰਹੇ ਹੋ? ਡਰ ਲੱਗਦਾ ਜਾਂ ਡਰ ਲੱਗਣ ਲੱਗ ਗਿਆ? ਤੇ ਬਾਬਾ ਜੋਰਾਵਰ ਸਿੰਘ ਜੀ ਕਹਿੰਦੇ ਨਹੀਂ ਫਤਿਹ ਸਿੰਘ, ਇਹ ਡਰ ਦੇ ਆਂਸੂ ਜਾਂ ਅਥਰੂ ਨਹੀਂ, ਮੈਂ ਇਸ ਕਰਕੇ ਅੱਖਾਂ 'ਚੋਂ ਜਲ ਵਗ ਰਿਹਾ ਹੈ ਕਿ ਤੂੰ ਸਭ ਤੋਂ ਬਾਅਦ ਦੁਨੀਆ ਤੇ ਆਇਆ, ਪਰ ਤੂੰ ਜਾ ਮੇਰੇ ਤੋਂ ਵੀ ਪਹਿਲਾਂ ਰਿਹਾ। ਉਸ ਵੇਲੇ ਦਾ ਪਿਆਰ ਵੇਖੋ। ਬਾਬਾ ਫਤਿਹ ਸਿੰਘ ਕਹਿੰਦੇ ਵੀਰ ਜੀ ਇਦਾਂ ਨਹੀਂ ਹੋ ਸਕਦਾ। ਚਰਨਾਂ ਦੇ ਥੱਲੇ ਇੱਟਾਂ ਰੱਖੀਆਂ ਤੇ ਆਪਣੇ ਦੋਨਾਂ ਭਰਾਵਾਂ ਨੇ ਮੋਢੇ ਬਰਾਬਰ ਕਰ ਲਏ ਵੀ ਜਾਵਾਂਗੇ ਤਾਂ ਇਕੱਠੇ ਹੀ ਜਾਵਾਂਗੇ, ਅੱਗੜ ਪਿਛੜ ਨਹੀਂ ਜਾਣਾ। ਭਰਾਵਾਂ ਦਾ ਪਿਆਰ ਵੇਖੋ। ਅੱਜ ਘਰ 'ਚ ਦੋ ਭਰਾ ਨੇ, ਉਹ ਵੀ ਗੱਭਿਓਂ ਦੀ ਕੰਧ ਕੱਢ ਲੈਂਦੇ ਆ ਵੀ ਅਸੀਂ ਇਕੱਠੇ ਰਹਿ ਕੇ ਰਾਜੀ ਨਹੀਂ। ਗੱਲ ਅਸੀਂ ਕਰਦੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਦੀ, ਤੇ ਘਰਾਂ 'ਚ ਸਾਡਾ ਇਤਫਾਕ ਹੈ ਨਹੀਂ। ਗੱਲ ਅਸੀਂ ਕਰਦੇ ਬਾਬਾ ਅਜੀਤ ਸਿੰਘ ਸਾਹਿਬ ਬਾਬਾ ਜੁਝਾਰ ਸਿੰਘ ਸਾਹਿਬ ਜੀ ਦੀ, ਪਰ ਸਾਡਾ ਪਿਆਰ ਭਰਾਵਾਂ 'ਚ ਕਿੰਨਾ ਕੁ ਹੈ? ਜਿਸ ਘਰ 'ਚ ਦੋ ਭਰਾ ਇਕੱਠੇ ਬਹਿ ਕੇ ਅੱਜ ਪ੍ਰਸ਼ਾਦਾ ਛਕਦੇ ਹੋਣ, ਉਹਦੇ ਵਰਗਾ ਸਵਰਗ ਕੋਈ ਨਹੀਂ। ਨਹੀਂ ਤੇ ਪਿਆਰਿਓ, ਅੱਜ ਭਰਾ ਕਈ ਵਾਰੀ ਬਹੁਤ ਦੁੱਖ ਹੁੰਦਾ। ਸਾਡੇ ਵੀਰ ਜੀ ਮਨਜੋਤ ਸਿੰਘ ਜੀ ਬੈਠੇ ਆ, ਜਿਹੜੇ ਸੇਵਾ ਨਿਭਾ ਰਹੇ ਨੇ। ਇਹ ਉੱਥੇ ਬਿਰਧਾਂ ਦੀ ਸੇਵਾ ਕਰਦੇ ਆ, ਜਿਹੜੇ ਸੜਕਾਂ ਤੇ ਰੁਲਦੇ ਆ, ਜਿਨ੍ਹਾਂ ਨੂੰ ਘਰਾਂ 'ਚ ਕੋਈ ਨਹੀਂ ਸਮਝਦਾ। ਤੇ ਮੈਂ ਹਮੇਸ਼ਾ ਇਹ ਬੇਨਤੀ ਸਟੇਜਾਂ ਤੋਂ ਕੀਰਤਨ ਵਿੱਚ ਵੀ ਕਰਦਾ ਹੁੰਦਾ ਕਿ ਪਿਆਰਿਓ, ਮਾਂ ਦੁੱਖ ਜਣ ਕੇ 5 ਪੁੱਤ ਪੈਦਾ ਕਰਦੀ ਹੈ, 4 ਪੁੱਤ ਪੈਦਾ ਕਰਦੀ ਹੈ, ਪਰ ਸਾਡਾ ਦੁਖਾਂਤ ਹੈ ਇੱਕ ਪੁੱਤ 4 ਪੁੱਤ ਰਲ ਕੇ ਇੱਕ ਮਾਂ ਪੇ ਨਹੀਂ ਸਾਂਭ ਸਕਦੇ। ਇੱਕ ਮਾਂ ਦੁੱਖ ਜਣ ਕੇ 4 ਪੁੱਤ ਪੈਦਾ ਕਰਦੀ ਹੈ, ਪਰ 4 ਪੁੱਤ ਰਲ ਕੇ ਇੱਕ ਮਾਂ ਪੇ ਨਹੀਂ ਸਾਂਭਦੇ। ਤੇ ਜੇ ਸਾਂਭਣਗੇ ਵੀ ਕਹਿਣਗੇ ਮਹੀਨਾ ਉਹਦੇ ਨਾਲ ਰਹਿ, ਮਹੀਨਾ ਛੋਟੇ ਨਾਲ ਰਹਿ, ਮਹੀਨਾ ਤੀਜੇ ਨੰਬਰ ਵਾਲੇ ਨਾਲ ਰਹਿ, ਤੇ ਮੂੰਹ 'ਚੋਂ ਕਹਿਣਗੇ ਅਸੀਂ ਮਾਂ ਪੇ ਰੱਖੇ ਹੋਏ ਆ। ਸਾਨੂੰ ਸ਼ਰਮ ਨਹੀਂ ਆਉਂਦੀ ਇਦਾਂ ਦੀਆਂ ਗੱਲਾਂ ਕਰਦਿਆਂ ਨੂੰ, ਜਦੋਂ ਅਸੀਂ ਕਹਿੰਦੇ ਆ ਵੀ ਅਸੀਂ ਆਪਣੇ ਨਾਲ ਮਾਂ ਪੇ ਰੱਖੇ ਹੋਏ ਆ। ਕਹਿਣਾ ਤੇ ਇਹ ਸੀ ਵੀ ਮੈਂ ਮਾਂ ਪੇ ਨਾਲ ਰਹਿਣਾ, ਉਲਟਾ ਕਹਿੰਦਾ ਮੈਂ ਮਾਂ ਪੇ ਨੂੰ ਰੱਖਿਆ। ਸਾਡੀ ਬੁੱਧੀ ਵੇਖੋ। ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿ ਰਹੇ ਨੇ, ਕਹਿੰਦੇ ਲਾਈ ਚੱਲ ਦੇਸੀ ਘੇ ਦੇ ਲੰਗਰ, ਪਰ ਉਦੋਂ ਪ੍ਰਵਾਨ ਨਹੀਂ ਜਦੋਂ ਕਬੀਰ ਜੀਵਤ ਪਿੱਤਰ ਨਾ ਮਾਨੇ ਕੋ, ਮੂਏ ਸਰਾਧ ਕਰਾਈ ਪਿੱਤਰ ਵੀ ਬਪਰੇ ਕਹੋ ਕਿਆ ਪਾਵੇ, ਕਊਏ ਕੂਕਰ ਖਾਈ। ਕਹਿੰਦੇ ਜੀਂਦੇ ਮਾਪੇ ਨੂੰ ਕਦੇ ਘਰ 'ਚ ਪਾਣੀ ਨਹੀਂ ਪੁੱਛਿਆ, ਮਰਿਆਂ ਤੋਂ ਬਾਅਦ ਸਰਾਧ ਕਰਕੇ ਪਿੰਡ ਰਜਾਉਂਦਾ ਫਿਰਦਾ ਵੀ ਮੈਂ ਬਹੁਤ ਮਾਪੇ ਨੂੰ ਚੇਤੇ ਕਰਦਾ। ਦੁਨੀਆ ਜਾਣਦੀ ਹੈ ਤੂੰ ਕਿੰਨੀ ਕੁ ਮਾਪੇ ਦੀ ਸੇਵਾ ਕੀਤੀ ਹੈ, ਦੁਨੀਆ ਜਾਣਦੀ ਹੈ ਤੂੰ ਕਿੰਨਾ ਕੁ ਸਤਿਕਾਰ ਦਿੱਤਾ ਹੈ। ਭਾਈ ਗੁਰਦਾਸ ਜੀ ਦਾ ਇੱਕੋ ਬਚਨ ਕਰਾਂਗਾ, ਫਿਰ ਆਪਣੇ ਇਤਿਹਾਸ ਵੱਲ ਹੀ ਆਵਾਂਗਾ।
ਭਾਈ ਗੁਰਦਾਸ ਜੀ ਕਹਿੰਦੇ ਮਾਂ ਪਿਓ ਪਰ ਹਰ ਕਰੇ ਦਾਨ ਬੇਈਮਾਨ ਅਗਿਆਨ ਪ੍ਰਾਣੀ। ਕਹਿੰਦੇ ਜਿਹੜਾ ਬੰਦਾ ਮਾਂ ਪਿਓ ਨੂੰ ਧੱਕਾ ਦੇ ਕੇ ਬਾਹਰ ਦਾਨੀ ਬਣ ਕੇ ਲੋਕਾਂ 'ਚ ਚੰਗਾ ਬਣਦਾ ਹੈ ਨਾ, ਕਹਿੰਦੇ ਉਹਨੂੰ ਦਾਨੀ ਨਾ ਸਮਝੋ, ਸਭ ਤੋਂ ਵੱਡਾ ਬੇਈਮਾਨ ਹੀ ਉਹ ਹੈ, ਸਭ ਤੋਂ ਵੱਡਾ। ਵੀ ਬਾਹਰ ਦਾਨ ਕਰਦਾ ਫਿਰਦਾ ਹੈ, ਮਾਂ ਘਰ ਨਵੇਂ ਸੂਟ ਨੂੰ ਤੜਫਦੀ ਫਿਰਦੀ ਹੈ। ਇਦਾਂ ਦੇ ਦਾਨੀ ਦੀ ਲੋੜ ਨਹੀਂ, ਬਾਅਦ 'ਚ ਸੇਵਾ ਕਰੋ, ਪਹਿਲਾਂ ਘਰ 'ਚ ਮਾਂ ਪਿਓ ਦੀ ਖੁਸ਼ੀ ਪ੍ਰਾਪਤ ਕਰਿਆ ਕਰੋ। ਜੇ ਬਾਹਰ ਸੇਵਾ ਕਰਨੀ ਹੈ, ਪਹਿਲਾਂ ਘਰ 'ਚ ਮਾਂ ਪਿਓ ਖੁਸ਼ ਰੱਖਣੇ ਚਾਹੀਦੇ ਹੈ। ਪੂਰਾ 4 ਸ਼ਬਦ ਨੇ ਮਾਂ ਪਿਓ ਦੇ ਉੱਤੇ ਭਾਈ ਗੁਰਦਾਸ ਜੀ ਦੇ, ਪਰ ਸਾਡਾ ਦੁੱਖਾਂ ਤੇ ਸਾਨੂੰ ਪ੍ਰਚਾਰਕ ਵੀ ਨਹੀਂ ਦੱਸਦੇ। ਸਾਡੇ ਪ੍ਰਚਾਰਕ ਆਉਂਦੇ ਨੇ 31-41 ਹਜ਼ਾਰ ਲੈ ਕੇ ਘਰ ਨੂੰ ਚਲ ਜਾਂਦੇ ਨੇ, ਕੰਮ ਦੀ ਗੱਲ ਤਾਂ ਉਹ ਵੀ ਨਹੀਂ ਦੱਸਦੇ ਹੈਗੇ। ਮੈਂ ਆਮ ਸਟੇਜਾਂ ਤੋਂ ਵੀ ਬੇਨਤੀ ਕਰਦਾ ਹੁੰਦਾ ਹੈ ਕਿ ਉਹਨਾਂ ਦਾ ਫਰਜ਼ ਬਣਦਾ ਹੈ, ਜੇ ਪ੍ਰਚਾਰ ਕਰਦੇ ਆ ਤੇ ਉਹ ਗੱਲਾਂ ਕਰੋ ਜੋ ਦੁਨੀਆ ਨੂੰ ਲੋੜ ਹੈ, ਜੋ ਸਮਾਜ ਨੂੰ ਲੋੜ ਹੈ। ਅੱਜ ਜੇ ਸਮਾਜ ਮਾਂ ਪਿਓ ਦੀ ਸੇਵਾ ਨਹੀਂ ਕਰਦਾ ਤੇ ਉਹਨਾਂ ਨੂੰ ਬਾਣੀ ਚੋਂ ਮਾਂ ਪਿਓ ਦੀ ਸੇਵਾ ਦਾ ਦੱਸੋ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਕੈਸੇ ਸਾਡੇ ਰਹਿਬਰ ਨੇ, ਇੱਥੇ ਹਿੰਦੂ ਆ ਜਾਵੇ ਉਹਦਾ ਉਪਦੇਸ਼ ਮਹਾਰਾਜ ਉਹਨੂੰ ਦਿੰਦੇ ਆ। ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਮਹਾਰਾਜ ਕਹਿੰਦੇ ਜੇ ਮੁਸਲਮਾਨ ਸੰਗਤ ਵਿੱਚ ਬਹਿ ਜਾਵੇ, ਉਹਨੂੰ ਬਾਣੀ ਚੋਂ ਉਹਦਾ ਉਪਦੇਸ਼ ਦਿਆ ਕਰ। ਫਰੀਦਾ ਬੇਨਵਾਜਾ ਕੁੱਤਿਆ, ਇਹ ਨਾ ਭਲੀ ਰੀਤ, ਕभी ਹੀ ਚੱਲਣਾ ਆਇਓ ਪੰਜੇ ਵਕਤ ਮਸੀਤ। ਕਹਿੰਦੇ ਤੂੰ ਮੁਸਲਮਾਨ ਹੈ ਭਾਈ, 5 ਟਾਈਮ ਦਾ ਨਵਾਜੀ ਬਣ, ਤੂੰ ਕਿਉਂ ਕੱਲੇ ਚਿਰਾਗ ਕਰਦਾ ਫਿਰਦਾ? ਜਿੰਨਾ ਚਿਰ 5 ਟਾਈਮ ਦਾ ਨਵਾਜੀ ਨਹੀਂ ਬਣਦਾ, ਤੇਰਾ ਅੱਲਾ ਦੇ ਘਰ 'ਚ ਕਦੇ ਵੀ ਨਾਮ ਨਹੀਂ ਦਰਜ ਹੋਣਾ। ਜੇ ਤੂੰ ਸਿੱਖ ਹੈ, ਫਿਰ ਸੇਵਕ ਕੇ ਭਰਪੂਰ ਜੁਗ ਜੁਗ ਵਾਹਿਗੁਰੂ ਤੇਰਾ ਸਭ ਸਦਕਾ। ਸਤ ਸਾਚ ਸ਼੍ਰੀ ਨਿਵਾਸ ਆਦ ਪੁਰਖ ਸਦਾ ਤੂੰ ਹੀ, ਵਾਹਿਗੁਰੂ 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 ਵਾਹਿ ਜੀਓ। ਬਾਣੀ ਪੜ੍ਹੀਏ, ਬਾਣੀ ਦੇ ਅਰਥ ਘਰਾਂ 'ਚ ਪੜ੍ਹੀਏ, ਕੱਲਾ ਪ੍ਰਚਾਰਕਾਂ ਤੇ ਵੀ ਨਾ ਡਿਪੈਂਡ ਰਿਹਾ ਕਰੋ। ਇਹ ਵੀ ਬੇਨਤੀ ਹੈ। ਅਸੀਂ ਕਹਿੰਦੇ ਕੀਰਤਨ ਦਰਬਾਰ ਆਊਗਾ, ਕੋਈ ਆ ਕੇ ਸੁਣਾ ਜਾਊਗਾ, ਨਹੀਂ। ਉਹ ਤੇ ਇੱਕ ਦਿਨ ਆਊਗਾ ਸਾਲ 'ਚ, 4 ਦਿਨ ਆ ਜਾਊਗਾ ਸਾਲ 'ਚ। ਆਪਾਂ ਰੋਜ਼ ਘਰ 'ਚ ਜਪਜੀ ਸਾਹਿਬ ਪੜ੍ਹਦੇ ਆਂ, ਤੇ ਰੋਜ਼ ਇੱਕ ਜਪਜੀ ਸਾਹਿਬ ਦਾ ਜਾਪ ਕਰਨ ਤੋਂ ਬਾਅਦ ਤੇ ਨਾਲ 2 ਪੌੜੀਆਂ ਦੇ ਅਰਥ ਪੜ੍ਹ ਲਿਆ ਕਰੋ, ਨਾਲੇ ਸਮਝ ਆਵੇ ਬਾਣੀ ਕਹਿੰਦੀ ਕੀ ਹੈ, ਬਾਣੀ ਦਾ ਉਪਦੇਸ਼ ਕੀ ਹੈ। ਖੈਰ ਮੈਂ ਇਤਿਹਾਸ ਆਪਣਾ ਜਿਹੜਾ ਤੁਹਾਡੇ 'ਚ ਆਰੰਭ ਕੀਤਾ ਹੈ ਉਹ ਬੇਨਤੀ ਅੱਗੇ ਤੋਰਾਂ। ਜਦੋਂ ਕਲਗੀਧਰ ਪਾਤਸ਼ਾਹ ਜੀ ਦਾ ਪੁੱਤਰ ਸ਼ਹੀਦ ਹੋਇਆ, ਬਾਬਾ ਜੁਝਾਰ ਸਿੰਘ ਜੀ ਨੇ ਬੇਨਤੀ ਕੀਤੀ, ਭਈਆ ਸੇ ਵਿਛੜ ਕਰ ਹਮੇ ਰਹਿਣਾ ਨਹੀਂ ਆਤਾ, ਖਾਣਾ ਨਹੀਂ ਪੀਣਾ ਨਹੀਂ ਸੋਨਾ ਨਹੀਂ ਆਤਾ। ਪਿਤਾ ਜੀ ਮੈਂ ਆਪਣੇ ਭਰਾ ਤੋਂ ਬਿਨਾਂ ਨਹੀਂ ਰਹਿ ਸਕਦਾ, ਕਿਰਪਾ ਕਰੋ ਮੈਨੂੰ ਵੀ ਜੰਗ 'ਚ ਜਾਣ ਦੀ ਆਗਿਆ ਦੇ ਦਿਓ। ਤੇ ਉਸ ਵੇਲੇ ਕਲਗੀਧਰ ਪੁੱਛਦੇ, ਪੁੱਤਰ ਜੁਝਾਰ ਸਿਆ ਲੜਨਾ ਆਉਂਦਾ ਹੈ? ਲੜਨਾ ਆਉਂਦਾ ਹੈ? ਕਹਿੰਦੇ ਲੜਨਾ ਨਹੀਂ ਆਉਂਦਾ ਤੇ ਕੀ ਹੋਇਆ ਪਿਤਾ ਜੀ, ਮਰਨਾ ਤੇ ਆਉਂਦਾ ਹੈ। ਮਰਨਾ ਤੇ ਆਉਂਦਾ ਹੈ ਨਾ। ਅੱਜ ਜਿਹੜੇ ਨਿੱਕੇ ਨਿੱਕੇ ਬੱਚੇ ਆਏ ਨੇ ਤੁਹਾਡੇ ਨਾਲ, ਚਾਹੇ ਇਧਰ ਟਿਕਰੀ ਬਾਰਡਰ ਤੇ ਨੇ, ਚਾਹੇ ਕੁੰਡਲੀ ਬਾਰਡਰ ਤੇ ਨੇ, ਕਿੰਨੇ 10-10 ਸਾਲ ਦੇ ਬੱਚੇ ਆਏ ਹੋਏ ਨੇ, 5-5 ਸਾਲ ਦੇ ਬੱਚੇ ਆਏ ਹੋਏ ਨੇ। ਉਹਨਾਂ ਨੂੰ ਸੰਘਰਸ਼ ਦੀ ਭਾਵੇਂ ਕੋਈ ਸਮਝ ਨਹੀਂ, ਪਰ ਉਹ ਨਾਰਾ ਬੁਲੰਦ ਕਰਦੇ ਹੈ ਕਿ ਜੇ ਲੜਨਾ ਨਹੀਂ ਆਉਂਦਾ, ਮਰਨਾ ਤੇ ਆਉਂਦਾ ਹੈ। ਵੇਖੋ ਇਤਿਹਾਸ ਰਿਪੀਟ ਕਿਵੇਂ ਹੋ ਰਿਹਾ ਹੈ। ਨਾਲੇ ਜ਼ਰੂਰ ਆਪਣੇ ਦਿਮਾਗ 'ਚ ਇਹ ਇਤਿਹਾਸ ਨੂੰ ਰੱਖਿਆ ਕਰੋ ਵੀ ਉਹ ਇਤਿਹਾਸ ਦੁਬਾਰਾ ਰਿਪੀਟ ਹੋ ਰਿਹਾ ਜੀ, ਉਹੀ ਪੂਰਨਿਆਂ ਤੇ ਅਸੀਂ ਚੱਲ ਰਹੇ। ਹੁਣ ਜਦੋਂ ਬਾਬਾ ਜੁਝਾਰ ਸਿੰਘ ਜੀ ਨੂੰ ਸ਼ਸਤਰ ਬਸਤਰ ਮਹਾਰਾਜ ਨੇ ਪਹਿਨਾਏ ਤੇ ਬਾਬਾ ਜੀਵਨ ਸਿੰਘ ਜੀ ਗੇਟ ਤੇ ਖੜੇ ਆ, ਭਾਈ ਜੱਤਾ ਜੀ ਡਿਉੜੀ ਦੇ ਦਰਵਾਜ਼ੇ ਤੇ। ਕਹਿੰਦੇ ਮਹਾਰਾਜ ਮੈਂ ਦਰਵਾਜ਼ਾ ਨਹੀਂ ਖੋਲਣਾ। ਬਰਾਗ 'ਚ ਆ ਕੇ ਕਹਿੰਦੇ ਮੈਂ ਦਰਵਾਜ਼ਾ ਨਹੀਂ ਖੋਲਣਾ। ਮਹਾਰਾਜ ਕਹਿੰਦੇ ਕਿਉਂ ਨਹੀਂ ਖੋਲਣਾ? ਕਿਉਂ ਨਹੀਂ ਖੋਲਣਾ ਭਾਈ? ਕਹਿੰਦੇ ਜੀ ਪਹਿਲਾ ਪੁੱਤਰ ਸ਼ਹੀਦ ਹੋ ਗਿਆ ਵੱਡਾ, 2 ਛੋਟੇ ਤੇ ਮਾਤਾ ਜੀ ਪਤਾ ਨਹੀਂ ਕਿੱਧਰੇ ਚਲੇ ਗਏ, ਮਿਲਣਗੇ ਕਿ ਨਹੀਂ, ਇੱਕ ਤੇ ਕੋਲ ਰੱਖ ਲਓ, ਤੁਹਾਡੀ ਵੰਸ਼ ਚੱਲਦੀ ਰਹਿ ਜਾਏਗੀ। ਇੱਥੇ ਮੈਂ ਇੱਕ ਨੁਕਤਾ ਹੋਰ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ। ਮਹਾਰਾਜ ਦੀ ਕੁਰਬਾਨੀ ਬੜੀ ਵੱਡੀ ਹੈ, ਜਿਹਦਾ ਮੁਕਾਬਲਾ ਕੋਈ ਨਹੀਂ, ਪਰ ਮਹਾਰਾਜ ਨੇ ਕੁਰਬਾਨੀ ਤੋਂ ਵੱਡੀ ਆਪਣੀ ਸੋਚ ਰੱਖੀ ਹੈ। ਕਿਵੇਂ? ਮਹਾਰਾਜ ਨੇ ਪਹਿਲਾਂ ਪੂਰਾ ਪਰਿਵਾਰ ਲੇਖੇ ਲਾਇਆ, ਕੋਈ ਪਰਿਵਾਰ ਦਾ ਜੀ ਨਹੀਂ ਬਚਿਆ, ਤਾਂ ਕਿ ਜਦੋਂ ਸ਼ਬਦ ਨੂੰ ਗੱਦੀ ਦੇਵਾਂਗੇ ਬਾਅਦ 'ਚ ਕੋਈ ਇਸ ਗੁਰੂ ਘਰ ਦਾ ਦਾਅਵੇਦਾਰ ਨਹੀਂ ਬਣੂਗਾ। ਆਖੋ ਸਤਨਾਮ, ਆਖੋ ਜੀ ਸਤਨਾਮ। ਇਸ ਗੁਰੂ ਘਰ ਦਾ ਕੋਈ ਦਾਅਵੇਦਾਰ ਨਹੀਂ ਬਣੂ। ਪਹਿਲਾਂ ਪਰਿਵਾਰ ਖਤਮ ਕੀਤਾ, ਨਹੀਂ ਤੇ ਪਰਿਵਾਰ ਦੇ ਵਿੱਚ ਗੱਦੀ ਚੱਲਦੀ ਰਹਿਣੀ ਸੀ। ਬਾਅਦ ਵਿੱਚ ਸ਼ਬਦ ਗੁਰੂ ਨੂੰ ਗੱਦੀ ਦੇਤੀ, ਜਿਹੜੇ ਜੁਗੋ ਜੁਗ ਅਟਲ ਨੇ। ਬੜਾ ਕੁਝ ਹੈ ਇਤਿਹਾਸ ਦਾ, ਜੇ ਫਰੋਲਣਾ ਹੋਵੇ ਬਹੁਤ ਗੱਲਾਂ ਦਾ ਸਾਨੂੰ ਪਤਾ ਵੀ ਨਹੀਂ। ਜੋ ਸਾਨੂੰ ਮੋਟਾ ਮੋਟਾ ਸੁਣਿਆ ਸੁਣਾਇਆ ਜਾਂਦਾ ਹੈ, ਇੰਨਾ ਕੀ ਸਾਨੂੰ ਪਤਾ ਹੈ। ਤੇ ਪਿਆਰਿਓ, ਜਦੋਂ ਕਲਗੀਧਰ ਪਾਤਸ਼ਾਹ
ਹੁਣ ਬਾਬਾ ਜੁਝਾਰ ਸਿੰਘ ਜੀ ਨੂੰ ਤੋਰਨ ਲੱਗੇ ਐ, 5ਵਾਂ ਜਥਾ ਜਾ ਰਿਹਾ, 40 ਸਿੰਘ ਤੇ ਚਲੇ ਗਏ ਨੇ। ਜੇ 5ਵਾਂ ਜਥਾ ਜਾ ਰਿਹਾ ਹੈ, 40 ਸਿੰਘ ਚਲੇ ਗਏ, ਤੇ ਹੁਣ ਦਰਬਾਰ ਵਿੱਚ ਕੌਣ ਰਹਿ ਗਿਆ ਮਹਾਰਾਜ ਦੇ ਨਾਲ? ਭਾਈ ਸੰਗਤ ਸਿੰਘ ਜੀ, ਭਾਈ ਜੀਵਨ ਸਿੰਘ ਜੀ, ਭਾਈ ਸੰਗਤ ਸਿੰਘ, ਭਾਈ ਜੀਵਨ ਸਿੰਘ, ਪਿਆਰੇ ਮਾਨ ਸਿੰਘ, ਪਿਆਰੇ ਦਇਆ ਸਿੰਘ ਤੇ ਪਿਆਰੇ ਧਰਮ ਸਿੰਘ। ਇਹ 5 ਸਿੰਘ ਰਹਿ ਗਏ ਮਹਾਰਾਜ ਦੇ ਕੋਲ, ਜਿਹੜੇ ਹਜੂਰੀ ਸੇਵਾਦਾਰ ਸੀ। ਤੇ ਨਾਲ ਮਹਾਰਾਜ ਜੀ, ਮਹਾਰਾਜ ਕਹਿੰਦੇ ਜੀਵਨ ਸਿਆ, ਅੱਜ ਪੰਥ ਨੂੰ, ਅੱਜ ਕੌਮ ਨੂੰ ਲੋੜ ਹੈ, ਦੇਸ਼ ਨੂੰ ਲੋੜ ਹੈ। ਅੱਜ ਮੇਰੇ ਪੁੱਤਰ ਦਾ ਰਾਹ ਨਾ ਰੋਕ, ਇਹ ਇਕੱਲੇ ਹੀ ਮੇਰੇ ਪੁੱਤ ਥੋੜੋ ਹੈ। ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਮੇਰੇ ਚਾਰੇ ਹੀ ਥੋੜੋ ਸੀ, ਤੁਸੀਂ ਵੀ ਮੇਰੇ ਪੁੱਤ ਹੋ। ਆਉਣ ਵਾਲੇ ਟਾਈਮ 'ਚ ਜਿਹੜੇ ਅੰਮ੍ਰਿਤਧਾਰੀ ਧੀਆਂ ਪੁੱਤ ਹੋਣਗੇ, ਉਹ ਵੀ ਮੇਰੇ ਧੀਆਂ ਪੁੱਤ ਨੇ। ਤੁਸੀਂ ਇਕੱਲੇ ਚਾਰਿਆਂ ਨੂੰ ਨਾ ਦੇਖੋ, ਇਹ ਸਾਰੇ ਹੀ ਤੁਸੀਂ ਵੀ ਮੇਰੇ ਪੁੱਤ ਹੋ। ਤੇ ਪਿਆਰਿਓ, ਅੱਜ ਦੁੱਖ ਪਤਾ ਕਦੋਂ ਲੱਗਦਾ? ਮੈਂ ਮਾਫੀ ਮੰਗ ਕੇ ਬੇਨਤੀ ਕਰਦਾ, ਜਦੋਂ ਸਾਹਿਬਜ਼ਾਦਿਆਂ ਦੀ ਸਭਾ ਹੋਵੇ ਫਤਿਹਗੜ੍ਹ ਸਾਹਿਬ, ਚਮਕੌਰ ਸਾਹਿਬ, ਤੇ ਅਸੀਂ ਆਪਣੇ ਮੂੰਹ ਤੋਂ ਕੇਸ ਨਵੇਂ-ਨਵੇਂ ਕਟਾ ਕੇ ਮੇਲਾ ਦੇਖਣ ਜਾਈਦਾ। ਬਈ ਉੱਥੋਂ ਤੇ ਆਵਾਜ਼ ਆਉਂਦੀ ਹੈ ਵੀ ਭਾਈ ਸਿੱਖੀ ਸਿਦਕ ਨਾ ਛੱਡਿਓ, ਧਰਮ ਨਾ ਛੱਡਿਓ, ਤੇ ਅਸੀਂ ਨਵੇਂ-ਨਵੇਂ ਮੂੰਹ ਤੇ ਡਿਜ਼ਾਈਨ ਪਾ ਕੇ ਜਾਈਏ ਵੀ ਅਸੀਂ ਮੱਥਾ ਟੇਕਣ ਚੱਲੇ। ਦਿਲ ਤੇ ਨਾ ਲਾ ਲਿਓ ਗੱਲ, ਕੋਈ ਗੁੱਸਾ ਵੀ ਨਾ ਮਨਾ ਲਿਓ, ਪਰ ਸਾਡੀ ਸੱਚਾਈ ਇਹ ਹੈ। ਮੈਂ ਬੇਨਤੀ ਤਾਂ ਕਰਦਾ ਕਿਉਂਕਿ ਉਹਨਾਂ ਨੇ ਸਿੱਖੀ ਖਾਤਰ ਜਾਨਾਂ ਦਿੱਤੀਆਂ ਨੇ, ਉਹਨਾਂ ਨੇ ਸਾਬਤ ਸੂਰਤ ਰਹਿਣ ਲਈ ਆਪਣਾ ਆਪ ਵਾਰਿਆ। ਉਹ ਕੀ ਸੋਚਦੇ ਹੋਣਗੇ ਸਾਡੇ ਬਾਬੇ ਵੀ ਇਹਨਾਂ ਭਰਾਵਾਂ ਲਈ ਅਸੀਂ ਸ਼ਹਾਦਤ ਦਿੱਤੀ ਹੈ, ਜਿਨ੍ਹਾਂ ਨੂੰ ਅੱਜ ਕੇਸ ਵੀ ਭਾਰੇ ਲੱਗਦੇ ਆ, ਜਿਨ੍ਹਾਂ ਨੂੰ ਅੱਜ ਪੱਗ ਵੀ ਭਾਰੀ ਲੱਗਦੀ ਹੈ। ਮੈਂ ਬੇਨਤੀ ਕਰਨ ਲੱਗਿਆ ਤੁਹਾਡੇ ਚਰਨਾਂ 'ਚ, ਅੱਗੇ ਚੱਲ ਕੇ ਬੇਨਤੀ ਕੇਸਾਂ ਦੀ ਵੀ ਆ ਜਾਏਗੀ। ਹੁਣ ਜਦੋਂ ਮਹਾਰਾਜ ਜੀ ਨੇ ਹੱਥੀਂ ਦੂਸਰੇ ਪੁੱਤਰ ਨੂੰ ਤੋੜਤਾ, ਪੁੱਤਰ ਸ਼ਹੀਦ ਹੋ ਗਿਆ, ਮਹਾਰਾਜ ਜੈਕਾਰੇ ਲਾਏ, ਰਾਤ ਪੈ ਗਈ। ਤੇ ਉਸ ਵੇਲੇ ਇਹ ਨਿਯਮ ਹੁੰਦਾ ਸੀ ਕਿ ਰਾਤ ਵੇਲੇ ਜੰਗ ਬੰਦ ਕਰ ਦਿੱਤਾ ਜਾਂਦਾ ਸੀ। ਦਿਨ ਵੇਲੇ ਜੰਗ ਹੋਣਾ, ਰਾਤ ਨੂੰ ਜੰਗ ਬੰਦ ਕਰ ਦੇਣਾ। ਤੇ ਜਦੋਂ ਰਾਤ ਪਈ, ਪਿਆਰੇ ਦਇਆ ਸਿੰਘ, ਧਰਮ ਸਿੰਘ ਜੀ ਪੁੱਛਦੇ ਐ, ਮਹਾਰਾਜ ਹੁਣ ਕੱਲ ਦਾ ਕੀ ਪ੍ਰੋਗਰਾਮ ਹੈ? ਆਪਾਂ ਤੇ 5 ਜਾਣੇ ਐ, ਕੱਲ ਦਾ ਕੀ ਪ੍ਰੋਗਰਾਮ ਹੈ? ਮਹਾਰਾਜ ਕਹਿੰਦੇ ਕੱਲ ਨੂੰ ਆਪਾਂ ਜਾ ਕੇ ਸ਼ਹੀਦ ਹੋਵਾਂਗੇ, ਆਪਾਂ ਵੀ ਜੂਝਾਂਗੇ। ਤੇ ਉਸ ਵੇਲੇ ਪਿਆਰੇ ਦਇਆ ਸਿੰਘ ਜੀ ਨੇ ਹੱਥ ਜੋੜੇ। ਪਿਆਰੇ ਦਇਆ ਸਿੰਘ ਕਹਿੰਦੇ ਮਹਾਰਾਜ ਸਾਡੇ ਵਰਗੇ ਲੱਖਾਂ ਸਿੱਖ ਕੁਰਬਾਨ ਹੋ ਜਾਣ, ਤੁਸੀਂ ਹੋਰ ਸਿੱਖ ਪੈਦਾ ਕਰ ਲੋਗੇ, ਪਰ ਜੇ ਤੁਸੀਂ ਚਲੇ ਗਏ, ਜੇ ਤੁਸੀਂ ਚਲੇ ਗਏ, ਤੁਹਾਡੇ ਵਰਗਾ ਗੁਰੂ ਨਹੀਂ ਮਿਲਣਾ। ਤੁਹਾਡੇ ਵਰਗਾ ਗੁਰੂ ਅਸੀਂ ਕਿੱਥੋਂ ਮਿਲਾਂਗੇ? ਕਿੱਥੋਂ ਸਾਨੂੰ ਤੁਹਾਡੇ ਵਰਗਾ ਗੁਰੂ ਮਿਲੇਗਾ? ਤੁਸੀਂ ਰਾਤੋਂ ਰਾਤ ਚਮਕੌਰ ਦੀ ਗੜੀ ਛੱਡ ਕੇ ਚਲੇ ਜਾਓ। ਪਿਆਰੇ ਦਇਆ ਸਿੰਘ ਜੀ ਕਹਿੰਦੇ, ਮਹਾਰਾਜ ਕਹਿੰਦੇ ਸੁਝਾਅ ਤੇਰਾ ਬਹੁਤ ਚੰਗਾ ਦਇਆ ਸਿਆ, ਪਰ ਤੂੰ ਸੇਵਾਦਾਰ ਤੇ ਮੈਂ ਗੁਰੂ, ਮੈਂ ਚਾਹੇ ਮੰਨਾ ਚਾਹੇ ਨਾ ਮੰਨਾ, ਮਰਜ਼ੀ ਮੇਰੀ ਹੈ, ਜਾਵਾਂਗਾ ਜੰਗ 'ਚ। ਨਹੀਂ ਮੰਨੇ ਮਹਾਰਾਜ, ਫਿਰ 5 ਨੇ ਗੁਰਮਤਾ ਕੀਤਾ। ਇਹ ਗੱਲ ਬੜੇ ਗੌਰ ਨਾਲ ਸੁਣਿਓ ਜੀ, 5 ਨੇ ਗੁਰਮਤਾ ਕੀਤਾ। ਸੁਣੀ ਆਪਾਂ ਅੱਗੇ ਵੀ ਹੈ, ਪਰ ਵਿੱਚੋਂ ਕੁਝ ਨਵਾਂ ਮਿਲੂਗਾ ਤੁਹਾਨੂੰ। 5 ਨੇ ਗੁਰਮਤਾ ਕੀਤਾ। ਪਿਆਰੇ ਦਇਆ ਸਿੰਘ ਜੀ, ਪਿਆਰੇ ਧਰਮ ਸਿੰਘ ਜੀ, ਪਿਆਰੇ ਮਾਨ ਸਿੰਘ ਜੀ, ਪਿਆਰੇ ਸੰਗਤ ਸਿੰਘ ਜੀ ਤੇ ਪਿਆਰੇ ਜੀਵਨ ਸਿੰਘ ਜੀ, 5 ਸਿੰਘ ਜਿਹੜੇ ਉੱਥੇ ਸਨ ਮਹਾਰਾਜ ਦੇ ਨਾਲ। 5 ਨੇ ਗੁਰਮਤਾ ਕੀਤਾ ਤੇ 5 ਹੀ ਇਕੱਠੇ ਹੋ ਕੇ ਜਦੋਂ ਮਹਾਰਾਜ ਵੱਲ ਆਏ, ਮਹਾਰਾਜ ਆਪਣੇ ਆਸਣ ਤੋਂ ਉੱਠ ਕੇ ਜੋੜਾ ਲਾ ਕੇ ਹੱਥ ਜੋੜ ਕੇ ਖੜ ਗਏ 5 ਦੇ ਅੱਗੇ। ਸਤਿ ਸ੍ਰੀ ਅਕਾਲ। 5 ਦੇ ਮੋਹਰੇ ਖੜ ਗਏ ਮਹਾਰਾਜ ਜੀ, ਹੱਥ ਜੋੜ ਕੇ, ਆਓ ਖਾਲਸਾ ਜੀ। ਕਿਵੇਂ ਆਉਣੇ ਹੋਏ? ਕਹਿੰਦੇ ਮਹਾਰਾਜ ਤੁਸੀਂ ਆਖਿਆ ਸੀ 5 ਦਾ ਹੁਕਮ ਮੰਨਾਂਗਾ, ਪਰ ਅਸੀਂ ਹੁਕਮ ਨਹੀਂ ਕਰਦੇ। ਆ ਗੱਲ ਧਿਆਨ ਨਾਲ ਸੁਣਿਆ ਜੇ, ਨਹੀਂ ਤੇ ਬਹੁਤੇ ਪ੍ਰਚਾਰਕ ਆਪਣੇ ਇਹੀ ਕਹਿੰਦੇ ਵੀ 5 ਨੇ ਹੁਕਮ ਕੀਤਾ। ਨਹੀਂ ਨਹੀਂ, ਹੁਕਮ ਨਹੀਂ ਸੀ ਕੀਤਾ। ਕਿਉਂ? ਅੱਗਿਓਂ ਗੱਲ ਨਿਕਲ ਆਵੇਗੀ। 5 ਕਹਿੰਦੇ ਜੀ ਤੁਸੀਂ ਕਿਹਾ ਸੀ ਮੈਂ ਪੰਚਾਇਤ ਦਾ ਹੁਕਮ ਮੰਨਾਂਗਾ, ਆਪਣੇ ਹੱਥੀਂ ਬਣਾਈ ਦਾ, ਪਰ ਅਸੀਂ ਹੁਕਮ ਨਹੀਂ ਕਰਦੇ। ਸਾਡੀ ਬੇਨਤੀ ਹੱਥ ਜੋੜ ਕੇ ਹੈ ਵੀ ਰਾਤ ਦੇ ਹਨੇਰੇ 'ਚ ਇਹ ਚਮਕੌਰ ਦੀ ਗੜੀ ਛੱਡ ਕੇ ਚੁੱਪ ਕਰਕੇ ਚਲੇ ਜਾਓ, ਦੁਸ਼ਮਣਾਂ ਨੂੰ ਪਤਾ ਨਾ ਲੱਗੇ। ਤੇ ਜੇ ਹੁੰਦਾ ਹੁਕਮ ਤੇ ਮਹਾਰਾਜ ਮੈਨੂੰ ਦੱਸੋ ਵੀ ਚੁੱਪ ਕਰਕੇ ਗਏ ਐ? ਮਹਾਰਾਜ ਤੇ ਤਾੜੀ ਮਾਰ ਕੇ ਨਗਾਰੇ ਤੇ ਚੋਟ ਲਾ ਕੇ ਗਏ। ਫਿਰ 5 ਦੀ ਹੁਕਮ ਅਦੁੱਲੀ ਨਾ ਹੁੰਦੀ? ਆਖੋ ਸਤਨਾਮ ਵਾਹਿਗੁਰੂ। ਫਿਰ ਲੋਕ ਕਹਿੰਦੇ ਨਾ 5 ਦਾ ਬਚਨ ਨਹੀਂ ਮੰਨਿਆ ਮਹਾਰਾਜ ਨੇ, ਹੁਕਮ ਕੀਤਾ ਹੀ ਨਹੀਂ ਸੀ।
ਕਹਿੰਦੇ ਸੀ ਤੁਸੀਂ ਕਿਹਾ ਸੀ ਹੁਕਮ ਮੰਨਾਂਗੇ, ਪਰ ਅਸੀਂ ਬੇਨਤੀ ਕਰਦੇ ਹਾਂ, ਸਾਡੀ ਬੇਨਤੀ ਮੰਨ ਲਓ, ਸਾਡੀ ਅਰਜ਼ ਮੰਨ ਲਓ, ਇਹ ਗੜੀ ਛੱਡ ਕੇ ਚਲੇ ਜਾਓ। ਮਹਾਰਾਜ ਕਹਿੰਦੇ ਜੇ ਆਪਣੀ ਬਣਾਈ ਪੰਚਾਇਤ ਦਾ ਫੈਸਲਾ ਨਹੀਂ ਮੰਨਦਾ, ਆਉਣ ਵਾਲੇ ਵੀ ਨਹੀਂ ਮੰਨਣਗੇ। ਜਾਵਾਂਗਾ ਪਰ ਉਹ ਬੇਨਤੀ ਮੰਨਾਂਗਾ ਜਿਹੜੀ ਮੰਨਣ ਵਾਲੀ ਹੈ, ਜਿਹੜੀ ਨਹੀਂ ਮੰਨਣ ਵਾਲੀ ਉਹ ਮੈਂ ਨਹੀਂ ਮੰਨਾਂਗਾ, ਚੁੱਪ ਕਰਕੇ ਨਹੀਂ ਜਾਣਾ। ਨਹੀਂ ਤੇ ਲੋਕ ਕਹਿਣਗੇ ਜੰਗ ਦਾ ਚੋਰ ਹੈ, ਚੁੱਪ ਕਰਕੇ ਚਲਿਆ ਗਿਆ, ਜਾਨ ਬਚਾ ਕੇ ਭੱਜ ਗਿਆ। ਜਾਵਾਂਗਾ, ਲਲਕਾਰ ਕੇ ਚਲੇ ਜਾਵਾਂਗਾ। ਮਹਾਰਾਜ ਨੇ ਰਾਤ ਨੂੰ ਆਪਣੇ ਸੀਸ ਦਾ ਤਾਜ ਲਾਇਆ, ਕਲਗੀ ਭਾਈ ਸੰਗਤ ਸਿੰਘ ਦੇ ਸੀਸ ਤੇ ਸਜਾਤੀ। ਉਹਨਾਂ ਦਾ ਚਿਹਰਾ ਕਲਗੀਧਰ ਪਾਤਸ਼ਾਹ ਦੇ ਚਿਹਰੇ ਵਰਗਾ ਰਲਦਾ ਸੀ। ਮਹਾਰਾਜ ਕਹਿੰਦੇ ਤਖਤ ਪਹਿਲਾਂ ਛੱਡ ਦਿੱਤਾ ਆਨੰਦਪੁਰ ਸਾਹਿਬ, ਤਾਜ ਅੱਜ ਸਿੱਖ ਪੰਥ ਨੂੰ ਦੇ ਚੱਲਿਆ। ਅੱਜ ਤੋਂ ਤਖਤ ਵੀ ਤੁਹਾਡੇ, ਅੱਜ ਤੋਂ ਤਾਜ ਵੀ ਤੁਹਾਡੇ। ਜਦੋਂ ਪਾਤਸ਼ਾਹ ਜੀ ਤੁਰੇ ਤੇ ਪਿਆਰੇ ਦਇਆ ਸਿੰਘ ਕਹਿੰਦੇ ਮਹਾਰਾਜ ਕਿੱਥੇ ਮਲਾਪ ਹੋਣਗੇ? ਮਹਾਰਾਜ ਕਹਿੰਦੇ ਨੇ ਕਿ ਮਾਛੀਵਾੜੇ ਦੇ ਜੰਗਲਾਂ ਵੱਲ ਨੂੰ ਆ ਜਿਓ। ਇਤਿਹਾਸਕਾਰ ਲਿਖਦੇ ਧਰੂ ਤਾਰੇ ਦੀ ਸੇਧ ਲੈ ਲਿਓ। ਮਹਾਰਾਜ ਕਹਿੰਦੇ ਉਹਦੀ ਸੇਧ ਲੈ ਕੇ ਤੁਰੇ ਆਇਓ। ਤੇ ਪਿਆਰਿਓ ਜਦੋਂ ਇਹ ਬਚਨ ਕਰਕੇ ਪਾਤਸ਼ਾਹ ਨਿਕਲੇ ਤੇ ਮਹਾਰਾਜ ਨੇ ਗੜੀ ਦੇ ਵਿੱਚ ਜਾਣ ਤੋਂ, ਜੰਗ ਦੇ ਮੈਦਾਨ ਵਿੱਚ ਦੀ ਜਾਣਾ ਸੀ, ਉਹਦੇ ਵਿੱਚ ਜਾਣ ਤੋਂ ਪਹਿਲਾਂ ਜੋੜਾ ਵੀ ਲਾਤਾ। ਹੁਣ ਆ ਠੰਡ ਦੇ ਦਿਨ ਨੇ, ਆਪਾਂ 2-2 ਜਰਾਬਾਂ ਵੀ ਪਾਈ ਦੀਆਂ, ਆਪਾਂ 4-4 ਕੱਪੜੇ ਪਾਈਦੇ ਐ। ਮਹਾਰਾਜ ਜੀ ਨੇ ਚਰਨਾਂ ਦਾ ਜੋੜਾ ਲਾਇਆ। ਪਿਆਰੇ ਦਇਆ ਸਿੰਘ ਜੀ ਕਹਿੰਦੇ ਮਹਾਰਾਜ ਕਿਉਂ ਲਾ ਰਹੇ ਹੋ? ਮਹਾਰਾਜ ਕਹਿੰਦੇ ਮੇਰੇ ਜਾਨਾਂ ਤੋਂ ਪਿਆਰੇ ਸਿੰਘ ਇਸ ਜੰਗ ਦੇ ਮੈਦਾਨ ਵਿੱਚ ਸ਼ਹੀਦ ਹੋਏ ਐ। ਕਈਆਂ ਦੇ ਕੇਸ ਖੁੱਲੇ ਹੋਣਗੇ, ਰਾਤ ਦੇ ਹਨੇਰੇ 'ਚ ਮੇਰਾ ਜੋੜਾ ਕੇਸਾਂ ਤੇ ਆ ਜਾਊਗਾ ਤੇ ਗੁਰੂ ਕੀ ਮੋਹਰ ਦੀ ਬੇਅਦਬੀ ਹੋ ਜੂ, ਮੈਂ ਤਾਂ ਜੋੜਾ ਲਾਇਆ। ਮਹਾਰਾਜ ਸੂਲਾਂ ਲੱਗਣਗੀਆਂ, ਮਹਾਰਾਜ ਕਹਿੰਦੇ ਪ੍ਰਵਾਨ ਹੈ, ਪਰ ਕੇਸਾਂ ਦੀ ਬੇਅਦਬੀ ਪ੍ਰਵਾਨ ਨਹੀਂ। ਸਾਡੇ ਕੇਸ ਕਿੱਥੇ ਰੁਲਦੇ ਆ ਜੀ? ਨਾਲੀਆਂ ਦੇ ਵਿੱਚ। ਤੇ ਹਿਸਾਬ ਲਾ ਲਓ, ਮੈਂ ਬੇਨਤੀ ਕੀਤੀ ਸੀ ਵੀ ਮਹਾਰਾਜ ਨੇ ਕੇਸਾਂ ਦਾ ਕਿੱਡਾ ਸਤਿਕਾਰ ਕੀਤਾ ਤੇ ਅਸੀਂ ਜਾ ਕੇ ਕੁਰਸੀ ਤੇ ਬਹਿ ਜੀਦਾ ਹੈ ਵੀ ਭਾਈ ਜਿਹੜਾ ਜ਼ਮਾਨੇ ਦਾ ਕੱਟ ਚੱਲਦਾ ਪਾ ਦੇ, ਤੇ ਸਾਡੇ ਕੇਸ ਅਗਲਾ ਕਿੱਥੇ ਰੋਲਦਾ ਜੀ? ਉਹ ਨਾਲੀਆਂ 'ਚ ਰੁਲਦੇ ਆ। ਗੁਰੂ ਦੀ ਮੋਹਰ, ਉਹ ਗੁਰੂ ਦੀ ਮੋਹਰ ਦਾ ਸਤਿਕਾਰ ਜਿਹੜਾ ਮਹਾਰਾਜ ਨੇ ਸੂਲਾਂ ਲੱਗਣੀਆਂ ਪ੍ਰਵਾਨ ਕੀਤੀਆਂ, ਪਰ ਨੰਗੇ ਚਰਨ ਰੱਖੇ। ਮਹਾਰਾਜ ਤੁਰੇ, ਉੱਥੇ ਇੱਕ ਕਵੀ ਲਿਖਦਾ ਹੈ, ਬੱਦਲਾਂ 'ਚ ਬਿਜਲੀ ਝਮਕੇ ਸੀਗੀ ਮਾਰਦੀ, ਹੋਈ ਰੁਸ਼ਨਾਈ ਜਦ ਸੁਨਹਿਰੀ ਜਹੀ ਤਾਰ ਦੀ, ਧਰਤੀ ਤੇ ਨਿਗਾਹ ਜਾ ਪਈ ਸੀ ਦਾਤਾਰ ਦੀ। ਦਇਆ ਸਿੰਘ ਸਰੀਰ ਲਾਸ਼ ਲਈ ਬੈਠਾ ਅਜੀਤ ਤੇ ਜੁਝਾਰ ਦੀ। ਕਹਿੰਦੇ ਜਦੋਂ ਮਹਾਰਾਜ ਜੀ ਲੰਘਣ ਲੱਗੇ ਨਾ ਤੇ ਬੱਦਲਾਂ ਨੇ ਚਮਕਾਰਾ ਮਾਰਿਆ ਤੇ ਰੋਸ਼ਨੀ ਹੋਈ ਤੇ ਮਹਾਰਾਜ ਜੀ ਦੇ ਸਪੁੱਤਰਾਂ ਦੇ ਸਰੀਰ ਲੈ ਕੇ ਗੋਦ ਵਿੱਚ ਪਿਆਰੇ ਦਇਆ ਸਿੰਘ ਜੀ ਬਹਿ ਗਏ ਤੇ ਮਹਾਰਾਜ ਕੋਲ ਦੀ ਲੰਘ ਚੱਲੇ ਜਿਵੇਂ ਜਾਣਦੇ ਨਹੀਂ ਹੁੰਦੇ। ਤੇ ਉੱਥੇ ਫਿਰ ਦਇਆ ਸਿੰਘ ਜੀ, ਇੱਕ ਕਵੀ ਦੀ ਲਿਖਤ ਹੈ, ਭਾਵਨਾ ਹੁੰਦੀ ਹੈ ਕਵੀ ਦੀ। ਕਹਿੰਦੇ ਦਇਆ ਸਿੰਘ ਮਹਾਰਾਜ ਜੀ ਨੂੰ ਕਹਿ ਰਿਹਾ ਕੀ ਸੀ ਕਲਗੀਆਂ ਵਾਲਿਆ ਵਿਗੜ ਚੱਲਾ, ਇੱਕ ਨਜ਼ਰ ਦੇ ਚਾਨਣਾ ਤੇ ਮਾਰ ਜਾਂਦਾ, ਤੁਹਾਡੇ ਤਿਆਗ ਦੀ ਮਹਿੰਦੀ ਨਾ ਲੱਥਣੀ ਸੀ, ਸੁੱਕਾ ਹੱਥ ਜੇ ਚਿਹਰਿਆਂ ਤੇ ਫੇਰ ਜਾਂਦਾ। ਮਹਾਰਾਜ ਇਹਨਾਂ ਚਿਹਰਿਆਂ ਤੇ ਪਿਆਰ ਦੇ ਜਾਓ, ਤੁਹਾਡੇ ਤਿਆਗ ਦੀ ਮਹਿੰਦੀ ਨਹੀਂ ਸੀ ਲਿਥਣੀ, ਇਹਨਾਂ ਨੂੰ ਪਿਆਰ ਤੇ ਦੇ ਜਾਓ ਜਾਂਦੇ ਜਾਂਦੇ। ਗਰੀਬ ਤੋਂ ਗਰੀਬ ਮਾਪੇ ਦੁਨੀਆ ਤੇ ਆਏ ਨੇ, ਪਰ ਕਫਣੋਂ ਬਗੈਰ ਦੱਸ ਕਿਹਦੇ ਪੁੱਤ ਗਏ ਨੇ? ਗਰੀਬ ਤੋਂ ਗਰੀਬ ਮਾਪਾ ਵੀ ਕਫਣ ਤੋਂ ਬਗੈਰ ਆਪਣੀ ਔਲਾਦ ਨੂੰ ਨਹੀਂ ਤੋਰਦਾ ਜੇ ਕਿਤੇ ਇਦਾਂ ਦਾ ਭਾਣਾ ਵਰਤ ਜੇ। ਇਹਨਾਂ ਤੇ ਕਫਣ ਤੇ ਪਾ ਦਿਓ। ਮਹਾਰਾਜ ਨੇ ਪਤਾ ਉਸ ਵੇਲੇ ਜਵਾਬ ਦਿੱਤਾ। ਮਹਾਰਾਜ ਕਹਿੰਦੇ ਉੱਠ ਸਿੰਘਾ, ਮੋਹ ਵਾਲੇ ਤਿਣਕੇ ਤਰੋੜ ਦੇ, ਇਹਨਾਂ ਦਾ ਹੀ ਪੱਲਾ ਇਹਨਾਂ ਦੇ ਮੁੱਖ ਉੱਤੇ ਮੋੜ ਦੇ। ਕਹਿੰਦੇ ਜੇ ਕਫਣ ਪਾਉਣਾ ਤੇ ਜੰਗ ਦੇ ਮੈਦਾਨ ਵਿੱਚ ਪਏ ਮੇਰੇ ਸਾਰੇ ਪੁੱਤਰਾਂ ਤੇ ਪਾ। ਉਹਦੀ ਬਾਬਤ ਮਹਾਰਾਜ ਕੀ ਕਹਿੰਦੇ? ਔਖ ਸੌਖ ਵਿੱਚ ਜਿਹੜੇ ਮੇਰੇ ਭਾਈਵਾਲ ਨੇ, ਵੇਖ ਜੰਗ ਦੇ ਮੈਦਾਨ ਵਿੱਚ ਪਏ ਕਿਹੜੇ ਹਾਲ ਨੇ, ਬਿਨਾਂ ਤਨਖਾਹਾਂ ਤੋਂ ਜੋ ਰਹੇ ਮੇਰੇ ਨਾਲ ਨੇ। ਦਇਆ ਸਿਆ ਵੀ ਤਾਂ ਕਿਸੇ ਮਾਵਾਂ ਦੇ ਹੀ ਲਾਲ ਨੇ। ਜਿੰਨਾ ਚਿਰ ਇਹਨਾਂ ਦਾ ਹਿਸਾਬ ਨਹੀਂ ਮੁੱਕਦਾ, ਅਜੀਤ ਤੇ ਜੁਝਾਰ ਦੀ ਮੈਂ ਲਾਸ਼ ਨਹੀਂ ਚੁੱਕਦਾ। ਜੇ ਕਫਨ ਪਾਉਣਾ ਮੇਰੇ ਸਾਰੇ ਸ਼ਹੀਦ ਪੁੱਤਰਾਂ ਤੇ ਪਾ, ਨਹੀਂ ਤੇ ਇਹਨਾਂ ਤੇ ਪਾਉਣ ਦੀ ਵੀ ਲੋੜ ਨਹੀਂ। ਲੋਕ ਕਹਿਣਗੇ ਆਪਣੇ ਪੁੱਤਰਾਂ ਨੂੰ ਹੋਰ ਸਮਝਦਾ ਤੇ ਦੂਜਿਆਂ ਨੂੰ ਹੋਰ ਸਮਝਦਾ। ਇਹਨਾਂ ਦਾ ਹੀ ਪੱਲਾ ਜਿਹੜਾ ਕਮਰ ਕੱਸਾ ਵੱਜਾ ਹੋਇਆ ਹੈ, ਇਹੀ ਇਹਨਾਂ ਦੇ ਮੁੱਖ ਤੇ ਪਾ ਦੇ ਤੇ ਉੱਠ ਚੱਲੀਏ। ਸਿੱਖੀ ਦੀਆਂ ਵਾਟਾਂ ਹਜੇ ਹੋਰ ਵੀ ਨੇ ਲੰਮੀਆਂ, ਸਿੱਖੀ ਦੀਆਂ ਵਾਟਾਂ ਤੇ ਹਜੇ ਬਹੁਤ ਲੰਮੀਆਂ। ਜਿਹੜਾ ਮਨ ਡਿੱਗ ਰਿਹਾ ਹੈ, ਇਹਦੇ ਥੱਲੇ ਬਾਣੀ ਦੀ ਥੰਮੀ ਦੇ ਤੇ ਉੱਠ ਕੇ ਖੜਾ ਹੋ। ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਬਚਨ ਆਪਾਂ ਪੜ੍ਹਦੇ ਹਾਂ, ਚਿਤ ਚਰਨ ਕਮਲ ਕਾ ਆਸਰਾ, ਚਿਤ ਚਰਨ ਕਮਲ ਸੰਗ ਜੋੜੀਐ,
मन लोचे बुरियाईया गुर शब्द एहो मन होड़ी है। बाहें जिन्हां दी पकड़ी है सिर दीजे बाहें ना छोड़िए। तेग बहादुर बोलिया धर पईए धर्म ना छोड़िए। शरीर चलिया जावे पर धर्म नहीं जाना चाहिए। महाराज चले गए, जदों गए ताड़ी मारी सिखां दे विच। महाराज जदों जान लगे उन्हां शरीरां दे विच दी ताड़ी मार के ललकार के गए भी हिंद दा पीर जा रहा है। जे किसे च हिम्मत है ते रोक लवे। नगारे ते चोट लगी ताड़ी बजाई तुहाडे साडे लई। नगारा बजाया दुश्मनां वास्ते। ताड़ी दा मतलब की सी? गुरुद्वारा ताड़ी साहब दर्शन करते हैं। ताड़ी तां मारी कि सिखो जदों मैं आनंदपुर साहब तो तुरिया चारे पुੱਤ नाल सीगे, मां नाल सी, पत्नियां नाल सी, जान तो प्यारे सिंह नाल सी। अज चमकौर तो चलिया ते खाली हथ लैके आखो सतनाम। सब कुछ तुहानू देता, अज खाली हथ है तां ही ताड़ी वजी है। जे एक हथ 'च भी कुछ फड़िया होवे ते ताड़ी कदे नहीं वजदी। ताड़ी उदों ही वजदी जदों दोने हथ खाली करके बंदा तुरे। सत श्री अज दोने हथ खाली करते पंथ वास्ते। अज तो बाद पंथ दा भार तुहाडे सिर ते है। महाराज चले सीधे चमकौर साहब तो माछीवाड़े नहीं आए, रस्ते विच बहलोलपुर पिंड च जांदे है, जिथे दा एक महाराज दा मसंद है पूरन। आ घटना तुहाडे च बेनती करांगा फिर समाप्ति करते हैं। पूर्ण मसंद बहलोलपुर पिंड च रहिंदा सी। मसंद शब्द माड़ा नहीं सी, मसंदां दीयां करतूतां ने माड़ा बनाया। मसंद महाराज ने साजे सी। मसंदां दा काम सी कि इलाके चों संगत दा दसवंध इकट्ठा करना ते गुरु दे घर च पहुंचाउणा। ते पूर्ण भी उन्हां चों एक सी, उन भी दसवंध इकट्ठा करना, अद्धा गुरु को पहुंचाउणा, अद्धा आप पहुंचा जांदा सी। गुरु दी माया नाल हवेलियां बनाईयां, गुरु दी माया नाल खेती बनाई, जिमीदार तकड़ा बनिया ते गुरु दी माया नाल सेठ कहाउण लग गया। बहुत उच्चा सुच्चा अपने आप नूं बना लिया दुनिया दे विच। मेरे वर्गा कारोबारी सेठ कोई नहीं, पर पैसा सारा ही गुरु दे नाम ते सी। पूरी माया गुरु चरनां च नहीं सी पहुंचाउंदा। ते जदों जाना तुहानूं पता है, महाराज आसा की वार च कहिंदे अपराधी दूणा निवै। जिहड़ा बंदा अपराधी हुंदा ना, ਉਹ गुरु दे अगे ज़्यादा दुगना झुक के मत्था टेकदा भी मैं लगा बहुत सच्चा दुनिया दे विच। अपराधी बंदा दुगना पखंड करदा, देख लिओ किते। आम बंदा ते नमस्कार करूगा सुभावक प्यार नाल ते आके बह जाऊगा। वो कई बार मत्था पता भी हुंदा दुनिया नूं भी इहदा जीवन किदां दा है, पर मत्था ही रगड़ी जांदा है, मत्था ही रगड़ी जांदा है। मेरे वर्गा भावना वाला ही कोई नहीं। मारे कहंदे अपराधी दूणा निवै। जिहड़ा अपराधी बंदा हुंदा ना, वो दुगना झुकदा है, हाँ जी जी ज़्यादा करदा है। ते जिहड़ा कोरा बंदा होवे, वो साफ गल करदा है। कई बारी दुनिया नूं माड़ा भी लग जांदा है, बेन मूँह ते ही गल कहती है। पर जिहड़ा बंदा मन दा सच्चा हुंदा है, वो कोरा हुंदा है। जिहड़ा बंदा मूँह तो मिठियां गोलियां जिहियां पाउंदा है ना, घात करूगा ही करू कदे ना कदे। आखो सतनाम। आ की कहंदा हुंदा सी, जिहदी मकान इत्थे बैठे सारे दे रहे हैं, ये की कहंदा हुंदा सी? फसलों के दाम अच्छे मिलेंगे, इदां ही कहंदा हुंदा सी बनन तो पहला। जदों पहली बार बनिया सी, मिल गए, जिहड़े मिलदे सी वो भी बंद हो गए। इन्हें भी शब्द जाल पाया ना। ये अपराधी लोग जिहड़े ने, ये दुगना मिठा बोल के दुनिया नूं अपने वल कर लैंदे। सो प्यारिओ, ये परख उदों हुंदी बंदे दी जदों बंदे दे अंदर ज्ञान होवे। ते ज्ञान गुरु दी शरण तो बिना मिलदा नहीं। कुंभे बद्दा जल रहे, जल बिन कुंभ ना होए। ज्ञान का बद्दा मन रहे, गुर बिन ज्ञान ना होए। गुरु बिना ज्ञान कदे नहीं होना। ज्ञान गुरु दी दात है, ज्ञान गुरु नहीं है। बहुत प्रचार हुंदा ज्ञान गुरु है, नहीं। ज्ञान ते गुरु ने दिती दात है, ज्ञान गुरु नहीं है। गुरु तो मिली हुई दात है, सारियां कोल नहीं है। जे ज्ञान गुरु है तो सारियां कोल नहीं हैगा। बड़े बड़े चिट्टे दाड़ियां वाले कई बारी अखबारां वेखो ऐसी करतूत कर लैंदा बंदा जिहड़ी कदे नौजवान भी नहीं सोचदे। जे ज्ञान हुंदा काहनूं करदा? ते कई बारी छोटी उम्र च बंदा एडी सियाणी गल कर जांदा कि सियाणा भी नहीं करदा। एक ज्ञान गुरु दी दात है, कोई उम्र दा तकाजा नहीं कदों उन्हें ज्ञान देना है, किहड़ी उम्र च दे देना है। रहो विचार। हुण जदों पातशाह जी चले गए, बहलोलपुर पिंड अमृत वेला हो चुका है, ते प्यारिओ पिंड वाल नूं जा रहे ने, धुंध पै गई।
ਕੱਕਰ ਵਗਦਾ ਹੈ ਤੇ ਪਿੰਡ ਦੇ ਵਿੱਚੋਂ ਨਾ ਇੱਕ ਪੰਡਤ ਜੀ ਦੇ ਹੱਥ 'ਚ ਲਾਲਟੈਨ ਹੈ, ਰਾਮ ਰਾਮ ਜਪਦੇ ਪਿੰਡ ਤੋਂ ਬਾਹਰ ਨੂੰ ਆ ਰਹੇ ਨੇ। ਕਿਉਂ? ਪਿੰਡਾਂ ਦੇ ਬਾਹਰ ਟੋਭੇ ਹੁੰਦੇ ਸੀ, ਪਿੰਡਾਂ ਦੇ ਬਾਹਰ ਉਹਨਾਂ ਵੇਲਿਆਂ 'ਚ ਖੂਹ ਹੁੰਦੇ ਸੀ, ਪਾਣੀ ਭਰ ਕੇ ਇਸ਼ਨਾਨ ਕੀਤਾ ਜਾਂਦਾ ਸੀ। ਘਰ ਘਰ ਮੋਟਰਾਂ ਨਲਕੇ ਨਹੀਂ ਸੀ ਹੁੰਦੇ, ਟੋਭੇ ਹੁੰਦੇ ਸੀ ਜਾਂ ਖੂਹ ਹੁੰਦੇ ਸੀ। ਤੇ ਪਿਆਰਿਓ, ਜਦੋਂ ਉਹ ਪੰਡਤ ਜੀ ਕੋਲ ਦੀ ਲੰਘੇ ਰਾਮ ਰਾਮ ਜਪਦੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਵਾਜ਼ ਦਿੱਤੀ, ਰਾਮ ਦੇ ਆ ਭਗਤਾ ਗੱਲ ਸੁਣ ਭਾਈ। ਜਦੋਂ ਉਹਨੇ ਲਾਲਟੈਨ ਲਾਗੇ ਨੂੰ ਕੀਤੀ ਨਾ, ਹੁਣ ਜਾਮਾ ਉਹ ਵੀ ਕੰਡਿਆਂ 'ਚ ਫਸ ਕੇ ਲੀਰਾਂ ਹੋਇਆ, ਦਸਤਾਰ ਵੀ ਸਿੰਪਲ ਜਿਹੀ ਹੈ, ਜਿਹੜਾ ਜਾਮਾ ਉੱਪਰ ਪਾਇਆ ਉਹ ਵੀ ਲੀਰਾਂ, ਪਜਾਮੀ ਵੀ ਲੀਰਾਂ। ਉਹ ਲੱਗਦਾ ਹੀ ਨਹੀਂ ਵੀ ਇਹ ਗੁਰੂ ਸਾਹਿਬ ਨੇ, ਪਛਾਣਿਆ ਹੀ ਨਹੀਂ ਪੰਡਤ ਜੀ ਨੇ। ਕਹਿੰਦੇ ਜੀ ਤੁਸੀਂ ਕੌਣ? ਕਹਿੰਦੇ ਮੈਂ ਗੁਰੂ ਨਾਨਕ ਦੇ ਘਰ ਦਾ ਸਿੱਖ। ਮਹਾਰਾਜ ਨੇ ਨਹੀਂ ਕਿਹਾ ਮੈਂ ਗੁਰੂ ਗੋਬਿੰਦ ਸਿੰਘ। ਰਾਤ ਆਪਾਂ ਗੱਲ ਕੀਤੀ ਸੀ ਨਾ, ਬੰਦਾ ਉਦੋਂ ਬੇਇੱਜ਼ਤੀ ਮਹਿਸੂਸ ਕਰਦਾ ਜਦੋਂ ਅੰਦਰ ਹੰਕਾਰ ਰੱਖਦਾ ਕਿ ਮੈਂ ਲੰਬੜਦਾਰ, ਮੈਂ ਐਮਐਲਏ, ਫਿਰ ਉਹ ਕਹੂ ਮੇਰੀ ਬੇਇੱਜ਼ਤੀ ਕਰਦੇ ਆ ਲੋਕ। ਜਦੋਂ ਕਹੂ ਮੈਂ ਗੁਰੂ ਘਰ ਦਾ ਜਾਂ ਤੁਹਾਡਾ ਸੇਵਾਦਾਰ, ਉਹ ਬੰਦੇ ਦੀ ਕਦੇ ਬੇਇੱਜ਼ਤੀ ਨਹੀਂ ਹੁੰਦੀ ਜ਼ਿੰਦਗੀ 'ਚ। ਇਹ ਨੋਟ ਕਰਕੇ ਰੱਖਿਓ ਜ਼ਿੰਦਗੀ 'ਚ ਆਪਣੀ, ਜਿੱਡਾ ਮਰਜ਼ੀ ਅਹੁਦਾ ਹੋ ਜਾਏ, ਹੱਥ ਜੁੜੇ ਰਹਿਣ, ਨਿਮਰਤਾ 'ਚ ਰਹੋ, ਕਦੇ ਵੀ ਤੁਸੀਂ ਆਪਣੀ ਬੇਇੱਜ਼ਤੀ ਮਹਿਸੂਸ ਨਹੀਂ ਕਰੋਗੇ। ਜੇ ਕੋਈ ਚਾਰ ਸ਼ਬਦ ਬੋਲ ਵੀ ਜਾਊ ਨਾ, ਤੇ ਮਹਾਰਾਜ ਕਹਿੰਦੇ ਤੂੰ ਮਿੱਠੇ ਬੋਲ ਬੋਲ ਕੇ ਉਹਨੂੰ ਜੁਗਤੀ ਨਾਲ ਆਪਣੇ ਵੱਲ ਕਰ ਲੈਣਾ। ਜੁਗਤੀ ਹੁੰਦੀ ਹੈ। ਗੁਰੂ ਨਾਨਕ ਮਹਾਰਾਜ ਨੇ ਭਗਮਾ ਚੋਲਾ ਪਾਇਆ, ਹਰਿਦੁਆਰ ਗਏ, ਸਾਰੇ ਪੰਡਤ ਚੜ੍ਹਦੇ ਪਾਸੇ ਨੂੰ ਪਾਣੀ ਦਿੰਦੇ ਸੀ, ਮਹਾਰਾਜ ਲਹਿੰਦੇ ਪਾਸੇ ਨੂੰ ਦੇਣ ਲੱਗ ਪਏ। ਉਹਨਾਂ ਨੂੰ ਨਹੀਂ ਕਿਹਾ ਨਾ ਦਿਓ ਚੜ੍ਹਦੇ ਪਾਸੇ ਨੂੰ, ਆਪ ਲਹਿੰਦੇ ਪਾਸੇ ਨੂੰ ਦੇਣ ਲੱਗ ਗਏ। ਫਿਰ ਪੰਡਤ ਆ ਕੇ ਪੁੱਛਦੇ ਆ, ਦੇਖੋ ਜੁਗਤੀ ਕੈਸੀ ਹੈ, ਕਿ ਨਾਨਕ ਜੀ ਪਾਣੀ ਤੇ ਚੜ੍ਹਦੇ ਪਾਸੇ ਸੂਰਜ ਨੂੰ ਦੇਈਦਾ, ਤੁਸੀਂ ਲਹਿੰਦੇ ਪਾਸੇ ਨੂੰ ਗੜਵੇ ਭਰ ਕੇ ਪਾਉਣ ਡਏ ਹੋ। ਮਹਾਰਾਜ ਕਹਿੰਦੇ ਤੁਸੀਂ ਆਪਣਾ ਕੰਮ ਕਰੋ, ਮੈਂ ਆਪਣਾ ਕਰਦਾ। ਕਹਿੰਦੇ ਨਹੀਂ, ਸਾਡਾ ਤੇ ਸਾਰਿਆਂ ਨੂੰ ਪਤਾ ਸੀ ਸੂਰਜ ਨੂੰ ਪਾਣੀ ਦਿੰਦੇ, ਤੁਸੀਂ ਪੁੱਠੇ ਪਾਸੇ ਨੂੰ ਕਿਉਂ ਦੇ ਰਹੇ ਹੋ, ਦੱਸੋ ਤੇ ਸਹੀ। ਮਹਾਰਾਜ ਕਹਿੰਦੇ ਕਰਤਾਰਪੁਰ ਕਣਕ ਬੀਜੀ ਉਹ ਸਿੰਜਦਾ, ਜਿਹੜਾ ਪਾਕਿਸਤਾਨ 'ਚ ਹੈ, ਉੱਥੇ ਮਹਾਰਾਜ ਖੇਤੀ ਕਰਦੇ ਸੀ। ਕਹਿੰਦੇ ਮੈਂ ਕਣਕ ਸਿੰਜਦਾ। ਉਹ ਅੱਗਿਓਂ ਕਹਿੰਦੇ ਠੀਕ ਹੈ, ਅਸੀਂ ਬੇਵਕੂਫ ਤਾਂ ਨਹੀਂ ਬਾਬਾ, ਅਸੀਂ ਬੇਵਕੂਫ ਨਹੀਂ ਹੈਗੇ। ਕਿੱਥੇ ਕਰਤਾਰਪੁਰ 500-600 ਮੀਲ, ਕਿੱਥੇ ਹਰਿਦੁਆਰ, ਤੇਰੀ ਕਣਕ ਕਿੱਦਾਂ ਸਿੰਜੀ ਜਾਂਦੀ ਹੈ? ਮਹਾਰਾਜ ਕਹਿੰਦੇ ਤੁਹਾਡੇ ਸੂਰਜ ਨਾਲੋਂ ਤਾਂ ਨੇੜੇ ਹੀ ਹੈ। ਆਖੋ ਸਤਨਾਮ। ਜੇ ਤੁਹਾਡਾ ਪਾਣੀ ਸੂਰਜ ਨੂੰ ਲੱਖਾਂ ਮੀਲਾਂ ਤੇ ਪਹੁੰਚ ਸਕਦਾ, ਮੇਰਾ ਤੇ 400 ਮੀਲ ਹੈ, ਉੱਥੇ ਤੱਕ ਨਹੀਂ ਜਾਊਗਾ। ਮੰਨਣਾ ਪੈ ਗਿਆ। ਗੁਰਦੁਆਰਾ ਗਿਆਨ ਗੋਦੜੀ ਜਿੱਥੇ ਢਾਇਆ ਨਾ ਇਹਨਾਂ ਨੇ, ਜਿਹਦਾ ਕੇਸ ਚੱਲਦਾ ਹੈ, ਸਰਕਾਰਾਂ ਨੇ ਢਾਤਾ ਸੀ ਹਰਕੀ ਪੌੜੀ ਤੇ, ਉਹ ਗਿਆਨ ਗੋਦੜੀ ਉਹ ਗੁਰਦੁਆਰਾ ਸਾਹਿਬ ਹੈ। ਜਦੋਂ ਪੰਡਤ ਵੀਰਾਂ ਨੂੰ ਗਿਆਨ ਦਿੱਤਾ ਸੀ ਕਿ ਤੁਹਾਡਾ ਸੂਰਜ ਨੂੰ ਪਾਣੀ ਕਿੱਥੋਂ ਪਹੁੰਚਦਾ ਹੈ, ਇਹ ਤੁਹਾਡਾ ਭੁਲੇਖਾ ਹੈ। ਜੇ ਮੇਰਾ ਕਣਕ ਤੱਕ ਨਹੀਂ ਪਹੁੰਚਦਾ, ਤੁਹਾਡਾ ਲੱਖਾਂ ਮੀਲਾਂ ਨੂੰ ਕਿੱਧਰ ਪਹੁੰਚ ਜਾਊਗਾ? ਇਹ ਭਰਮ ਹੈ ਤੁਹਾਡਾ। ਮਹਾਰਾਜ ਨੇ ਸਮਝਾਏ ਵੀ, ਟੁੱਟਣ ਵੀ ਨਹੀਂ ਦਿੱਤੇ। ਆਖੋ ਸਤਨਾਮ। ਇਹ ਤਰੀਕਾ ਹੁੰਦਾ ਸਮਝਾਉਣ ਦਾ। ਸਾਡੇ ਤਾਂ ਪ੍ਰਚਾਰਕ ਠਾਹ ਸੋਟਾ ਮਾਰਦੇ ਆ, ਅਗਲਾ ਮੁੜ ਕੇ ਗੁਰਦੁਆਰੇ ਜਾਣੇ ਬੰਦ ਕਰ ਦਿੰਦਾ। ਕਿ ਸਿੱਧੀ ਗੱਲ ਕਹਿ ਦੇਣੀ, ਅਗਲਾ ਰੋਸ 'ਚ ਆ ਜਾਂਦਾ, ਜਾਂਦਾ ਹੀ ਨਹੀਂ ਮੁੜ ਕੇ। ਚਾਹੀਦਾ ਸੀ ਜ਼ੋਰ ਨਾ, ਜੁਗਤੀ ਛੁੱਟੇ ਸੰਸਾਰ। ਜਪਜੀ ਸਾਹਿਬ ਪੜੋ, ਜ਼ੋਰ ਨਾਲ ਨਹੀਂ ਜੁਗਤੀ ਨਾਲ। ਆ ਜੁਗਤੀ ਹੈ ਨਾ, ਤੁਸੀਂ ਬੈਠੇ ਹੋ ਨਾਸਾਂ 'ਚ ਧੂਆਂ ਆਇਆ ਪਿਆ ਨਾ, ਉੱਪਰੋਂ ਜਿੱਦਾਂ ਮਰਜ਼ੀ ਭਾਈਓ ਭੈਣੋ ਕਰੀ ਜਾਵੇ, ਨੀਂਦ ਉਹਨੂੰ ਵੀ ਨਹੀਂ ਆਉਂਦੀ ਹੋਣੀ। ਉਹ ਵੀ ਰੋਜ਼ ਟੈਰਾਮਾਈਸ ਦਾ ਟੀਕਾ ਲਵਾ ਕੇ ਸੌਂਦਾ ਹੋਣਾ, ਨੀਂਦ ਦੀ ਗੋਲੀ ਲੈ ਕੇ ਸੌਂਦਾ ਹੋਣਾ। ਉਹਦੀ ਸਿਕਿਉਰਿਟੀ ਨਾ ਦੇਖੋ, ਉਹਦਾ ਰਾਜ ਭਾਗ ਨਾ ਵੇਖੋ। ਜਿੰਨਾ ਵੱਡਾ ਸਿਰ ਹੋਵੇ, ਦਰਦ ਉੱਡੀ ਵੱਡੀ ਹੁੰਦੀ ਹੈ। ਵੱਡੇ ਵੱਡੇ ਜੋ ਦੀਸੈ ਲੋਕ, ਤਿਨਕੋ ਵਿਆਪੈ ਚਿੰਤਾ ਰੋਗ। ਉਹ ਦਿਨ ਰਾਤ ਚਿੰਤਾ 'ਚ ਹੀ ਰਹਿੰਦਾ ਹੋਣਾ। ਮਤ ਜਾਣੋ ਬੜਾ ਸੌਖਾ ਹੈ ਉਹ ਸੌਖਾ ਸੌਖੇ ਵਜ਼ੀਰ ਬਜ਼ੂਰ ਘੱਟ ਹੀ ਹੁੰਦੇ ਐ। ਹਜੇ ਆਪਾਂ ਸੌਖੇ ਐ, ਰੁੱਖੀ ਮਿੱਸੀ ਜਿੱਦਾਂ ਦੀ ਮਿਲੀ ਟਰਾਲੀ ਥੱਲੇ ਸੌਂਗੇ। ਸਾਨੂੰ ਕਾਹਦਾ ਫਿਕਰ ਹੈ? ਅਸੀਂ ਤਾਂ ਆਰਾਮ ਨਾਲ ਸੁੱਤੇ ਐ। ਉਹ ਬਿੱਡਾਂ ਤੇ ਵੀ ਨਹੀਂ ਸੌਂਦਾ ਹੋਣਾ, ਉੱਥੇ ਪਿਆ। ਇਹ ਦੇਖੋ, ਇਹ ਸਬਰ ਦਾ, ਇੱਕ ਗੁਰੂ ਸਾਹਿਬ ਦਾ ਦਿੱਤਾ ਸਬਰ। ਹੁਣ ਜਦੋਂ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਐ, ਰਾਮ ਦੇ ਆ ਭਗਤਾ, ਇਹ ਬਹਿਲੋਲਪੁਰ ਪਿੰਡ ਹੈ। ਕਹਿੰਦੇ ਹਾਂ। ਕਹਿੰਦੇ ਇੱਥੇ ਪੂਰਨ ਮਸੰਦ ਰਹਿੰਦਾ ਹੈ। ਕਹਿੰਦੇ ਜੀ ਗੁਰੂ ਗੋਬਿੰਦ ਸਿੰਘ ਦਾ ਸਿੱਖ? ਕਹਿੰਦੇ ਹਾਂ, ਉਹਦੇ ਘਰ ਜਾਣਾ ਹੈ। ਅੱਗੇ ਅੱਗੇ ਛੱਡਣ ਤੁਰ ਪਿਆ। ਜਾ ਕੇ ਪੂਰਨ ਮਸੰਦ ਦੀ ਹਵੇਲੀ ਦਾ ਦਰਵਾਜ਼ਾ ਖੜਕਾਇਆ। ਪੂਰਨ ਮਸੰਦ ਦੀ ਹਵੇਲੀ 'ਚ ਥੱਲੇ ਪਸ਼ੂਆਂ ਦਾ ਤਬੇਲਾ ਹੈ, ਉੱਪਰ ਰਹਿائش ਹੈ, ਤੇ ਥੱਲੇ ਤਬੇਲੇ 'ਚ ਉਹਦਾ ਨੌਕਰ ਰਹਿੰਦਾ ਜਿਉਣਾ, ਭਾਈ ਜਿਉਣਾ। ਉਹ ਨਾ ਕੇ ਦਰਵਾਜ਼ਾ ਖੋਲਿਆ। ਜਦੋਂ ਦਰਵਾਜ਼ਾ ਖੋਲਿਆ, ਕਹਿੰਦਾ ਜੀ ਰਾਮ ਜੀ ਦਾ ਭਗਤ, ਉਹ ਪੰਡਤ ਕਹਿੰਦਾ ਕੋਈ ਸਿੱਖ ਪੂਰਨ ਨੂੰ ਮਿਲਣ ਆਇਆ। ਕਹਿੰਦਾ ਜੀ ਆਇਆਂ ਨੂੰ।
ਪਤਾ ਜਿਉਣੇ ਨੂੰ ਵੀ ਨਹੀਂ ਵੀ ਇਹ ਕਲਗੀਧਰ ਪਾਤਸ਼ਾਹ। ਉਹਨ ਕਹਿੰਦਾ ਰਹਿਣਾ ਪੂਰਨ ਨੂੰ ਕਿ ਮੈਨੂੰ ਕਦੇ ਗੁਰੂ ਦੇ ਦਰਸ਼ਨ ਕਰਾਓ, ਕਦੇ ਮੈਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਾਓ। ਖਬਰੇ ਮਹਾਰਾਜ ਨੂੰ ਪਤਾ ਸੀ ਵੀ ਮੈਂ ਇਧਰੋਂ ਇੱਕ ਵਾਰੀ ਚਲੇ ਜਾਣਾ, ਮੁੜ ਕੇ ਇੱਧਰ ਨਹੀਂ ਆਉਣਾ। ਜਾਂਦੇ ਜਾਂਦੇ ਆਪਣੇ ਸੇਵਕ ਦੀ ਇੱਛਾ ਪੂਰੀ ਕਰਨ ਚਲੇ ਗਏ। ਆਖੋ ਸਤਨਾਮ। ਰਾਤ ਵੀ ਇਹੀ ਗੱਲ ਇਤਿਹਾਸ ਵਿੱਚ ਆਈ ਸੀ ਕਿ ਜੋ ਫੁਰਨਾ ਸੀ ਸੇਵਕ ਦੇ ਅੰਦਰ, ਜਿਉਣੇ ਨੌਕਰ ਦੇ ਅੰਦਰ, ਕਿ ਮੈਂ ਗੁਰੂ ਦੇ ਦਰਸ਼ਨ ਕਰਨੇ ਐ, ਪੂਰਨ ਕਹਿੰਦਾ ਸੀ ਕਰਾਵਾਂਗਾ ਕਿਤੇ, ਤੇ ਉਹਦੀ ਭਾਵਨਾ ਨੂੰ ਮਹਾਰਾਜ ਦਰਸ਼ਨ ਦੇਣ ਹੀ ਆ ਗਏ। ਜਦੋਂ ਆਏ ਆਪਣੇ ਉਸੇ ਬਿਸਤਰੇ ਤੇ ਕਹਿੰਦਾ ਜੀ ਬੈਠੋ, ਹਜੇ ਪਤਾ ਨਹੀਂ ਕੌਣ ਹੈ। ਉਹੀ ਨੌਕਰ ਦਾ ਬਿਸਤਰਾ ਜਿਹੜਾ ਪਸ਼ੂਆਂ ਦੇ ਤਵੇਲੇ 'ਚ ਇੱਕ ਖੂੰਜੇ ਹੈ। ਮਹਾਰਾਜ ਨੇ ਵੀ ਨਹੀਂ ਕਿਹਾ ਮੈਂ ਨਹੀਂ ਬਹਿੰਦਾ, ਮੈਂ ਨਹੀਂ ਬਹਿਣਾ ਕਿਹਾ, ਮਹਾਰਾਜ ਨੇ ਨਹੀਂ ਕਿਹਾ। ਮਹਾਰਾਜ ਉਸੇ ਬਿਸਤਰੇ ਤੇ ਬਹਿ ਗਏ। ਦੇਖੋ ਪਿਆਰ ਹੈ ਨਾ, ਕੋਈ ਹੰਕਾਰ ਨਹੀਂ, ਕੋਈ ਮਾਣ ਨਹੀਂ ਵੀ ਇਹ ਨੌਕਰ ਦੇ ਬਿਸਤਰੇ ਤੇ ਮੈਂ ਕਿਉਂ ਬੈਠਾ। ਤੇ ਅੱਜ ਤਾਂ ਮੇਰੇ ਵਰਗਾ ਉਦੋਂ ਤੁਰਦਾ ਜਦੋਂ 4 ਬੰਦੂਕਾਂ ਵਾਲੇ ਮੋਹਰੇ ਲੱਗੇ ਹੋਣ ਵੀ ਪਰੇ ਹੋਵੋ ਬਾਬਾ ਜੀ ਆ ਰਹੇ ਨੇ। ਇਦਾਂ ਨਹੀਂ ਹੁੰਦਾ। ਜੇ ਨਿਮਰਤਾ ਤੇ ਲਾਲੋ ਦੇ ਘਰ ਬਹਿ ਕੇ ਗੁਰੂ ਨਾਨਕ ਮਹਾਰਾਜ ਨੇ 15 ਦਿਨ ਪ੍ਰਸ਼ਾਦਾ ਬਾਜਰੇ ਦਾ ਹੀ ਛਕਿਆ ਥੱਲੇ ਬਹਿ ਕੇ। ਤੇ ਕਿਸੇ ਨੇ ਪੁੱਛਿਆ ਗੁਰੂ ਨਾਨਕ ਮਹਾਰਾਜ ਜੀ ਤੁਸੀਂ ਹਮੇਸ਼ਾ ਧਰਤੀ ਤੇ ਕਿਉਂ ਬਹਿੰਦੇ ਹੋ, ਉੱਚੇ ਥਾਂ ਕਿਉਂ ਨਹੀਂ ਬਹਿੰਦੇ। ਮਹਾਰਾਜ ਕਹਿੰਦੇ ਥੱਲੇ ਬੈਠੇ ਨੂੰ ਡਿੱਗਣ ਦਾ ਡਰ ਨਹੀਂ ਹੁੰਦਾ। ਆਖੋ ਸਤਨਾਮ। ਜਿਹੜਾ ਬੰਦਾ ਜ਼ਿਆਦਾ ਉੱਚਾ ਬਣਦਾ ਉਹਨੂੰ ਡਿੱਗਣ ਦਾ ਡਰ ਵੀ ਰਹਿੰਦਾ ਹੈ, ਤੇ ਜੇ ਬੈਠੇ ਹੀ ਧਰਤੀ ਤੇ ਆ ਕੋਈ ਕੀ ਸਿੱਟ ਜੂਗਾ। ਭਾਵ ਸਮਝਾਉਣ ਦਾ, ਜਿੱਡੀ ਮਰਜ਼ੀ ਅਵਸਥਾ ਉੱਚੀ ਹੋ ਜੇ, ਜਿੱਡੇ ਮਰਜ਼ੀ ਉੱਚੇ ਤਖਤ ਤੇ ਬਹਿ ਜਾ, ਪਰ ਜ਼ਮੀਨ ਨਾਲ ਜੁੜ ਕੇ ਰਹੀ, ਤੈਨੂੰ ਸਿੱਟਣ ਵਾਲਾ ਕੋਈ ਨਹੀਂ ਜੰਮਿਆ। ਇਹ ਸਿੱਖਿਆ ਮਹਾਰਾਜ ਦਿੰਦੇ ਆ। ਹੁਣ ਜਦੋਂ ਮਹਾਰਾਜ ਜੀ ਬਹਿ ਗਏ, ਮਹਾਰਾਜ ਕਹਿੰਦੇ ਤੇਰਾ ਸੇਠ ਕਿੱਥੇ ਹੈ? ਕਹਿੰਦੇ ਜੀ ਆਰਾਮ ਕਰਦਾ ਹੈ। ਮਹਾਰਾਜ ਕਹਿੰਦੇ ਅੰਮ੍ਰਿਤ ਵੇਲਾ ਹੋ ਗਿਆ, ਨਿਤਨੇਮ ਨਹੀਂ ਕਰਦਾ ਉੱਠ ਕੇ? ਨਾ ਜੀ, ਕਹਿੰਦੇ ਉਹ ਤੇ ਦਿਨ ਚੜ੍ਹੇ ਉੱਠਦਾ ਹੈ। ਨਾਲੇ ਜੇ ਸਿੱਖ ਹੁੰਦਾ ਤੇ ਨਿਤਨੇਮ ਕਰਦਾ, ਉਹ ਤੇ ਪੈਸਾ ਗੁਰੂ ਦੇ ਨਾਂ ਤੇ ਇਕੱਠਾ ਕਰਦਾ ਸੀ, ਪਿਆਰ ਪਿਊਰ ਕੋਈ ਨਹੀਂ ਸੀ। ਕਹਿੰਦੇ ਜੀ ਨਹੀਂ, ਦਿਨ ਚੜ੍ਹੇ ਉੱਠਦਾ ਹੈ। ਮਹਾਰਾਜ ਕਹਿੰਦੇ ਜਾ ਫਿਰ ਬੁਲਾ ਕੇ ਲਿਆ, ਸਾਡੇ ਕੋਲ ਸਮਾਂ ਨਹੀਂ। ਕਹਿੰਦਾ ਜੀ ਇਦਾਂ ਉਹਨੇ ਉੱਠਣਾ ਨਹੀਂ, ਦੱਸੋ ਕੌਣ ਆਇਆ? ਦੱਸਣਾ ਪੈਣਾ, ਦੱਸੋ ਮੈਂ ਕੀ ਕਹਾਂ ਕੌਣ ਆਇਆ। ਉੱਥੇ ਫਿਰ ਮਹਾਰਾਜ ਨੇ ਕਿਹਾ ਜਾ ਕੇ ਕਹਿ ਆਨੰਦਪੁਰ ਵਾਲਾ ਗੁਰੂ ਆਇਆ, ਜਾ ਕੇ ਕਹਿ ਆਨੰਦਪੁਰ ਵਾਲਾ ਗੁਰੂ ਆਇਆ। ਜਦੋਂ ਇਹ ਬਚਨ ਕੀਤਾ ਕਿ ਆਨੰਦਪੁਰ ਵਾਲਾ ਗੁਰੂ ਆਇਆ, ਉਸ ਵੇਲੇ ਕੋਈ ਨਹੀਂ, ਉਸ ਵੇਲੇ ਅੱਖਾਂ ਦੇ ਵਿੱਚੋਂ ਹੰਝੂ ਕਿਰਦੇ ਹੈ। ਕਿਉਂ ਕਿ ਆਨੰਦਪੁਰ ਵਾਲੇ ਗੁਰੂ ਦੀ ਤਾਂ ਮੈਂ ਸੋਭਾ ਬੜੀ ਸੁਣੀ ਹੈ, ਆਨੰਦਪੁਰ ਵਾਲੇ ਗੁਰੂ ਦੀ ਮੈਂ ਵਡਿਆਈ ਬੜੀ ਸੁਣੀ ਹੈ ਕਿ ਗੁਰੂ ਸਾਹਿਬ ਐਡਾ ਕਲਗੀ ਸਜਾਉਂਦੇ ਹੈ, ਉਹਨਾਂ ਦੇ ਕੋਲ ਬਾਜ ਹੈ, ਉਹਨਾਂ ਦੇ ਕੋਲ ਤਾਜ ਹੈ, ਉਹਨਾਂ ਕੋਲ ਨੀਲਾ ਘੋੜਾ ਹੈ, ਉਹਨਾਂ ਦੇ ਪੈਰਾਂ 'ਚ ਮਖਮਲ ਦਾ ਜੋੜਾ ਹੈ। ਪਰ ਇੱਥੇ ਤਾਂ ਸਾਰਾ ਕੁਝ ਹੀ ਉਲਟ ਹੈ। ਤਨ ਦਾ ਜਾਮਾ ਵੀ ਲੀਰੋ ਲੀਰ ਹੈ, ਕਲਗੀ ਵੀ ਸੀਸ ਤੇ ਹੈ ਨਹੀਂ, ਪੈਰਾਂ 'ਚ ਜੋੜਾ ਵੀ ਹੈ ਨਹੀਂ, ਇਹ ਤੇ ਸਾਰਾ ਕੁਝ ਹੀ ਉਲਟ ਹੈ। ਜਦੋਂ ਇਹ ਬਚਨ ਕੀਤਾ ਮਹਾਰਾਜ ਕੀ ਉੱਥੇ ਬਚਨ ਮਹਾਂਪੁਰਸ਼ ਪੜ੍ਹਿਆ ਕਰਦੇ ਸੀ। ਮਹਾਂਪੁਰਸ਼ਾਂ ਨੇ ਉੱਥੇ ਉਸ ਸਮੇਂ ਦਾ ਬਚਨ ਪੜ੍ਹਨਾ। ਮਹਾਰਾਜ ਕਹਿੰਦੇ ਸੀ ਕਿ ਸੱਚੇ ਪਾਤਸ਼ਾਹ ਜੀ ਦਾ ਦਿੱਤਾ ਆਨੰਦਪੁਰ ਸਾਹਿਬ। ਮਹਾਰਾਜ ਜੀ ਤੁਹਾਡੇ ਕੋਲ ਅੱਜ ਨਾ ਘੋੜਾ ਹੈ, ਨਾ ਜੋੜਾ ਹੈ, ਨਾ ਸੀਸ ਤੇ ਤਾਜ, ਨਾ ਹੱਥ ਤੇ ਬਾਜ। ਅੱਜ ਇਹ ਅਵਸਥਾ ਕਿਵੇਂ ਦੀ ਬਣ ਗਈ? ਪੈਰੀਂ ਦਿਸੇ ਨਾ ਮਖਮਲੀ ਜੋੜਾ, ਜਾਮਾ ਲੀਰੋ ਲੀਰ ਹੋ ਗਿਆ। ਪੈਰੀਂ ਦਿਸੇ ਨਾ ਮਖਮਲੀ ਜੋੜਾ, ਜਾਮਾ ਲੀਰੋ ਲੀਰ ਹੋ ਗਿਆ। ਪੈਰੀਂ ਦਿਸੇ ਨਾ ਮਖਮਲੀ ਜੋੜਾ, ਜਾਮਾ ਲੀਰੋ ਲੀਰ ਹੋ ਗਿਆ। ਸਾਰੇ ਬੋਲਿਆ ਕਰੋ ਜੀ। ਦਿਸੇ ਨਾ ਮਖਮਲੀ ਜੋੜਾ, ਜਾਮਾ ਲੀਰੋ ਲੀਰ ਹੋ ਗਿਆ। ਪੈਰੀਂ ਦਿਸੇ ਨਾ ਮਖਮਲੀ ਜੋੜਾ, ਜਾਮਾ ਲੀਰੋ ਲੀਰ ਹੋ ਗਿਆ। ਪੈਰੀਂ ਦਿਸੇ ਨਾ ਮਖਮਲੀ ਜੋੜਾ, ਜਾਮਾ ਲੀਰੋ ਲੀਰ ਹੋ ਗਿਆ। ਪੈਰੀਂ ਦਿਸੇ ਨਾ ਮਖਮਲੀ ਜੋੜਾ, ਜਾਮਾ ਲੀਰੋ ਲੀਰ ਹੋ ਗਿਆ। ਪੈਰੀਂ ਦਿਸੇ ਨਾ ਮਖਮਲੀ ਜੋੜਾ, ਜਾਮਾ ਲੀਰੋ ਲੀਰ ਹੋ ਗਿਆ। ਮਹਾਰਾਜ ਜੀ ਦਾ ਜਦੋਂ ਇਹ ਹਾਲਾਤ ਵੇਖਿਆ ਨਾ ਤੇ ਪੈਰਾਂ 'ਚ ਸੂਲਾਂ, 5 ਮਿੰਟ ਮੈਂ ਤੁਹਾਡੇ ਹੋਰ ਲੈਣੇ ਆ। ਜਦੋਂ ਪੈਰਾਂ 'ਚ ਸੂਲਾਂ ਵੇਖੀਆਂ, ਇੱਕਦਮ ਮਾਲਕ ਨੂੰ ਨਹੀਂ ਸੱਦਣ ਗਿਆ ਪਹਿਲਾਂ,
ਐਡਾ ਦਰਦ ਹੋਇਆ ਹਿਰਦੇ 'ਚ ਕਿ ਪਾਤਸ਼ਾਹ ਜੀ ਦੇ ਵਾਸਤੇ ਪਹਿਲਾਂ ਜਲ ਗਰਮ ਕਰਦਾ ਚਰਨ ਧੋਣ ਵਾਸਤੇ, ਕੋਲ ਲੱਕੜਾਂ ਦੀ ਅੱਗ ਬਾਲਦਾ ਹੈ ਕਿ ਠੰਡ ਬਹੁਤ ਹੈ। ਜਦੋਂ ਜਲ ਗਰਮ ਹੋਇਆ ਮਹਾਰਾਜ ਜੀ ਦੇ ਚਰਨ ਸਾਫ਼ ਕਰਦਾ ਹੈ, ਚਰਨਾਂ ਦੇ ਵਿੱਚੋਂ ਸੂਲਾਂ ਕੱਢਦਾ ਹੈ। ਹਾਲਾਤ ਕੀ ਸੀ? ਚਰਨਾਂ ਦੇ ਥੱਲਿਓਂ ਸੂਲਾਂ ਵੜ ਕੇ ਉੱਪਰ ਦੀ ਨਿਕਲੀਆਂ ਹੋਈਆਂ ਨੇ, ਚਰਨਾਂ ਦੇ ਵਿੱਚੋਂ ਖੂਨ ਨਿਕਲ ਕੇ ਉੱਪਰ ਮਿੱਟੀ ਜੰਮੀ ਹੋਈ ਹੈ, ਚਰਨ ਸੁੱਜੇ ਹੋਏ ਨੇ, ਨਾਲੇ ਰੋਈ ਜਾਂਦਾ ਹੈ ਨਾਲੇ ਸੂਲਾਂ ਕੱਢੀ ਜਾਂਦਾ ਹੈ। ਜਦੋਂ ਸੂਲਾਂ ਨਿਕਲੀਆਂ ਚਰਨ ਧੋਤੇ ਤੇ ਮਹਾਰਾਜ ਕਹਿੰਦੇ ਰੋ ਨਾ, ਮੇਰੇ ਕੋਲ ਇੰਨਾ ਸਮਾਂ ਨਹੀਂ, ਜਾ ਆਪਣੇ ਮਾਲਕ ਨੂੰ ਬੁਲਾ। ਭੱਜਿਆ ਜਾਂਦਾ ਪੌੜੀਆਂ ਚੜ੍ਹ ਕੇ ਉੱਪਰ, ਬੜੀ ਕਾਹਲੀ ਨਾਲ ਦਰਵਾਜ਼ਾ ਖੜਕਾਉਂਦਾ ਹੈ, ਸੇਠ ਜੀ ਬਾਹਰ ਆਓ, ਦੇਖੋ ਕੌਣ ਆਇਆ। ਅੱਖਾਂ ਉੱਖਾਂ ਮਲਦਾ ਪੂਰਨ ਮਸੰਦ ਬਾਹਰ ਆਇਆ, ਕਹਿੰਦਾ ਕੌਣ ਹੈ? ਕਹਿੰਦਾ ਜੀ ਆਨੰਦਪੁਰ ਵਾਲੇ ਗੁਰੂ ਸਾਹਿਬ ਆਏ ਹੈ, ਤੁਸੀਂ ਹਮੇਸ਼ਾ ਕਹਿੰਦੇ ਸੀ ਮਹਾਰਾਜ ਮੇਰੇ ਘਰ ਆਉਣਗੇ, ਅੱਜ ਆਏ ਨੇ, ਚਲੋ ਦਰਸ਼ਨ ਕਰ ਲਓ। ਕਹਿੰਦੇ ਇੱਕ ਕਦਮ ਤੁਰਿਆ, ਰੁਕ ਗਿਆ। ਜਦੋਂ ਰੁਕ ਗਿਆ ਉਸ ਵੇਲੇ ਪੁੱਛਣ ਲੱਗਾ, ਕਹਿੰਦਾ ਨਾਲ ਕੌਣ ਹੈ? ਨਾਲ ਕੌਣ ਹੈ? ਕਹਿੰਦਾ ਜੀ ਕੱਲੇ ਨੇ, ਸ਼੍ਰੀ ਸਾਹਿਬ ਹੈ ਉਹ ਵੀ ਮਿਆਨ ਤੋਂ ਬਿਨਾ, ਇੱਕ ਵੱਡੀ ਸ਼੍ਰੀ ਸਾਹਿਬ ਹੈ ਉਹਦੀ ਵੀ ਮਿਆਨ ਹੈ ਨਹੀਂ, ਕਿਉਂਕਿ ਮਹਾਰਾਜ ਰਸਤੇ 'ਚ ਝਾੜੀਆਂ ਪਾਸੇ ਕਰਕੇ ਫਿਰ ਤੁਰੇ ਆਉਂਦੇ ਸੀ ਉਸ ਕਿਰਪਾਨ ਦੇ ਨਾਲ। ਕੱਲੇ ਨੇ, ਤਨ ਦੇ ਕੱਪੜੇ ਵੀ ਪਾਟੇ ਹੋਏ ਨੇ, ਤੇ ਪਤਾ ਤੇ ਸੀ ਆਨੰਦਪੁਰ ਸਾਹਿਬ ਛੱਡਿਆ, ਮਗਰ ਫੌਜਾਂ ਲੱਗੀਆਂ ਨੇ। ਪੂਰਨ ਮਸੰਦ ਕਹਿੰਦਾ ਕੀ ਕਹਿੰਦੇ ਸੀ? ਕਹਿੰਦਾ ਜੀ ਪੁੱਛਦੇ ਸੀ ਮਹਾਰਾਜ ਕਿ ਤੇਰਾ ਸੇਠ ਕਿੱਥੇ ਹੈ? ਕਹਿੰਦੇ ਤੂੰ ਕੀ ਕਿਹਾ? ਕਹਿੰਦੇ ਜੀ ਮੈਂ ਕਿਹਾ ਆਰਾਮ ਕਰਦੇ ਆ। ਕਹਿੰਦੇ ਮੂਰਖਾ ਇਦਾਂ ਨਹੀਂ ਸੀ ਕਹਿਣਾ, ਇਦਾਂ ਨਹੀਂ ਸੀ ਕਹਿਣਾ, ਤੂੰ ਕਹਿ ਦਿੰਦਾ ਕਿ ਮੇਰਾ ਮਾਲਕ ਘਰ ਹੀ ਹੈ ਨਹੀਂ। ਆਖੋ ਸਤਨਾਮ। ਤੂੰ ਕਹਿ ਦਿੰਦਾ ਮੇਰਾ ਮਾਲਕ ਘਰੇ ਹੀ ਹੈ ਨਹੀਂ। ਉਹਨਾਂ ਮਗਰ ਫੌਜਾਂ ਪਈਆਂ ਨੇ, ਉਹਨਾਂ ਮਗਰ ਸਿਪਾਹੀ ਪਏ ਨੇ, ਜੇ ਪਤਾ ਲੱਗ ਗਿਆ ਸਾਡੇ ਘਰ ਆਏ ਹੈ ਆਪਾਂ ਵੀ ਮਾਰੇ ਜਾਵਾਂਗੇ। ਤੂੰ ਇਹ ਨਹੀਂ ਸੀ ਕਹਿਣਾ ਵੀ ਉਹ ਘਰੇ ਹੀ ਹੈ, ਤੂੰ ਕਹਿ ਦਿੰਦਾ ਉਹ ਹੈ ਨਹੀਂ। ਜੇ ਹੁਣ ਤੂੰ ਕਹਿ ਹੀ ਦਿੱਤਾ ਹੈ ਵੀ ਮੇਰਾ ਮਾਲਕ ਘਰੇ ਹੈ, ਜਾ ਕੇ ਮੇਰਾ ਸੁਨੇਹਾ ਦੇ ਦੇ ਕਿ ਗੁਰੂ ਸਾਹਿਬ ਸਾਨੂੰ ਤੁਹਾਡੇ ਦਰਸ਼ਨਾਂ ਦੀ ਲੋੜ ਨਹੀਂ, ਸਾਨੂੰ ਤੁਹਾਡੇ ਦਰਸ਼ਨਾਂ ਦੀ ਲੋੜ ਨਹੀਂ, ਦਰਸ਼ਨ ਕਰਨੇ ਹੋਣਗੇ ਆਨੰਦਪੁਰ ਆ ਕੇ ਕਰ ਲਾਂਗੇ, ਇਸ ਟਾਈਮ ਤੁਹਾਡੇ ਮਗਰ ਫੌਜਾਂ ਲੱਗੀਆਂ ਨੇ, ਤੁਸੀਂ ਸਾਡੇ ਘਰੋਂ ਚਲੇ ਜਾਓ। ਖਾਦਾ ਗੁਰੂ ਘਰ ਦਾ, ਬਣਾਇਆ ਗੁਰੂ ਘਰ ਦੀ ਮਾਇਆ ਨਾਲ। ਅੱਜ ਜਦੋਂ ਗੁਰੂ ਘਰ ਆਇਆ ਤੇ ਗੁਰੂ ਸਾਹਿਬ ਨੂੰ ਕਹਿਣ ਲੱਗਾ ਆਪਣੇ ਨੌਕਰ ਨੂੰ ਜਾ ਕੇ ਕਹਿ ਦੇ ਕਿ ਮੇਰੇ ਘਰ ਨਾ ਰਹਿਣ, ਇੱਥੋਂ ਚਲੇ ਜਾਣ। ਜਦੋਂ ਇਹ ਬਚਨ ਕੀਤਾ ਦਰਵਾਜ਼ਾ ਬੰਦ ਕਰ ਲਿਆ ਤੇ ਜਿਉਣਾ ਸੋਚਦਾ ਹੈ। ਆਪਾਂ ਬਾਬਾ ਫਰੀਦ ਸਾਹਿਬ ਦਾ ਬਚਨ ਪੜ੍ਹਦੇ ਨਾ, ਦਿਲੋਂ ਮੁਹੱਬਤ ਜਿਨ ਸੇਈ ਸੱਚਿਆ, ਜਿਨ ਮਨ ਹੋਰ ਮੁਖ ਹੋਰ, ਸੇ ਕਾਂਡੇ ਕੱਚਿਆ, ਰੱਤੇ ਇਸ਼ਕ ਖੁਦਾਏ, ਰੰਗ ਦਿਦਾਰ ਕੇ, ਬਿਸਰਿਆ ਜਿਨ ਨਾਮ ਤੇ ਭੋਏ ਭਾਰਥੀਏ, ਆਪ ਲੀਏ ਲੜ ਲਾਏ, ਦਰ ਦਰਵੇਸ਼ ਸੇ ਤਿੰਨ ਧਨ ਜਣੇਂਦੀ ਮਾਉ ਆਏ, ਸਫਲ ਸੇ ਪਰਵਤਗਾਰ ਅਪਾਰ ਅਗੰਮ ਬੇਅੰਤ ਤੂੰ, ਜਿਨੀ ਪਛਾਤਾ ਸੱਚ ਚੁੰਮਾ ਪੈਰ ਮੂੰਹ, ਤੇਰੀ ਪਨਹ ਖੁਦਾਏ, ਤੂੰ ਬਖਸ਼ੰਦਗੀ ਸ਼ੇਖ ਫਰੀਦੇ ਖੈਰ ਦੀਜੈ ਬੰਦਗੀ। ਮਹਾਰਾਜ ਕਹਿੰਦੇ ਜਿਨ ਮਨ ਹੋਰ ਮੁਖ ਹੋਰ, ਸੇ ਕਾਂਡੇ ਕੱਚੇ ਆ। ਕਹਿੰਦੇ ਉਹ ਧਰਮੀ ਲੋਕ ਨਹੀਂ ਹੁੰਦੇ, ਉਹ ਕੱਚੇ ਲੋਕ ਨੇ ਜਿਨ੍ਹਾਂ ਦਾ ਮੂੰਹ ਤੇ ਕੁਛ ਹੋਵੇ, ਮਨ 'ਚ ਕੁਛ ਹੋਵੇ। ਤੇ ਪੂਰਨ ਵੀ ਉਹਨਾਂ 'ਚੋਂ ਇੱਕ ਹੈ, ਮੂੰਹ ਤੋਂ ਬੜੀਆਂ ਸਿਫਤਾਂ ਕਰਦਾ ਸੀ ਪਰ ਮਨ 'ਚੋਂ ਅੱਜ ਦੇਖ ਲਿਆ ਇਹ ਕੱਚਾ ਹੈ, ਇਹ ਗੁਰੂ ਦੇ ਰਸਤੇ ਤੇ ਤੁਰਨ ਵਾਲਾ ਨਹੀਂ। ਚਿਹਰਾ ਨੀਵਾਂ ਕਰਕੇ ਉਦਾਸ ਹੋ ਕੇ ਜਦੋਂ ਨੌਕਰ ਜਿਉਣਾ ਥੱਲੇ ਆਇਆ ਨਾ, ਆ ਕੇ ਮਹਾਰਾਜ ਦੇ ਕੋਲ ਖੜ ਗਿਆ ਹੱਥ ਜੋੜ ਕੇ। ਹੁਣ ਕਿਵੇਂ ਕਹਵੇ ਮਹਾਰਾਜ ਇਸ ਘਰੋਂ ਚਲੇ ਜਾਓ, ਹਿਆ ਨਹੀਂ ਪੈਂਦਾ। ਜਦੋਂ ਹੌਂਕਾ ਜਿਹਾ ਲੈ ਕੇ ਬੋਲਣ ਲੱਗਿਆ, ਮਹਾਰਾਜ ਕਹਿੰਦੇ ਜਿਉਣਿਆਂ ਬੋਲਣ ਦੀ ਲੋੜ ਨਹੀਂ, ਰਾਤ ਟਿਕੀ ਹੋਈ ਹੈ, ਅੰਮ੍ਰਿਤ ਵੇਲਾ, ਤੇਰੇ ਮਾਲਕ ਨੇ ਗੁੱਸੇ 'ਚ ਜੋ ਬੋਲ ਬੋਲੇ ਮੈਨੂੰ ਇੱਥੇ ਸੁਣ ਗਏ। ਉਹਨੂੰ ਕਹੀਂ ਜਦੋਂ ਦਿਨੇ ਉੱਠਿਆ ਨਾ, ਮੇਰਾ ਇੱਕ ਸੁਨੇਹਾ ਦੇ ਦੀ, ਮੈਂ ਤੇ ਚੱਲਿਆ ਪਰ ਆਪਣੇ ਮਾਲਕ ਨੂੰ ਮੇਰਾ ਸੁਨੇਹਾ ਦੇਈ ਕਿ ਮਹਾਰਾਜ ਕਹਿੰਦੇ ਸੀ ਜਿੰਦਾ ਵਸਦਾ ਰਹਿ, ਜਿੰਦਾ ਵਸਦਾ ਰਹਿ। ਇਹ ਕਹਿ ਕੇ ਜਦੋਂ ਮਹਾਰਾਜ ਤੁਰਨ ਲੱਗੇ ਤੇ ਮਹਾਰਾਜ ਦੇ ਚਰਨ ਫੜ ਕੇ ਤਾਂ ਹੀ ਰੋਇਆ ਜਿਉਣਾ ਨੌਕਰ। ਦੇਖੋ ਭਾਵਨਾ, ਜੇਨ ਕਦੇ ਦਰਸ਼ਨ ਵੀ ਨਹੀਂ ਸੀ ਕੀਤੇ, ਉਹਦੀ ਭਾਵਨਾ ਵੇਖੋ। ਜਿਹੜਾ ਹਰ ਵੇਲੇ ਮਹਾਰਾਜ ਦੇ ਚਰਨਾਂ 'ਚ ਰਹਿੰਦਾ ਸੀ, ਉਹ ਨਿਕਲਿਆ ਕੱਚਾ ਰੰਗ, ਇੱਕ ਵਾਰੀ ਧੋਤਾ
उतर के आओ गया। ते प्यारिओ जदों जिउणा गिड़गड़ाया कि महाराज मैं अपनी गरीबी का कदे रब नूं उलांभा नहीं दिता, मैं पशुओं के तबेले च सौ लिया, मैं पाटे बस्तर पा के गुजारा कर लिया, मैं नौकरी करके गुजारा कर लिया, पर अज रब नूं उलांभा जरूर दिना है। जे मैनूं कान्हियां दी छपरी भी दित्ती हुंदी मैं अज गुरु नूं अपनी छपरी च लै जांदा, मैं अपने घर ले जांदा। जदों ये बचन किया महाराज ने छाती नाल ला लिया जिउणा, छाती नाल। कहंदे रब दी कीती च कदे भी शंका नहीं करीदा, रब दी कीती च कदे शंका नहीं करीदा। मेरे वाल वेख, कल तक मैं ताजां तख्तां दा मालक सी, अज मेरे पैरां च जोड़ा भी नहीं। ये रब दी कुदरत है, वो जो चाहे कर सकदा है, ओदी मर्जी मोहरे किसी दी मर्जी नहीं चलदी। रब दे कदे शरीक नहीं बनना, जो करदा चंगा करदा है। जदों महाराज तुरन लगे, जिथे अग बाली सी महाराज लई, ओदे चों कच्ची टिंड दा कोलियां दी अग पाई, जिहड़ी टिंड दा सराहना नहीं लाया माछीवाड़ा साहब जाके, ਉਹ ਟਿੰਡ ਜਿਉਣੇ ਨੇ ਅੱਗ ਪਾ ਕੇ, ਉਦੋਂ ਕੱਚੀਆਂ ਟਿੰਡਾਂ ਹੁੰਦੀਆਂ ਸੀ, ਜਦੋਂ ਖੂਹ ਲੱਗਦੇ ਸੀ ਕੱਚੀਆਂ ਟਿੰਡਾਂ ਹੁੰਦੀਆਂ ਸੀ ਜੀ। ਉਹ ਕੱਚੀ ਟਿੰਡ ਦੇ ਵਿੱਚ ਕੋਲਿਆਂ ਦੀ ਅੱਗ ਪਾਈ ਕਿ ਮਹਾਰਾਜਾ ਨਾਲ ਲੈ ਜਾਓ, ਥੋੜਾ ਸਮਾਂ ਸੇਕ ਦੇਵੇਗੀ। ਉਹ ਕੋਲਿਆਂ ਨੇ ਕਿੰਨਾ ਕੁ ਚਿਰ ਸੇਕ ਦਿੱਤਾ ਹੋ, 1 ਘੰਟਾ ਨਿਕਲ ਗਿਆ ਹੋ, 2 ਘੰਟੇ ਨਿਕਲ ਗਏ ਹੋਣਗੇ, ਪਰ ਆਪਣੇ ਪਿਆਰੇ ਦੀ ਨਿਸ਼ਾਨੀ ਸੁੱਟੀ ਨਹੀਂ ਵੀ ਹੁਣ ਕੋਲੇ ਠੰਡੇ ਹੋ ਗਏ ਸਿੱਟ ਦਿਓ ਜਾਂਦੇ ਜਾਂਦੇ। ਮਾਛੀਵਾੜੇ ਪਹੁੰਚ ਗਏ, ਉਸੇ ਸ਼੍ਰੀ ਸਾਹਿਬ ਨਾਲ ਸੱਥਰ ਵਿਛਾ ਲਿਆ। ਸੱਥਰ ਦੇ ਉੱਤੇ ਜਦੋਂ ਆਰਾਮ ਕਰਨ ਲੱਗੇ ਤੇ ਸਰਾਣੇ ਉਹ ਟਿੰਡ ਦਾ ਸਰਾਣਾ ਲਾਇਆ। ਜਦੋਂ ਸਰਾਣਾ ਲਾਇਆ ਮਹਾਰਾਜ ਅੱਜ ਇਉਂ ਸੁੱਤੇ ਜਿਵੇਂ ਕਰਜ਼ਦਾਰ ਕੋਈ ਕਰਜ਼ਾ ਲਾ ਕੇ ਸੁੱਤਾ ਹੋਵੇ। ਕਹਿੰਦੇ ਜੰਗਲ ਦੇ ਜਾਨਵਰਾਂ ਨੇ ਰੌਲਾ ਨਹੀਂ ਪਾਇਆ। ਇੱਥੋਂ ਤੱਕ ਇਤਿਹਾਸਕਾਰ ਲਿਖਦੇ ਐ ਇੱਕ ਸ਼ੇਰ ਮਹਾਰਾਜ ਦਾ ਪਹਿਰਾ ਦਿੰਦਾ ਰਿਹਾ, ਜੰਗਲ ਦਾ ਸ਼ੇਰ ਮਹਾਰਾਜ ਦੇ ਆਰਾਮ ਕਰਦਿਆਂ ਤੇ ਘੁੰਮਦਾ ਰਿਹਾ ਉੱਥੇ ਆਲੇ ਦੁਆਲੇ, ਤੇ ਡਰਦਾ ਕੋਈ ਸ਼ੇਰ ਵੇਖ ਕੇ ਗਾਂ ਨੂੰ ਨਹੀਂ ਸੀ ਆਉਂਦਾ, ਜੇ ਕੋਈ ਮਗਰ ਵੀ ਆਉਂਦਾ ਸੀ। ਉਹ ਸ਼ੇਰ ਪਹਿਰਾ ਦੇ ਰਿਹਾ ਹੈ ਤੇ ਪਿਆਰੇ ਉਹ ਮਹਾਰਾਜ ਆਰਾਮ ਕਰਦੇ ਹੈ। ਦਿਨ ਚੜ ਰਿਹਾ ਹੈ, ਪਿਆਰੇ ਦਇਆ ਸਿੰਘ, ਧਰਮ ਸਿੰਘ, ਮਾਨ ਸਿੰਘ ਜੀ ਉਹ ਵੀ ਪਹੁੰਚ ਗਏ। ਤੇ ਜਦੋਂ ਆ ਕੇ ਮਹਾਰਾਜ ਨੂੰ ਆਰਾਮ ਕਰਦਿਆਂ ਦੇਖਿਆ ਨਾ ਸੱਥਰ ਤੇ, ਉਸ ਵੇਲੇ ਦਇਆ ਸਿੰਘ ਜੀ ਦੇ ਅੰਦਰੋਂ ਇੱਕ ਭੁੱਬ ਨਿਕਲੀ, ਕਿਉਂਕਿ ਮਾਤਾ ਗੁਜਰ ਕੌਰ ਜੀ ਤੋਂ ਪਤਾ ਸੀ, ਬਚਪਨ ਤੋਂ ਸੁਣਿਆ ਸੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਿਵੇਂ ਪਾਲਿਆ ਮਾਤਾ ਜੀ ਨੇ। ਇਹ ਗੱਲ ਯਾਦ ਰੱਖਿਓ, ਮਾਤਾ ਗੁਜਰ ਕੌਰ ਦੀ ਕੁੱਖ ਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਮਾਤਾ ਜੀ ਦੇ ਵਿਆਹ ਤੋਂ 30 ਸਾਲ ਬਾਅਦ ਹੋਇਆ ਸੀ। 30 ਸਾਲ ਵਿਆਹ ਨੂੰ ਹੋ ਚੁੱਕੇ ਸੀ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਹੋਇਆ। ਕਿਉਂ? ਕਿਉਂਕਿ ਵਿਆਹ ਤੋਂ ਬਾਅਦ 26 ਸਾਲ 9 ਮਹੀਨੇ 13 ਦਿਨ ਤੇ ਬਾਬਾ ਬਕਾਲਾ ਸਾਹਿਬ ਮਹਾਰਾਜ ਨੇ ਬੰਦਗੀ ਕੀਤੀ ਹੈ। ਮਾਤਾ ਗੁਜਰ ਕੌਰ ਬਾਹਰ ਭੋਰੇ ਦੇ ਪਹਿਰਾ ਦਿੰਦੇ ਹੁੰਦੇ ਸੀ। 26 ਸਾਲ 9 ਮਹੀਨੇ 13 ਦਿਨ ਉਹ ਨਿਕਲੇ, ਫਿਰ ਆ ਕੇ ਆਨੰਦਪੁਰ ਸਾਹਿਬ ਬਸਿਆ। ਇੱਥੋਂ ਫਿਰ ਮਹਾਰਾਜ ਪਟਨਾ ਸਾਹਿਬ ਮਾਤਾ ਜੀ ਨੂੰ ਛੱਡਣ ਗਏ। ਮੈਂ ਕੱਲ ਸੋਚਿਆ ਸੀ ਕਿ ਤੁਹਾਡੇ ਵਿੱਚ ਬੇਨਤੀ ਕਰਾਂਗਾ ਕਿ ਪਟਨਾ ਸਾਹਿਬ ਜਾ ਕੇ ਮਹਾਰਾਜ ਦਾ ਪ੍ਰਕਾਸ਼ ਕਿਉਂ ਹੋਇਆ। ਹੋਣਾ ਤੇ ਆਨੰਦਪੁਰ ਸਾਹਿਬ ਚਾਹੀਦਾ ਸੀ, ਕਿਉਂਕਿ ਉਹ ਸ਼ਹਿਰ ਵਸਾਇਆ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ। ਜਾਂ ਫਿਰ ਮਾਤਾ ਜੀ ਦੇ ਪੇਕੇ ਪਿੰਡ ਹੁੰਦਾ, ਲਖਨੌਰ ਸਾਹਿਬ ਹੁੰਦਾ, ਜਾਂ ਕਰਤਾਰਪੁਰ ਹੁੰਦਾ ਜਲੰਧਰ ਦੇ ਲਾਗੇ, ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜੰਝ ਕਰਤਾਰਪੁਰ ਆਈ ਸੀ ਜਲੰਧਰ ਦੇ ਨਜ਼ਦੀਕ, ਉੱਥੋਂ ਮਾਤਾ ਗੁਜਰੀ ਜੀ ਦਾ ਵਿਆਹ ਹੋਇਆ ਸੀ। ਜਾਂ ਤੇ ਬੀਬੀ ਦੇ ਪੇਕੇ ਘਰ ਧੀ ਪੁੱਤ ਹੁੰਦਾ ਜਾਂ ਸਹੁਰੇ ਘਰ ਹੁੰਦਾ। ਇਹ ਥੋੜਾ ਹੁੰਦਾ ਹੈ ਵੀ ਧੀ ਜਲੰਧਰ ਵਿਆਹੀ ਹੋਵੇ ਤੇ ਜਨਮ ਬੱਚੇ ਦਾ ਬਿਹਾਰ 'ਚ ਜਾ ਕੇ ਹੋਵੇ, ਇਦਾਂ ਨਹੀਂ ਹੁੰਦਾ। ਉਹਦੇ ਪਿੱਛੇ ਕਾਰਨ ਸੀ, ਮਹਾਰਾਜ ਦਾ ਪ੍ਰਕਾਸ਼ ਪਟਨਾ ਸਾਹਿਬ ਹੋਇਆ ਸੀ। ਮੈਂ ਬੇਨਤੀ ਇਹ ਕਰਾਂ, ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਹੋਣਾ ਜਨਵਰੀ 'ਚ, 20 ਜਨਵਰੀ ਦਾ। ਤੇ ਪਿਆਰਿਓ, ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਤੋਂ ਪਹਿਲਾਂ ਦਾ ਇਤਿਹਾਸ ਹੀ ਉਹਨਾਂ ਦਾ ਫਰੋਲਣਾ ਹੋਵੇ ਨਾ, ਤੇ 2 ਤੋਂ 2.5 ਘੰਟੇ ਇਕੱਲਾ ਇਸ ਕੰਮ ਲਈ ਚਾਹੀਦੇ ਬੋਲਣ ਵਾਸਤੇ ਕਿ ਮਹਾਰਾਜ ਕਿਵੇਂ ਹੇਮਕੁੰਟ ਸਾਹਿਬ ਗਏ, ਕਿਵੇਂ ਹੇਮਕੁੰਟ ਸਾਹਿਬ ਤੋਂ ਮਾਤ ਲੋਕ ਧਰਤੀ ਤੇ ਆਏ, ਕੌਣ ਸਨ ਜੋ ਹੇਮਕੁੰਟ ਸਾਹਿਬ ਗਿਆ, ਕਿਵੇਂ ਉਹ ਮਾਤਾ ਜੀ ਦੀ ਕੁੱਖ 'ਚ ਆਏ। ਇਹਦੇ ਲਈ 2 ਘੰਟੇ ਚਾਹੀਦੇ, ਪਰ ਸਾਡੇ ਪ੍ਰਚਾਰਕ ਨਹੀਂ ਦੱਸਦੇ ਤੁਹਾਨੂੰ ਬਹੁਤੇ ਵੀ ਕਿਵੇਂ ਹੇਮਕੁੰਟ। ਕਈ ਸਵਾਲ ਕਰਦੇ ਨਾ, ਹੇਮਕੁੰਟ ਸਾਹਿਬ ਐਵੇਂ ਹੀ ਬਣਾਇਆ, ਸਾਡੇ ਘਰਾਂ ਨੂੰ ਨਹੀਂ ਮੱਥਾ ਟੇਕ ਲੈਂਦਾ ਕੋਈ, ਨਾਲੇ ਪੱਧਰੇ ਹੈ। ਕਿਉਂ ਇੰਨਾ ਔਖਾ ਰਾਹ ਤੈਅ ਕਰਕੇ ਸੰਗਤਾਂ ਉੱਥੇ ਮੱਥਾ ਟੇਕਣ ਜਾਂਦੀਆਂ? ਕਿਉਂਕਿ ਜਿੱਥੇ ਗੁੜ ਹੋਵੇ, ਮਿੱਠਾ ਹੋਵੇ, ਉੱਥੇ ਮੇਰੇ ਵਰਗੀਆਂ ਮੱਖੀਆਂ ਨੂੰ ਸੱਦਣ ਦੀ ਲੋੜ ਨਹੀਂ ਪੈਂਦੀ, ਉਹ ਆਪੇ ਹੀ ਪਹੁੰਚ ਜਾਂਦੀਆਂ। ਮੇਰੇ ਵਰਗੀਆਂ ਕੀੜੇ ਆਪੇ ਹੀ ਪਹੁੰਚ ਜਾਂਦੇ ਐ। ਤੇ ਜਿੱਥੇ ਬੰਦਗੀ ਹੋਈ ਹੋਵੇ ਉੱਥੇ ਸੰਗਤ ਆਪੇ ਹੀ ਪਹੁੰਚਦੀ ਹੈ, ਉੱਥੇ ਕੋਈ ਲਿਜਾਣ ਨਹੀਂ, ਕਿਸੇ ਦੀ ਹਿੰਮਤ ਨਹੀਂ ਹੁੰਦੀ ਵੀ ਸੱਦ ਕੇ ਬੁਲਾ ਲਵੇ। ਸਾਡੇ ਘਰਾਂ ਨੂੰ ਨਹੀਂ ਮੱਥਾ ਟੇਕਦਾ ਕੋਈ। ਇਹ ਬੇਨਤੀ ਹਮੇਸ਼ਾ ਚੇਤੇ ਰੱਖਿਓ ਕਿ ਜਿਹੜਾ ਮਟੀਰੀਅਲ ਸਾਡੀਆਂ ਕੋਠੀਆਂ ਨੂੰ ਹੈ,
ਉਹੀ ਮਟੀਰੀਅਲ ਗੁਰੂ ਦੇ ਘਰ ਨੂੰ ਹੁੰਦਾ, ਗੁਰਦੁਆਰੇ ਨੂੰ। ਉਹੀ ਇੱਟਾਂ ਨੇ, ਉਹੀ ਸੀਮੈਂਟ ਬਜਰੀ ਹੈ। ਪਰ ਜਦੋਂ ਕੋਈ ਗੁਰਦੁਆਰੇ ਸਾਹਿਬ ਦੇ ਮੋਹਰ ਦੀ ਲੰਘਦਾ, ਮੱਲੋ ਮੱਲੀ ਸਿਰ ਝੁਕ ਜਾਂਦਾ ਹੈ। ਕਿਉਂ? ਕਿਉਂਕਿ ਉਹ ਇਮਾਰਤ ਵੀ ਗੁਰੂ ਨਾਲ ਜੁੜੀ ਹੋਈ ਹੈ। ਤੇ ਜਦੋਂ ਸਾਡੀ 3 ਮੰਜ਼ਲ ਦੀ ਕੋਠੀ ਕੋਲ ਦੀ ਲੰਘਦਾ ਨਾ ਕੋਈ, ਅਗਲਾ ਸਿਰ ਨਹੀਂ ਝੁਕਾਉਂਦਾ, ਅਗਲਾ ਮੂੰਹ ਤਾਹਾਂ ਨੂੰ ਚੱਕ ਕੇ ਕਹਿੰਦਾ 2 ਨੰਬਰ ਦੇ ਪੈਸੇ ਆਉਂਦੇ ਨੇ ਇਹਦੇ ਕੋਲ। ਐਡਾ ਵੱਡਾ ਮਹਿਲ ਐਵੇਂ ਨਹੀਂ ਬਣ ਗਿਆ। ਭਾਵ ਬਿਲਡਿੰਗ ਵੀ ਉੱਥੇ ਸਤਿਕਾਰਯੋਗ ਹੈ ਜਿਹੜੀ ਗੁਰੂ ਨਾਲ ਜੁੜ ਗਈ। ਜਿਹੜੀ ਬੇਰੀ ਜੁੜ ਗਈ ਉਹ ਬੇਰ ਸਾਹਿਬ ਬਣ ਗਈ। ਜਿਹੜੀ ਟਾਹਲੀ ਜੁੜ ਗਈ ਟਾਹਲੀ ਸਾਹਿਬ ਬਣ ਗਈ। ਰੀਠਾ ਜੁੜ ਗਿਆ ਰੀਠਾ ਮਿੱਠਾ ਸਾਹਿਬ ਬਣ ਗਿਆ। ਤੇ ਸਾਡੇ ਤਾਂ ਅੰਦਰ ਰੱਬ ਬੈਠਾ ਹੈ। ਅਸੀਂ ਚਪੜਾਸੀ ਦੇ ਚਪੜਾਸੀ ਹਾਂ ਜੀ, ਆਖੋ ਸਤਨਾਮ। ਅਸੀਂ ਸਾਹਿਬ ਬਣੇ ਹੀ ਨਹੀਂ, ਮਹਾਰਾਜ ਨੇ ਸਾਨੂੰ ਸਾਹਿਬ ਬਣਾਇਆ ਹੈ। ਮਹਾਰਾਜ ਕਹਿੰਦੇ ਖਾਲਸਾ ਮੇਰੋ ਖਾਲਸੇ ਮੈਂ ਹੋ ਕਰੋ ਨਿਵਾਸ, ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰੋ ਸਤਿਗੁਰ ਪੂਰਾ। ਮਹਾਰਾਜ ਨੇ ਤਾਂ ਆਪਣੇ ਖਾਲਸੇ ਨੂੰ ਸਤਿਗੁਰ ਕਿਹਾ। ਸਤਿਗੁਰ ਹੈ ਮੇਰਾ ਖਾਲਸਾ। ਪਰ ਅਸੀਂ ਖਾਲਸੇ ਬਣੀਏ ਫੇਰ ਹੀ ਹੈ। ਖਾਲਸ ਹੁੰਦਾ ਪਿਓਰ ਸ਼ੁੱਧ, ਜਿਹਦੇ ਚ ਬਿੰਗਵਲ ਨਾ ਹੋਵੇ। ਆਓ ਸਮਾਂ ਲੰਮਾ ਹੋ ਰਿਹਾ ਹੈ, ਹੁਣ ਆਖਰੀ ਬੇਨਤੀ ਕਰ ਰਹੇ ਹਾਂ। ਪਾਤਸ਼ਾਹ ਜੀ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਹੁਣ ਗੁਰਮੁਖੋ ਮਾਛੀਵਾੜੇ ਆਰਾਮ ਕਰਦੇ ਹੈ, ਪਿਆਰੇ ਦਇਆ ਸਿੰਘ ਜੀ ਦੀ ਭੁੱਬ ਨਿਕਲੀ ਤੇ ਉੱਥੇ ਕਵੀ ਦੀਆਂ 4 ਸਤਰਾਂ ਨੇ। ਕਹਿੰਦੇ ਉਸ ਭਾਈ ਦਇਆ ਸਿੰਘ ਜੀ ਦੇ ਅੰਦਰੋਂ ਇੱਕ ਆਹ ਨਿਕਲੀ ਕਲਗੀਧਰ ਜੀ ਵੱਲ ਵੇਖ ਕੇ, ਤੇ ਕੀ ਕਹਿੰਦੇ ਐ? ਜੀਵੇ ਕਲਗੀ ਵਾਲਿਆ ਚੰਨ ਮਾਈਆ, ਕੁਝ ਯਾਦ ਹੈ ਬੀਤੀ ਬਤਾਈ ਤੈਨੂੰ, ਹੀਰੇ ਜੜੇ ਰੰਗੀਲੇ ਪੰਘੂੜਿਆਂ ਵਿੱਚ, ਰਹਿੰਦੀ ਲੋਰੀਆਂ ਦਿੰਦੀ ਸੀ ਦਾਈ ਤੈਨੂੰ, ਮਾਂ ਨੇ ਸਮਝ ਕੇ ਬਰਫ਼ ਦਾ ਚੰਨ ਚਿੱਟਾ, ਤੱਤੀ ਵਾਹ ਨਾ ਚਾਨਣਾ ਲਾਈ ਤੈਨੂੰ, ਮਤਾ ਰਹਿ ਗਿਆ ਬੱਟ ਜੇ ਬਿਸਤਰੇ ਤੇ, ਸਾਰੀ ਰਾਤ ਸੀ ਰੱਖਿਆ ਜਗਾਈ ਤੈਨੂੰ, ਮੈਂ ਹੈਰਾਨ ਹਾਂ ਗੁਜਰੀ ਦੇ ਸੋਲ ਫੁੱਲਾ, ਨੀਂਦ ਸੂਲਾਂ ਦੇ ਉੱਤੇ ਕਿੱਦਾਂ ਆਈ ਤੈਨੂੰ। ਮੈਂ ਹੈਰਾਨ ਹਾਂ ਵੀ ਜਿਹੜੀ ਮਾਂ ਨੇ ਬਿਸਤਰੇ ਤੇ ਬੱਟ ਨਹੀਂ ਸੀ ਪੈਣ ਦਿੱਤਾ ਤੁਹਾਡੇ ਸੌਣ ਲਈ, ਅੱਜ ਤੁਸੀਂ ਸੂਲਾਂ ਤੇ ਪਏ ਹੋ, ਤੁਹਾਨੂੰ ਨੀਂਦ ਕਿਵੇਂ ਆਈ? ਤੇ ਮਹਾਰਾਜ ਨੇ ਅੱਗਿਓਂ ਜਵਾਬ ਦਿੱਤਾ। ਮਹਾਰਾਜ ਕਹਿੰਦੇ ਨੇ ਮੈਂ ਵੀ ਸੂਲ ਸੀ ਸੂਲਾਂ ਵਿੱਚ ਸੂਲ ਵਾਂਗੂ, ਮੈਂ ਵੀ ਸੂਲ ਸੀ ਸੂਲਾਂ ਵਿੱਚ ਸੂਲ ਵਾਂਗੂ, ਸੂਲਾਂ ਇੱਕ ਨਾ ਸੂਲ ਚੁਭਾਈ ਮੈਨੂੰ, ਸੱਚ ਪੁੱਛਦਾ ਹੈ ਜੇ ਤੂੰ ਦਇਆ ਸਿੰਘਾ, ਓਏ ਐਸੀ ਨੀਂਦ ਨਾ ਕਦੇ ਵੀ ਆਈ ਮੈਨੂੰ। ਜਿਹੜੀ ਨੀਂਦ ਇੱਥੇ ਆਈ ਹੈ ਮੈਨੂੰ ਤੇ ਗਧੇਲਿਆਂ ਤੇ ਵੀ ਨਹੀਂ ਸੀ ਆਈ ਜਿਹੜੇ ਮਖਮਲ ਦੇ ਸੀ, ਬੜੀ ਆਨੰਦਮਈ ਨੀਂਦ। ਤੇ ਉਸ ਵੇਲੇ ਪਿਆਰੇ ਦਇਆ ਸਿੰਘ ਪੁੱਛਦੇ ਐ, ਉੱਥੇ ਹੀ ਮਹਾਰਾਜ ਨੇ ਉਚਾਰਿਆ ਸੀ ਨਾ, ਅੱਜ ਨਾਲੇ ਆਰਾਮ ਕਰਦੇ ਹੋਵੋ ਧਰਤੀ ਤੇ ਟਰਾਲੀਆਂ ਤੇ ਟਰਾਲੀਆਂ ਦੇ ਥੱਲੇ, ਨਾਲੇ ਪੜਿਆ ਕਰੋ ਜੋ ਮਹਾਰਾਜ ਨੇ ਪੜਿਆ ਸੀ। ਪੜੀਏ ਸਾਰੇ, ਮਗਰ ਬੋਲਿਓ ਜੀ। ਸਾਨੂੰ ਸੱਥਰ ਚੰਗਾ ਯਾਰੜੇ ਦਾ, ਸੱਥਰ ਚੰਗਾ ਯਾਰੜੇ ਦਾ, ਸੱਥਰ ਚੰਗਾ ਯਾਰੜੇ ਦਾ, ਸਾਨੂੰ ਸੱਥਰ, ਮੇਰਾ ਖਿਆਲ ਡਾਊਨ ਹੋ ਗਿਆ, ਮੈਨੂੰ ਸੱਥਰ ਚੰਗਾ ਯਾਰੜੇ ਦਾ, ਸਾਨੂੰ ਸੱਥਰ ਚੰਗਾ ਯਾਰੜੇ ਦਾ, ਸੱਥਰ ਚੰਗਾ ਯਾਰੜੇ ਦਾ, ਸਾਨੂੰ ਸੱਥਰ ਚੰਗਾ ਯਾਰੜੇ ਦਾ, ਪਾਠੇ ਖੇੜਿਆਂ ਦਾ ਰਹਿਣਾ ਸੰਗ ਤੇ ਯਾਰੜੇ ਦਾ, ਸੱਥਰ ਚੰਗਾ ਯਾਰੜੇ ਦਾ, ਸੱਥਰ ਚੰਗਾ ਯਾਰੜੇ ਦਾ, ਸਾਨੂੰ ਸੱਥਰ ਚੰਗਾ ਯਾਰੜੇ ਦਾ। ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਇਹ ਉਸ ਸੱਥਰ ਤੇ ਪੈ ਕੇ ਉਚਾਰਿਆ ਮਹਾਰਾਜ ਦਾ ਬਚਨ। ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਦੁੱਧ ਬਿਨ ਰੋਗ ਰਜਾਈਆਂ ਦੇ ਓਢਣ, ਨਾਗ ਨਿਵਾਸਾਂ ਦੇ ਰਹਿਣਾ, ਸੂਲ ਸੁਰਾਹੀ ਖੰਜਰ ਪਿਆਲਾ, ਬਿੰਗ ਕਸਾਈਆਂ ਦਾ ਸਹਿਣਾ, ਯਾਰੜੇ ਦਾ ਸਾਨੂੰ ਸੱਥਰ ਚੰਗਾ, ਪੱਟ ਖੇੜਿਆਂ ਦਾ ਰਹਿਣਾ। ਮਹਾਰਾਜ ਕਹਿੰਦੇ ਜੇ ਰੱਬ ਦੀ ਯਾਦ ਨਹੀਂ ਨਾ ਸੋਹਣੇ ਬਿਸਤਰਿਆਂ 'ਚ, ਉਹ ਇਦਾਂ ਜਿਵੇਂ ਭੱਠੀ ਦੇ ਵਿੱਚ ਰਹਿਣਾ ਹੋਵੇ। ਤੇ ਜੇ ਰੱਬ ਦੀ ਯਾਦ ਕੋਲ ਹੈ ਫਿਰ ਸਾਨੂੰ ਆ ਸੱਥਰ ਵੀ ਦਿੱਤਾ ਰੱਬ ਦਾ ਚੰਗਾ ਲੱਗਦਾ ਹੈ। ਮਹਾਰਾਜ ਨੇ ਉੱਥੇ ਇਹ ਉਪਦੇਸ਼ ਦਿੱਤਾ ਕਿ ਜੇ ਕਿਤੇ ਜੰਗਲਾਂ 'ਚ ਰੋੜਾਂ 'ਚ
ਰਕੜਾਂ 'ਚ, ਮੀਂਹਾਂ 'ਚ, ਗੜਿਆਂ 'ਚ ਕਿਤੇ ਵੀ ਸੌਣਾ ਪੈ ਜਾਏ, ਜੇ ਉਹਦੀ ਯਾਦ ਤੁਹਾਡੇ ਕੋਲ ਹੈ ਤੇ ਤੁਹਾਡੇ ਨਾਲ ਰੱਬ ਦੀ ਉੱਥੇ ਵੀ ਹਾਜ਼ਰੀ ਹੈ। ਤੇ ਜੇ ਸੋਹਣੀਆਂ ਕੋਠੀਆਂ ਮਹਿਲਾਂ 'ਚ ਪੈ ਕੇ ਵੀ ਰੱਬ ਭੁੱਲਿਆ, ਉਹ ਵੀ ਇੱਕ ਅੱਗ ਦੀ ਭੱਠੀ ਵਾਂਗ ਮੱਚਦੀਆਂ ਲੱਗਣਗੀਆਂ। ਸੋ ਮਹਾਰਾਜ ਨੇ ਉੱਥੋਂ ਉਪਦੇਸ਼ ਦਿੱਤਾ ਕਿ ਜਿੱਦਾਂ ਦਾ ਵੀ ਹਾਲਾਤ ਹੋਵੇ, ਉਸ ਪਰਮਾਤਮਾ ਦੇ ਨਾਲੋਂ ਨਾ ਟੁੱਟਿਓ, ਉਹਦੇ ਸਿਮਰਨ ਨਾਲੋਂ ਨਾ ਟੁੱਟਿਓ। ਉੱਥੋਂ ਫਿਰ ਪਿਆਰੇ ਦਇਆ ਸਿੰਘ, ਪਿਆਰੇ ਧਰਮ ਸਿੰਘ ਪੁੱਛਦੇ ਆ, ਮਹਾਰਾਜ ਹੁਣ ਅਗਲਾ ਕੀ ਹੁਕਮ ਹੈ? ਮਹਾਰਾਜ ਕਹਿੰਦੇ ਇਸ਼ਨਾਨ ਕਰਨਾ। 72 ਘੰਟੇ ਹੋ ਗਏ ਸੀ ਮਹਾਰਾਜ ਨੂੰ ਅੰਨ ਜਲ ਛਕੇ ਨੂੰ, ਨਾ ਅੰਨ ਛਕਿਆ ਸੀ ਨਾ ਜਲ ਛਕਿਆ ਸੀ 72 ਘੰਟਿਆਂ ਤੋਂ। ਜਿਉਂ ਅਨੰਦਪੁਰ ਸਾਹਿਬ ਤੋਂ ਚੱਲੇ, ਨਾ ਅੰਨ ਨਾ ਜਲ। ਕਹਿੰਦੇ ਇਸ਼ਨਾਨ ਕਰਨਾ ਹੈ। ਮਹਾਰਾਜ ਕੋਲੋਂ ਤੁਰਿਆ ਨਹੀਂ ਸੀ ਗਿਆ, ਕਿਉਂਕਿ ਚਰਨ ਸੁੱਜ ਕੇ ਦਰਦ ਕਰਦੇ ਸੀਗੇ, ਤੁਰਿਆ ਨਹੀਂ ਗਿਆ। ਫਿਰ ਪਿਆਰੇ ਦਇਆ ਸਿੰਘ, ਧਰਮ ਸਿੰਘ ਜੀ ਦੋਨਾਂ ਪਾਸਿਆਂ ਤੋਂ ਆਸਰਾ ਦੇ ਕੇ ਮਹਾਰਾਜ ਨੂੰ ਤੋਰਦੇ ਐ, ਤੋਰ ਕੇ ਤੇ ਇਸ਼ਨਾਨ ਕਰਨ ਲਈ ਲਿਜਾਂਦੇ ਐ। ਤੇ ਪਿਆਰਿਓ, ਜਦੋਂ ਮਹਾਰਾਜ ਦਾ ਕਮਰ ਕੱਸਾ ਖੋਲਿਆ, ਮਹਾਰਾਜ ਦੇ 2 ਕਮਰ ਕੱਸੇ ਹੁੰਦੇ ਸੀ। ਥੱਲਿਓਂ ਦੀ ਚਮੜੇ ਦੀ ਪੇਟੀ ਹੁੰਦੀ ਸੀ, ਵੀ ਜੇ ਕੋਈ ਤੀਰ ਆਵੇ ਤੇ ਸਰੀਰ ਦੇ ਉੱਤੇ ਉਹਦਾ ਨੁਕਸਾਨ ਨਾ ਹੋਵੇ ਬਹੁਤਾ। ਉਹ ਚਮੜੇ ਦੀ ਪੇਟੀ ਥੱਲਿਓਂ ਦੀ, ਉੱਪਰ ਦੀ ਬਸਤਰ ਤੇ ਉੱਪਰ ਦੀ ਕੱਪੜੇ ਦਾ ਜਿਹੜਾ ਕਮਰ ਕੱਸਾ। ਜਦੋਂ ਮਹਾਰਾਜ ਦੀ ਚਮੜੇ ਦੀ ਪੇਟੀ ਦਾ ਕਮਰ ਕੱਸਾ ਖੋਲਿਆ, ਕਹਿੰਦੇ ਬੱਖੀਆਂ ਦੇ ਅੰਦਰ ਨੂੰ 3-3 ਉਂਗਲਾਂ ਉਹ ਕਮਰ ਕੱਸਾ ਧਸ ਚੁੱਕਾ ਸੀ। ਕੱਸ ਕੇ ਬਹੁਤ ਬੰਨਿਆ ਸੀ, ਕਿਉਂਕਿ ਜੰਗ ਦਾ ਮਾਹੌਲ ਸੀ। ਤੇ 3 ਦਿਨ ਤੋਂ 4 ਦਿਨ ਤੋਂ 72 ਘੰਟੇ ਤੋਂ ਛਕਿਆ ਵੀ ਕੁਝ ਨਹੀਂ ਸੀ। ਤੇ ਜਦੋਂ ਕਹਿੰਦੇ ਉਹ ਚਮੜੇ ਦਾ ਕਮਰ ਕੱਸਾ ਖੋਲਿਆ ਗਿਆ ਤੇ ਬੱਖੀਆਂ ਦਾ ਮਾਸ ਨਾਲ ਪਟਿਆ ਗਿਆ। ਮਹਾਰਾਜ ਨੇ ਇਸ਼ਨਾਨ ਕੀਤਾ। ਉੱਥੋਂ ਮਹਾਰਾਜ ਫਿਰ ਮਾਤਾ ਗੁਰਦਈ ਦੇ ਘਰ ਗਏ। ਉੱਥੋਂ ਫਿਰ 2 ਸਕੇ ਭਰਾ ਗਨੀ ਖਾਂ ਤੇ ਨਵੀ ਖਾਂ, ਉਹਨਾਂ ਨੇ ਮਹਾਰਾਜ ਨੂੰ ਉੱਚ ਦਾ ਪੀਰ ਬਣਾਇਆ। ਤੇ ਫਿਰ ਮੰਜੀ ਸਾਹਿਬ ਆਲਮਗੀਰ ਮਹਾਰਾਜ ਜੀ ਆਏ। ਉੱਥੋਂ ਅੱਗੇ ਰਾਏਕੋਟ ਦੀ ਧਰਤੀ ਵੱਲ, ਜਿੱਥੇ ਫਿਰ ਨੂਰੇ ਮਾਹੀ ਨੇ ਸਾਰੀ ਖਬਰ ਦਿੱਤੀ ਸੀ। ਇਤਿਹਾਸ ਬਹੁਤ ਲੰਮਾ ਹੈ, ਪਰ ਮੈਂ ਅੱਜ ਦੇ ਦੀਵਾਨ 'ਚ ਇੱਥੇ ਆਪਣੀ ਬਾਣੀ ਨੂੰ ਵਿਰਾਮ ਦੇ ਦਿਆਂਗਾ। ਇੰਨੀ ਬੇਨਤੀ ਤੁਹਾਡੇ ਚਰਨਾਂ 'ਚ ਹੈ ਕਿ ਜਿੱਦਾਂ ਦੇ ਮਰਜ਼ੀ ਸਮੇਂ 'ਚ ਰਹੀਏ, ਗੁਰੂ ਦੇ ਨਾਮ ਨਾਲੋਂ, ਗੁਰੂ ਦੇ ਸਿਮਰਨ ਨਾਲੋਂ, ਗੁਰੂ ਦੇ ਇਤਿਹਾਸ ਨਾਲੋਂ ਨਾ ਆਪ ਟੁੱਟੋ, ਨਾ ਆਪਣੀ ਪੀੜ੍ਹੀ ਨੂੰ ਟੁੱਟਣ ਦਿਓ। ਕਿਉਂਕਿ ਕਵੀ ਲਿਖਦਾ ਹੈ, ਕਿਸੇ ਮਕਾਨ ਦੀ ਨੀਂਹ ਜਰਬ ਦੇ ਜਾਏ, ਉਹ ਘੜੀ ਵੀ ਨਹੀਂ, ਉਹ ਪਲ ਵੀ ਨਹੀਂ। ਜੇ ਕਿਸੇ ਮਕਾਨ ਦੀ ਨੀਂਹ ਹਿੱਲ ਜੇ ਨਾ, ਉਹਦੇ 'ਚ ਦਰਾਰ ਆ ਜਾਏ, ਉਹਦਾ ਪਤਾ ਨਹੀਂ ਉਹ ਕਦੋਂ ਡਿੱਗ ਪੈਣੀ ਹੈ। ਕਿਸੇ ਮਕਾਨ ਦੀ ਨੀਂਹ ਜਰਬ ਦੇ ਜਾਏ, ਉਹ ਘੜੀ ਵੀ ਨਹੀਂ, ਉਹ ਪਲ ਵੀ ਨਹੀਂ। ਸ਼ੇਰ ਦੇ ਮੂੰਹ ਸ਼ਿਕਾਰ ਆ ਜਾਏ, ਉਹਦਾ ਮਾਸ ਵੀ ਨਹੀਂ ਤੇ ਉਹਦੀ ਖੱਲ ਵੀ ਨਹੀਂ। ਕਿਸੇ ਬਾਗ ਦਾ ਮਾਲੀ ਬੇਈਮਾਨ ਹੋ ਜਾਏ, ਉਹਦੇ ਫੁੱਲ ਵੀ ਨਹੀਂ, ਉਹਦੇ ਫਲ ਵੀ ਨਹੀਂ। ਤੇ ਜਿਹੜੀ ਕੌਮ ਆਪਣਾ ਇਤਿਹਾਸ ਭੁੱਲ ਜਾਏ, ਉਹ ਅੱਜ ਵੀ ਨਹੀਂ, ਉਹ ਕੱਲ ਵੀ ਨਹੀਂ। ਇਸ ਕਰਕੇ ਕਦੇ ਆਪਣੇ ਇਤਿਹਾਸ ਨੂੰ ਨਾ ਭੁੱਲੋ। ਘਰਾਂ 'ਚ ਇਤਿਹਾਸ ਦੇ ਗ੍ਰੰਥ ਰੱਖੋ, ਆਪ ਪੜ੍ਹੋ, ਆਪਣੇ ਬੱਚਿਆਂ ਨੂੰ ਪੜ੍ਹਾਓ, ਤੇ ਤਾਂ ਜੋ ਸਾਡਾ ਵਿਰਸਾ, ਸਾਡੇ ਗੁਰੂ ਦਾ ਇਤਿਹਾਸ ਅਸੀਂ ਆਪਣੇ ਬੱਚਿਆਂ ਨੂੰ ਦੱਸ ਸਕੀਏ। ਆਪਣੇ ਘਰਾਂ 'ਚ ਸ਼ਹੀਦਾਂ ਦੀਆਂ ਫੋਟੋਆਂ ਲਾਓ। ਭਾਈ ਤਾਰੂ ਸਿੰਘ ਜੀ ਦੀ ਫੋਟੋ ਲੱਗੇ, ਭਾਈ ਮਨੀ ਸਿੰਘ ਜੀ ਦੀ ਫੋਟੋ ਲੱਗੇ, ਭਾਈ ਮਤੀ ਦਾਸ ਜੀ ਦੀ ਫੋਟੋ ਲੱਗੇ, ਸੁਬੇਗ ਸਿੰਘ, ਸ਼ਹਿਬਾਜ਼ ਸਿੰਘ ਜੀ ਦੀ ਫੋਟੋ ਲੱਗੇ। ਤੇ ਬੱਚਾ ਪੁੱਛੇ ਕਿ ਆਹ ਕੀ ਹੋ ਰਿਹਾ ਹੈ, ਤੇ ਮਾਂ ਦੱਸੇ, ਪੁੱਤਰਾ ਕੇਸ ਨਹੀਂ ਕਟਾਏ, ਭਾਈ ਤਾਰੂ ਸਿੰਘ ਨੇ ਖੋਪਰ ਲਹਾ ਲਿਆ। ਜਦੋਂ ਇਦਾਂ ਦੀ ਸਿੱਖਿਆ ਬੱਚੇ ਨੂੰ ਬਚਪਨ ਤੋਂ ਮਿਲੇਗੀ, ਬੱਚਾ ਸਿੱਖੀ ਨਾਲੋਂ ਕਦੇ ਨਹੀਂ ਟੁੱਟਦਾ। ਟੁੱਟਦਾ ਹੀ ਉਦੋਂ ਹੈ ਜਦੋਂ ਮਾਂ ਪਿਓ ਨਹੀਂ ਜੁੜਿਆ ਹੁੰਦਾ, ਕਿਉਂਕਿ ਜੋ ਘਰ 'ਚ ਰੰਗ ਹੈ, ਬਹੁਤਾ ਰੰਗ ਬੱਚਿਆਂ ਤੇ ਉਹੀ ਚੜ ਜਾਂਦਾ। ਸੋ ਮਹਾਰਾਜ ਕਿਰਪਾ ਕਰਨ, ਆਓ 2 ਮਿੰਟ ਦੀ ਹਾਜ਼ਰੀ ਸਿਮਰਨ ਦੀ ਲਾਈਏ, ਫਿਰ ਆਪਾਂ ਸ਼ਲੋਕ ਪੜ੍ਹ ਕੇ ਸਮਾਪਤੀ ਕਰੀਏ। ਸਾਰੇ ਬੋਲਿਓ, ਕੋਈ ਰਸਨਾ ਵਾਂਝੀ ਨਾ ਰਵੇ ਜੀ। ਸਤਨਾਮ ਵਾਹਿਗੁਰੂ, 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 ਸਤਨਾਮ ਵਾਹਿਗੁਰੂ। ਵਾਹਿਗੁਰੂ ਧੰਨ ਵਾਹਿਗੁਰੂ, ਵਾਹਿਗੁਰੂ ਜੀ ਧੰਨ ਵਾਹਿਗੁਰੂ, ਵਾਹਿਗੁਰੂ ਧੰਨ ਵਾਹਿਗੁਰੂ, ਵਾਹਿਗੁਰੂ ਧੰਨ ਵਾਹਿਗੁਰੂ। ਸਤਨਾਮ ਸ਼੍ਰੀ ਵਾਹਿਗੁਰੂ, ਸਤਨਾਮ ਸ਼੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ।
ਸਤਨਾਮ ਸ਼੍ਰੀ ਵਾਹਿਗੁਰੂ ਬੋਲ, ਸਤਨਾਮ ਸ਼੍ਰੀ ਵਾਹਿਗੁਰੂ ਬੋਲ। ਸਤਨਾਮ ਸ੍ਰੀ ਵਾਹਿਗੁਰੂ ਬੋਲ, ਸਤਨਾਮ ਸ੍ਰੀ ਵਾਹਿਗੁਰੂ ਬੋਲ। ਵਾਹਿਗੁਰੂ ਬੋਲ ਕਦੇ ਨਾ ਡੋਲ, ਵਾਹਿਗੁਰੂ ਬੋਲ ਕਦੇ ਨਾ ਡੋਲ। ਵਾਹਿਗੁਰੂ ਬੋਲ ਕਦੇ ਨਾ ਡੋਲ, ਵਾਹਿਗੁਰੂ ਬੋਲ ਕਦੇ ਨਾ ਡੋਲ। ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ, ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ। ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ, ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ। ਤੇਰੇ ਮਿੱਠੜੇ ਲੱਗਣਗੇ ਬੋਲ ਪਿਆਰਿਆ, ਮਿੱਠੜੇ ਲੱਗਣਗੇ ਬੋਲ ਪਿਆਰਿਆ। ਮਿੱਠੜੇ ਲੱਗਣਗੇ ਬੋਲ ਪਿਆਰਿਆ, ਮਿੱਠੜੇ ਲੱਗਣਗੇ ਬੋਲ ਪਿਆਰਿਆ। ਵਾਹਿਗੁਰੂ ਕਹੀਏ ਸਦਾ ਸੁਖੀ ਰਹੀਐ, ਵਾਹਿਗੁਰੂ ਕਹੀਏ ਸਦਾ ਸੁਖੀ ਰਹੀਐ। ਵਾਹਿਗੁਰੂ ਕਹੀਏ ਸਦਾ ਸੁਖੀ ਰਹੀਏ, ਵਾਹਿਗੁਰੂ ਕਹੀਏ ਸਦਾ ਸੁਖੀ ਰਹੀਏ। ਵਾਹਿਗੁਰੂ ਬੋਲੀਏ ਕਦੇ ਵੀ ਨਾ ਡੋਲੀਐ, ਵਾਹਿਗੁਰੂ ਬੋਲੀਏ ਕਦੇ ਵੀ ਨਾ ਡੋਲੀਐ। ਵਾਹਿਗੁਰੂ ਬੋਲੀਏ ਕਦੇ ਨਾ ਡੋਲੀਏ, ਵਾਹਿਗੁਰੂ ਬੋਲੀਏ ਕਦੇ ਨਾ ਡੋਲੀਏ। ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ, ਧਰਤ ਮਹਾਤ ਦਿਵਸ ਰਾਤ ਦੋਏ ਦਾਈ ਦਾਇਆ। ਸਗਲ ਜਗਤ ਚੰਗਿਆਈਆਂ ਮੁਰਿਆਈਆਂ, ਪਾਚੇ ਕਰਮ ਹਦੂਰ। ਕਰਮੀ ਆਪੋ ਆਪਣੀ, ਨੇੜੇ ਕੈ ਦੂਰ ਜਿਨੀ ਨਾਮ ਤੇ ਆਇਆ। ਮਸਕਤ ਕਾਲ ਨਾਨਕ ਤੇ ਮੁਖ ਉਜਲੇ, ਦੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ। ਮਸਕਤ ਕਾਲ ਨਾਨਕ ਤੇ ਮੁਖ ਉਜਲੇ, ਦੀ ਛੁੱਟੀ ਨਾਲ ਨਾਨਕ ਨਾਮ ਚੜ੍ਹਦੀ ਕਲਾ। ਪਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਫਤਿਹ। ਬਹੁਤ ਬਹੁਤ ਧੰਨਵਾਦ ਸਾਰੀਆਂ ਸੰਗਤਾਂ ਦਾ ਜੋ ਆਪਣੇ ਸਮੇਂ ਨੂੰ ਸਫਲਾ ਕਰਨ ਲਈ ਸਤਿਗੁਰਾਂ ਦੀ ਹਜ਼ੂਰੀ ਵਿੱਚ ਬੈਠੇ ਹੋ। ਖਾਸ ਧੰਨਵਾਦ ਹੈ ਬਾਬਾ ਦੀਪ ਸਿੰਘ ਸੇਵਾ ਦਲ ਗੜ੍ਹਦੀਵਾਲਾ ਦੀ ਸਾਰੀ ਸੰਗਤ ਦਾ, ਵੀਰ ਮਨਜੋਤ ਸਿੰਘ ਜੀ ਹੋਣਾ ਦਾ, ਜਿਨ੍ਹਾਂ ਨੇ ਇਹ ਉਪਰਾਲਾ ਲੰਗਰ ਦਾ ਸੰਗਤਾਂ ਦੇ ਸਹਿਯੋਗ ਨਾਲ ਕੀਤਾ ਹੈ। ਔਰ ਆਪ ਸਰਬੱਤ ਸੰਗਤਾਂ ਦਾ ਧੰਨਵਾਦ ਜੋ ਐਡੇ ਵੱਡੇ ਸੰਘਰਸ਼ ਵਿੱਚ ਆਪਣੇ ਘਰ-ਬਾਰ ਨੂੰ ਛੱਡ ਕੇ ਸਤਿਗੁਰਾਂ ਦਾ ਓਟ ਆਸਰਾ ਲੈ ਕੇ ਸੱਜ ਬੈਠੇ ਹੋ। ਮਹਾਰਾਜ ਮਿਹਰ ਕਰਨ। ਜੇ ਇਹ ਸੰਘਰਸ਼ ਲੰਬਾ ਚੱਲਦਾ ਹੈ, ਬੜੇ ਪਿਆਰ ਵਿੱਚ ਇਸੇ ਤਰ੍ਹਾਂ ਸੱਜ ਕੇ ਗੁਰੂ ਸਾਹਿਬ ਜੀ ਦੇ ਚਰਨਾਂ ਦਾ ਓਟ ਆਸਰਾ ਲੈ ਕੇ ਆਪਾਂ ਸਮਾਂ ਬਤੀਤ ਕਰਨਾ ਹੈ। ਆਉਣ ਵਾਲੇ ਦਿਨਾਂ 'ਚ ਫਿਰ ਸਮਾਂ ਬਣਿਆ ਤੇ ਫਿਰ ਗੁਰੂ ਸਾਹਿਬ ਰਹਿਮਤ ਕਰਨ। ਜੇ ਨਾ ਕਿਸੇ ਹੱਲ ਲੱਗਿਆ ਤੇ ਥੋੜੇ ਦਿਨ ਆ ਸ਼ਹਾਦਤ ਦੇ ਜਿਹੜੇ ਸਭਾ ਦੇ ਦਿਨ ਨੇ, ਕੱਲ ਤੋਂ ਪੰਜਾਬ ਦੇ ਵਿੱਚ ਕੀਰਤਨ ਸਮਾਗਮ ਸ਼ੁਰੂ ਹੋ ਜਾਣੇ ਹੈ, ਪਰਸੋਂ ਤੋਂ। ਇਸ ਕਰਕੇ ਕੱਲ ਦੀ ਵਾਪਸੀ ਹੈ। ਆਉਣ ਵਾਲੇ ਦਿਨਾਂ 'ਚ ਜੇ ਸੰਘਰਸ਼ ਲੰਬਾ ਚੱਲਦਾ ਹੈ, ਫਿਰ ਵੀਰ ਜੀ ਹੁਣਾਂ ਨਾਲ ਪ੍ਰੋਗਰਾਮ ਬਣਾ ਕੇ ਸਮੇਤ ਜਥੇ ਰਾਤਰੀ ਦੇ ਦੀਵਾਨ ਰੱਖਾਂਗੇ। ਫਿਰ ਸੰਗਤਾਂ ਇਸੇ ਤਰ੍ਹਾਂ ਲਾਹੇ ਪ੍ਰਾਪਤ ਕਰਿਓ ਜੀ। ਹੋਈਆਂ ਤਮਾਮ ਭੁੱਲਾਂ ਚੁੱਕਾਂ ਦੀ ਖਿਮਾ। ਜੈਕਾਰਾ ਲਾਵਾਂਗਾ, ਸਾਰੇ ਜਵਾਬ ਦਿਓ, ਫਿਰ ਫਤਿਹ ਬੁਲਾਈਏ ਜੀ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।